ਥੈਂਕ ਯੂ ਜੈਮਸੀ ਦੀ ਸਾਰਿਆਂ ਨੂੰ ਜਿੰਨੇ ਵੀ ਇਸ ਸਮੇਂ ਸਾਨੂੰ ਲਾਈਵ ਦੇਖਦੇ ਨੇ। ਜੈਮਸੀ ਦੀ ਸਾਰੇ ਭੈਣ ਭਰਾਵਾਂ ਨੂੰ ਔਰ ਜੈਮਸੀ ਦੀ ਸਿਸਟਰ ਜੀ ਜੈ ਮਸੀਹ ਦੀ ਬ੍ਰਦਰ। ਔਰ ਸਾਡੇ ਨਾਲ ਅੱਜ ਸਿਸਟਰ ਇੰਡੀਆ ਤੋਂ ਸਾਡੇ ਨਾਲ ਅੱਜ ਟੈਸਟਮਨੀ ਦੇਣਗੇ ਜੋ ਬਹੁਤ ਸਟਰੋਂਗ ਟੈਸਟਮਨੀ ਆ। ਸੋ ਸਿਸਟਰ ਸਾਡੇ ਨਾਲ ਹੈ ਇੰਜਲ ਮਾਰਕਸ ਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜਿੰਨੇ ਵੀ ਮੇਰੇ ਭੈਣ ਭਰਾ ਮੈਨੂੰ ਸਰੋਤੇ ਵੇਖਦੇ ਆ ਔਰ ਸਭ ਦਾ ਵੈਲਕਮ ਕਰਦੇ ਆ ਔਰ ਜਿੰਨੇ ਵੀ ਤੁਸੀਂ ਰੱਬ ਦੀ ਆਵਾਜ਼ ਨੂੰ ਹਮੇਸ਼ਾ ਪਿਆਰ ਦਿੰਦੇ ਹੋ ਔਰ ਪਿਆਰ ਦੇ ਨਾਲ ਦੇਖਦੇ ਹੋ ਹਮੇਸ਼ਾ। ਅੱਜ ਵੀ ਇਹ ਸਟਰੋਂਗ ਟੈਸਟਮਨੀ ਹੈ। ਤੁਸੀਂ ਪਲੀਜ਼ ਇਸ ਨੂੰ ਸ਼ੇਅਰ ਕਰੋ ਔਰ ਜਿੰਨੇ ਵੀ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਆ ਜਾਂ ਸਾਡੇ ਨਾਲ ਜੁੜਨਗੇ ਤੇ ਪਲੀਜ਼ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਕਿ ਜਿਹੜਾ ਪ੍ਰਭੂ ਦਾ ਜੋ ਚਮਤਕਾਰ ਇਹਨਾਂ ਦੇ ਜੀਵਨ ਦੇ ਵਿੱਚ ਹੋਇਆ ਤਾਂ ਉਹ ਦੂਸਰਿਆਂ ਨੂੰ ਵੀ ਪਤਾ ਲੱਗ ਸਕੇ ਔਰ ਪਰਮੇਸ਼ਰ ਨੇ ਅਦਭੁਤ ਕੰਮ ਕੀਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਪਰਮੇਸ਼ਰ ਦੇ ਅੱਗੇ ਸਭ ਤੋਂ ਪਹਿਲਾਂ ਆਪਾਂ ਦੁਆ ਰੱਖਦੇ ਹਾਂ। तो मैं दुआ तो बाद आप टेस्टमनी वाल जावांगे। थैंक यू मेरे पिता परमेश्वर, तुहाडा धन्नवाद करते हैं प्रभु, तुहाडा शुक्र करते हैं मेरे पिता परमेश्वर। तुसीं क्या है कि मैं सब कुछ करन दी समर्थ रखदा हाँ मेरे पिता, तुसीं हर काम कर सकते हो प्रभु। तुसीं क्या कि मैं अपनी महिमा ते वडियाई आप नहीं कर सकता प्रभु, इस करके तुसीं अपनी महिमा अपने बंदियां ते बंदियां दे कोलों लैंदे हो प्रभु। तुहाडा धन्नवाद करते हैं कि जो तुसीं इस सिस्टर नूं चुनिया और तेरी महिमा ते वडियाई दे लई अज खड़ी होई प्रभु। तुहाडा धन्नवाद करते हैं जो अज दी टेस्टमनी प्रभु मेरे पिता परमेश्वर तुहाडे हत्थां 'च दिंदे आ प्रभु। अज दा जो समा अपने आप नूं प्रभु मैं तुहाडे हत्थां 'च दिंदा है प्रभु सिस्टर नूं और मेरे पिता परमेश्वर देखण वाले जिन्ने भी भैन भरा सबना नूं प्रभु यीशु तेरे हत्थां 'च दिंदा प्रभु। प्रभु यीशु के नाम दे विच जो भी असी मंगते हैं बाप बेटा पाक गुरु के नाम दे विच असी पा लैंदे हां। आमेन। वेलकम सिस्टर जी, बहुत वधिया लगा कि अज तुसीं अपनी जीवन दीयां गल्लां कुछ प्रभु यीशु दे नाल शेयर करोगे और भैन भरावां दे नाल शेयर करोगे, क्योंकि बचन च लिखिया है कि जो मेरे लिए एक गवाही खड़ी करदा ते मैं उहदे लई 1000 गवाहियां खड़ियां करदा। आमेन। परमेश्वर साडा किरपा वाला परमेश्वर आ, दयालु परमेश्वर आ। और तुसीं अपने बारे कुछ सिस्टर मैं चाहांगा अपनी टेस्टमनी बारे तो थोड़ा जिहा जिक्र सब नूं करो। आमेन। ਹਾਂਜੀ ਹਾਂਜੀ, ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਸਾਰਿਆਂ ਨੂੰ ਸ਼ਾਲੋਮ ਆਖਦੀ ਹਾਂ। ਔਰ ਮੇਰਾ ਨਾਮ ਐਂਜਲ ਮਾਰਕ ਹੈ। ਮੈਂ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ। ਪ੍ਰਭੂ ਯਿਸੂ ਮਸੀਹ ਦਾ ਸ਼ੁਕਰ ਕਰਦੀ ਹਾਂ ਕਿ ਉਸਨੇ ਮੈਨੂੰ ਚੁਣਿਆ ਔਰ ਮੈਂ ਆਪਣੀ ਜ਼ਿੰਦਗੀ ਦੇ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੈਂ ਇੱਕ ਹਿੰਦੂ ਪਰਿਵਾਰ ਤੋਂ ਹਾਂ ਔਰ ਮੇਰਾ ਪ੍ਰਭੂ ਦੇ ਵਿੱਚ ਆਉਣ ਦਾ ਕਾਰਨ ਇਹ ਸੀਗਾ ਕਿ ਮੇਰੇ ਮੰਮੀ ਨੂੰ ਖੂਨੀ ਬਵਾਸੀਰ ਹੋ ਗਈ ਸੀ। ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਤੁਹਾਨੂੰ ਦੱਸ ਰਹੀ ਹਾਂ। ਮੰਮੀ ਮੇਰੇ ਨੂੰ ਜਦੋਂ ਬਵਾਸੀਰ ਹੋਈ ਤੇ ਉਹਨਾਂ ਨੂੰ ਲੈਟਰਿਨ ਵਾਲੀ ਜਗ੍ਹਾ ਦੇ ਵਿੱਚੋਂ ਇੰਨਾ ਹਿੱਸਾ ਉਹਨਾਂ ਦਾ ਬਾਹਰ ਆ ਗਿਆ ਸੀ ਔਰ ਅਸੀਂ ਸਾਰੀ ਜਗ੍ਹਾ ਦਿਖਾਇਆ। ਬਹੁਤ ਸਾਰੇ ਸਿਆਣਿਆਂ ਕੋਲ ਲੈ ਕੇ ਗਏ। ਬਹੁਤ ਸਾਰੇ ਜਾਦੂਗਰ ਸਾਡੇ ਘਰੇ ਆਉਂਦੇ ਸੀ ਕਿ ਸਾਡੇ ਘਰ ਦੇ ਵਿੱਚ, ਕਿਉਂਕਿ ਕਈ ਲੋਕ ਦੱਸਦੇ ਸੀ ਕਿ ਤੁਹਾਡੇ ਘਰ ਦੇ ਵਿੱਚ ਦੁਸ਼ਟ ਆਤਮਾਵਾਂ ਹੈ, ਮਸਾਣੀਆਂ ਖੋਈਆਂ ਹੋਈਆਂ ਤੇ ਠੀਕ ਕੋਈ ਨਹੀਂ ਕਰਦਾ ਸੀ। ਤੇ ਅਸੀਂ ਉਸੇ ਜ਼ਿੰਦਗੀ ਨੂੰ ਜੀ ਰਹੇ ਸੀ। ਲੇਕਿਨ ਕੀ ਹੋਇਆ, ਮੰਮੀ ਦੀ ਜਿਹੜੀ ਹਾਲਤ ਸੀ ਉਹ ਦਿਨ ਬ ਦਿਨ ਵਿਗੜਦੀ ਜਾ ਰਹੀ ਸੀ ਔਰ ਇੱਥੋਂ ਤੱਕ ਕਿ ਉਹਨਾਂ ਦੇ ਮਤਲਬ 12 ਸਾਲ ਲਗਾਤਾਰ ਲੈਟਰਿਨ ਵਾਲੀ ਜਗ੍ਹਾ 'ਚੋਂ ਖੂਨ ਪੈਂਦਾ ਸੀ ਔਰ ਸਭ ਜਗ੍ਹਾ ਦਿਖਾਇਆ ਕਿਤੋਂ ਆਰਾਮ ਨਹੀਂ ਆਇਆ। ਦਵਾਈ ਲੈਂਦੇ ਸੀ, ਸਾਡੇ ਲਈ ਰੋਟੀ ਪਾਣੀ ਬਣਾ ਦਿੰਦੇ ਸੀ ਔਰ ਅਦਰਵਾਈਜ਼ ਉਹ ਮਤਲਬ ਪੂਰੀ ਉਹਨਾਂ ਦੇ ਜਿਹੜਾ ਸਰੀਰ ਸੀ, ਸਰੀਰ ਦੇ ਅੰਦਰ ਵੀ ਸੋ ਜਾਣੀ ਸ਼ੁਰੂ ਹੋ ਗਈ ਸੀ। ਔਰ ਫਿਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਹੌਲੀ ਹੌਲੀ ਕਰਕੇ, ਜਿਸ ਤਰ੍ਹਾਂ ਮਤਲਬ ਮੇਰੀ ਇੱਕ ਸਹੇਲੀ ਸੀ, ਉਹ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਸੀ। ਉਹ ਪ੍ਰਭੂ ਯੀਸ਼ੂ ਮਸੀਹ ਦੇ ਨਾਂ 'ਚ ਸਤਸੰਗ 'ਚ ਜਾਣ ਲੱਗੀ, ਪ੍ਰਾਰਥਨਾ 'ਚ ਜਾਣ ਲੱਗੀ। ਜਿਵੇਂ ਉਹ ਜਾਣ ਲੱਗੀ ਉਹਦੇ ਘਰ ਦੇ ਵਿੱਚ ਕੁਝ ਸਮੱਸਿਆਵਾਂ ਸੀ, ਉਹ ਠੀਕ ਹੋ ਗਈਆਂ। ਉਹ ਮੇਰੀ ਮੰਮੀ ਦੇ ਲਈ ਆਈ, ਕਹਿੰਦੀ ਵੀ ਤੁਸੀਂ ਆਪਣੇ ਮੰਮੀ ਨੂੰ ਚਰਚ ਦੇ ਵਿੱਚ ਲੈ ਕੇ ਜਾਓ, ਵੀ ਤੁਹਾਡੀ ਮੰਮੀ ਠੀਕ ਹੋ ਜਾਏਗੀ ਉੱਥੋਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਠੀਕ ਹੈ ਦੇਖਾਂਗੇ, ਪਰ ਅੰਦਰ ਇਹ ਸੀ ਕੀ ਹੈ, ਸਾਡਾ ਰੱਬ ਕੁਛ ਨਹੀਂ ਕਰਦਾ, ਇਹ ਆ ਗਈ ਯਿਸੂ ਮਸੀਹ ਨੂੰ ਲੈ ਕੇ। ਹਾਂਜੀ ਹਾਂਜੀ। ਤੇ ਜਿਵੇਂ ਮਤਲਬ ਉਹਨਾਂ ਨੇ ਕੀ ਕਹਿੰਦੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ ਤੇ ਉਹਨੇ ਗਵਾਹੀ ਦਿੱਤੀ, ਕਹਿੰਦੀ ਵੀ ਮੈਨੂੰ ਪ੍ਰਭੂ ਯਿਸੂ ਮਸੀਹ ਨੇ ਠੀਕ ਕਰਤਾ। ਮੇਰੇ ਹੱਥਾਂ ਪੈਰਾਂ ਤੋਂ ਦੇਖੋ ਹਰ ਸਾਲ 9 ਉਤਰਦੇ ਸੀ
ਤੇ ਮੈਨੂੰ ਯਿਸੂ ਜੇ ਠੀਕ ਕਰ ਸਕਦਾ ਤਾਂ ਤੁਹਾਡੇ ਮੰਮੀ ਦੀ ਬਿਮਾਰੀ ਵੀ ਉਹ ਠੀਕ ਕਰ ਸਕਦਾ, ਵੀ ਇੱਕ ਵਾਰ ਤੁਸੀਂ ਲੈ ਕੇ ਜਾਓ। ਮੈਂ ਉਹਦੀ ਗੱਲ ਉਦੋਂ ਤਾਂ ਸੁਣ ਲਈ, ਲੇਕਿਨ ਬਾਅਦ ਦੇ ਵਿੱਚ ਮੇਰੇ ਮਨ 'ਚ ਇਸ ਤਰ੍ਹਾਂ ਹੋਇਆ ਕਿ ਇਹ ਕੀ ਬੋਲੀ ਜਾਂਦੀ ਹੈ। ਮੈਂ ਉਹਨੂੰ ਗੁੱਸਾ ਆਇਆ ਮੈਨੂੰ ਇੱਕਦਮ, ਔਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਵੇਖ ਰਸਤਾ ਤੇ ਤੂੰ ਆਪਦੇ ਘਰ ਜਾ, ਸਾਡਾ ਰੱਬ ਨਹੀਂ ਕੁਛ ਕਰਦਾ ਹੈਗਾ। ਮੈਂ ਕਿਹਾ ਅਸੀਂ ਆਪ ਹੀ ਵੇਖ ਲਾਂਗੇ। ਉਹ ਕੁੜੀ ਜਦੋਂ ਜਾਣ ਲੱਗੀ, ਜਾਂਦੀ ਜਾਂਦੀ ਗੇਟ ਦੇ ਕੋਲ ਪਹੁੰਚੀ ਤੇ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ, ਪਿੱਛੇ ਪਲਟ ਕੇ ਕਹਿੰਦੀ, ਅੱਜ ਤਾਂ ਤੁਸੀਂ ਯਿਸੂ ਨੂੰ ਨਹੀਂ ਮੰਨਦੇ ਨਾ, ਅਗਲੇ ਸਾਲ ਤੁਸੀਂ ਵੀ ਇਸੇ ਚਰਚ ਦੇ ਵਿੱਚ ਜਾਓਗੇ। ਇੰਨੀ ਗੱਲ ਕਹਿ ਕੇ ਉਹ ਜਦੋਂ ਚਲੀ ਗਈ, ਮੈਂ ਪਿੱਛੋਂ ਬੋਲਦੀ ਆ ਉਹਨੂੰ, ਮੈਂ ਕਿਹਾ ਵੇਖਾਂਗੇ ਤੇਰੇ ਰੱਬ ਨੂੰ ਕੀ ਕਰਦਾ, ਚੱਲ ਹੁਣ ਤੂੰ ਨਿਕਲ ਉਰੋਂ। ਤੇ ਜਦੋਂ ਉਹ ਸਾਡੇ ਘਰੋਂ ਚਲੀ ਗਈ, ਮੇਰੇ ਮੰਮੀ ਦੀ ਕੰਡੀਸ਼ਨ ਹੋਰ ਖਰਾਬ ਹੋ ਗਈ। ਔਰ ਅੱਗੇ ਤਾਂ ਮਤਲਬ ਰੋਟੀ ਪਾਣੀ ਬਣਾਉਂਦੇ ਸੀਗੇ, ਠੀਕ ਸੀਗੇ, ਲੇਕਿਨ ਹੁਣ ਉਹ ਹੋਰ ਜ਼ਿਆਦਾ ਮਤਲਬ ਕਮਜ਼ੋਰ ਹੋਣ ਲੱਗ ਗਏ। ਤੇ ਉਸੇ ਕੁੜੀ ਦੇ ਮੰਮੀ ਫਿਰ ਕੁਝ ਦਿਨਾਂ ਬਾਅਦ ਸਾਡੇ ਘਰੇ ਆਏ ਮੰਮੀ ਦੀ ਖਬਰ ਦੇ ਲਈ। ਜਿਵੇਂ ਮੰਮੀ ਦੀ ਖਬਰ ਲੈਣ ਲਈ ਉਹ ਸਾਡੇ ਘਰੇ ਆਏ ਤੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ। ਕਹਿੰਦੇ ਵੀ ਦੇਖੋ, ਜੇ ਇੱਕ ਡਾਕਟਰ ਤੋਂ ਆਪਾਂ ਨੂੰ ਦਵਾਈ ਨਹੀਂ ਲੱਗਦੀ ਤੇ ਆਪਾਂ ਡਾਕਟਰ ਚੇਂਜ ਕਰਦੇ ਹਾਂ। ਜੇ ਯਿਸੂ ਮਸੀਹ ਨੂੰ ਤੁਸੀਂ ਰੱਬ ਕਰਕੇ ਨਹੀਂ ਮੰਨਣਾ ਚਾਹੁੰਦੇ ਤਾਂ ਨਾ ਮੰਨੋ, ਲੇਕਿਨ ਇੱਕ ਡਾਕਟਰ ਕਰਕੇ ਤਾਂ ਮੰਨ ਸਕਦੇ ਹੋ। ਤੁਹਾਡੇ ਮੰਮੀ ਦੀ ਜ਼ਿੰਦਗੀ ਬਦਲਣੀ ਚਾਹੀਦੀ ਆ। ਉੱਥੇ ਵੀ ਮੈਂ ਆਂਟੀ ਦੀਆਂ ਗੱਲਾਂ ਸੁਣੀ ਗਈ, ਔਰ ਸੁਣਨ ਤੋਂ ਬਾਅਦ ਮੇਰੇ ਮਨ 'ਚ ਆਇਆ ਵੀ ਇਹ ਆਂਟੀ ਜਲਦੀ ਚਲੀ ਜਾਵੇ, ਪਤਾ ਨਹੀਂ ਕੀ ਬੋਲੀ ਜਾਂਦੀ ਆ। ਤੇ ਜਦੋਂ ਏਦਾਂ ਦੱਸਦੇ ਪਏ ਸੀ, ਮੇਰੇ ਪਾਪਾ ਕੋਲ ਸੁਣਦੇ ਪਏ ਸੀਗੇ। ਮੇਰੇ ਡੈਡੀ ਨੇ ਕਿਹਾ, ਕਹਿੰਦੇ ਵੀ ਕੋਈ ਨਹੀਂ, ਅਸੀਂ ਸਾਨੂੰ ਐਡਰੈਸ ਦਿਓ ਚਰਚ ਦਾ, ਅਸੀਂ ਲੈ ਕੇ ਜਾਵਾਂਗੇ ਇਹਨਾਂ ਨੂੰ। ਔਰ ਤੁਸੀਂ ਮੰਨੋਗੇ ਨਹੀਂ, ਮੇਰੇ ਮੰਮੀ ਨੂੰ ਮੇਰੇ ਚਾਚੀ ਚਰਚ ਦੇ ਵਿੱਚ ਲੈ ਕੇ ਗਏ ਫੜ ਕੇ। ਔਰ ਜਦੋਂ ਜਾ ਰਹੇ ਸੀ ਤਾਂ ਇੱਕ ਬੰਦੇ ਦੇ ਸਹਾਰੇ ਨਾਲ ਲੋਕ ਗਏ ਉੱਥੇ। ਔਰ ਜਿਵੇਂ ਹੀ ਮੰਮੀ ਚਰਚ ਦੇ ਗੇਟ ਤੇ ਪਹੁੰਚੇ ਹੈ, ਤੁਸੀਂ ਮੰਨੋਗੇ ਨਹੀਂ, ਹੱਥਾਂ ਤੇ ਪੈਰਾਂ 'ਚ ਉਹਨਾਂ ਦੇ ਇੱਕਦਮ ਸੋਜ ਉਤਰ ਗਈ। ਕੁਛ ਨਹੀਂ ਅਸੀਂ ਵੇਖਿਆ ਹਾਲੇ ਅੰਦਰ, ਚਰਚ ਦੇ ਅੰਦਰ ਕੀ ਹੈ ਕੀ ਨਹੀਂ ਹੈ, ਪਰ ਜਿਵੇਂ ਮੇਰੀ ਮੰਮੀ ਉੱਥੇ ਪਹੁੰਚੇ ਤੇ ਉਹਨਾਂ ਦੇ ਹੱਥਾਂ ਪੈਰਾਂ 'ਚੋਂ ਸੋਜ ਉਤਰੀ। ਅੰਦਰ ਗਏ, ਅੰਦਰ ਇੱਕ ਲੇਡੀ ਬੈਠੀ ਹੋਈ ਸੀ, ਪ੍ਰਾਰਥਨਾ ਕਰ ਰਹੀ ਸੀ। ਉਹਨਾਂ ਨੇ ਪ੍ਰਾਰਥਨਾ ਕੀਤੀ, ਔਰ ਕੋਈ ਚਰਚ 'ਚ ਕੋਈ ਫੋਟੋ ਨਹੀਂ ਸੀ ਯਿਸੂ ਮਸੀਹ ਦੀ, ਕੁਛ ਨਹੀਂ, ਸਿਰਫ ਵਚਨ ਲਿਖੇ ਹੋਏ ਸੀ 2-3 ਜਗ੍ਹਾ। ਔਰ ਮੰਮੀ ਮੇਰੀ ਉੱਥੇ ਪ੍ਰਾਰਥਨਾ ਕਰਵਾ ਕੇ ਜਿਵੇਂ ਹੀ ਵਾਪਸ ਆ ਰਹੀ ਹੈ, ਤੇ ਕੱਲੀ ਆ ਰਹੀ ਹੈ ਹੁਣ। ਪਹਿਲਾਂ ਫੜ ਕੇ ਲੈ ਕੇ ਗਏ ਆ, ਹੁਣ ਬਿਲਕੁਲ ਠੀਕ ਹੋ ਕੇ, ਚੰਗੀ ਹੋ ਕੇ ਇੱਕੋ ਹੀ ਸ਼ਬਦ ਬੋਲਦੀ ਆ ਰਹੀ ਹੈ ਵੀ ਮੇਰੀਆਂ ਦਵਾਈਆਂ ਸੁੱਟ ਦਿਓ, ਮੈਨੂੰ ਯਿਸੂ ਨੇ ਚੰਗਾ ਕਰਤਾ। ਜਿਵੇਂ ਹੀ ਮੇਰੀ ਮੰਮੀ ਠੀਕ ਹੋਈ, ਅਸੀਂ ਘਰੇ ਆਏ, ਉਹਨਾਂ ਨੂੰ ਦਵਾਈਆਂ ਸੁੱਟੀਆਂ ਉਹਨਾਂ ਦੀਆਂ ਸਾਰੀਆਂ। ਔਰ ਸੱਚ ਮੰਨੋਗੇ ਤੁਸੀਂ, ਅੱਜ ਤੱਕ ਮੇਰੇ ਮੰਮੀ ਨੂੰ ਉਹ ਬਵਾਸੀਰ ਦੀ ਸ਼ਿਕਾਇਤ ਨਹੀਂ ਹੋਈ, ਬਿਲਕੁਲ ਠੀਕ ਹੈ, ਬਿਨਾਂ ਦਵਾਈਆਂ ਤੋਂ, ਬਿਨਾਂ ਆਪਰੇਸ਼ਨ ਤੋਂ। ਉਹ ਹਿੱਸਾ ਵੀ ਗਾਇਬ ਹੋ ਗਿਆ, ਕਦੀ ਨਹੀਂ ਆਇਆ ਬਾਹਰ। ਪ੍ਰਭੂ ਯਿਸੂ ਮਸੀਹ ਦਾ ਸ਼ੁਕਰ ਕਰਦੀ ਹਾਂ ਇਸ ਚੀਜ਼ ਦੇ ਲਈ। ਔਰ ਜਿਵੇਂ ਹੀ ਫਿਰ ਮੇਰੇ ਮੰਮੀ ਠੀਕ ਹੋ ਗਏ, ਮੇਰੇ ਮੰਮੀ ਦੇ ਠੀਕ ਹੋਣ ਤੋਂ ਬਾਅਦ ਮੇਰੇ ਮੰਮੀ ਨੇ ਪਾਸਟਰ ਜੀ ਦੇ ਨਾਲ ਗੱਲ ਕੀਤੀ। ਕਹਿੰਦੇ ਵੀ ਤੁਸੀਂ ਸਾਡੇ ਘਰੇ ਖਾਣੇ ਤੇ ਆਓ। ਸਾਡੀ ਵੱਡੀ ਬੇਟੀ ਹੈ, ਉਹਨੂੰ ਬਚਪਨ 'ਚ 8 ਸਾਲ ਦੀ ਉਮਰ ਦੀ ਸੀ ਉਹ, ਉਹਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਸੀ। ਔਰ ਹੁਣ ਮੈਂ ਆਪਣੀ ਗਵਾਹੀ ਦੱਸਣ ਜਾ ਰਹੀ ਹਾਂ। ਮੇਰੀ ਜ਼ਿੰਦਗੀ ਦੇ ਵਿੱਚ ਏਦਾਂ ਮੈਂ ਸੀ, ਮੈਂ ਸੌਰੀ 8 ਸਾਲ ਸੌਰੀ ਦੀ ਸਿਸਟਰ, ਉਮਰ ਮੈਂ ਤੁਹਾਡੀ ਗੱਲ ਨੂੰ ਰੋਕਦਾ, ਸੌਰੀ। ਜਦੋਂ ਤੁਸੀਂ ਗਏ ਸੀਗੇ ਚਰਚ ਦੇ ਵਿੱਚ, ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪਰਿਵਾਰ ਜਾਂ ਤੁਹਾਡੀ ਜਿਹੜੀ ਤੁਹਾਨੂੰ ਲੇਡੀਜ਼ ਜੋ ਤੁਹਾਡੇ ਘਰ ਆਉਂਦੇ ਸੀਗੇ, ਉਹਨਾਂ ਨੇ ਤੁਹਾਨੂੰ ਕੋਈ ਪੈਸਾ ਦਿੱਤਾ? ਨਹੀਂ ਜੀ ਨਹੀਂ, ਏਦਾਂ ਦਾ ਕੁਝ ਨਹੀਂ, ਕੋਈ ਪੈਸਾ ਨਹੀਂ ਦਿੱਤਾ, ਲੇਕਿਨ ਇੱਕ ਚੀਜ਼ ਜ਼ਰੂਰ ਦਿੱਤੀ, ਯਿਸੂ ਦਾ ਨਾਮ, ਨਹੀਂ, ਜੋ ਸਾਰੇ ਪੈਸਿਆਂ ਤੋਂ ਉੱਤਮ ਹੈ। ਮੈਂ ਇਹ ਗੱਲ ਕਿਉਂ ਕਰ ਰਿਹਾ ਕਿ ਬਹੁਤ ਸਾਰੇ ਭੈਣ ਭਰਾ ਇਸ ਗੱਲ ਦੇ ਨਾਲ ਬੜੇ ਸਹਿਮਤ ਨਹੀਂ ਹੁੰਦੇ ਕਿ ਜਿਹੜੇ ਲੋਕ ਆ ਸਾਡੇ ਜਦੋਂ ਜਾਂਦੇ ਆ ਤੇ ਉਹ ਬਿਨਾਂ ਪੈਸੇ ਤੋਂ ਨਹੀਂ ਜਾਂਦੇ, ਉਹ ਪੈਸੇ ਦੇ ਨਾਲ ਉਹਨਾਂ ਨੂੰ ਖਰੀਦਦੇ ਆ। ਔਰ ਪੈਸੇ ਦੇ ਨਾਲ ਮੈਂ ਤਾਂ ਇਸ ਗੱਲ ਦਾ ਇੱਕ ਤੁਹਾਡੇ ਕੋਲ ਕਲੀਅਰ ਜਵਾਬ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿਸੇ ਨੇ ਜਾਂ ਪਾਸਟਰ ਨੇ ਉੱਥੇ ਗਿਆ ਨੇ ਜਾਂ ਕੋਈ ਜਾਦੂ ਤਾਂ ਨਹੀਂ ਕਰ ਦਿੱਤਾ, ਕੋਈ ਐਸਾ ਕੋਈ ਕਾਲਾ ਇਲਮ ਤਾਂ ਨਹੀਂ ਕਰ ਦਿੱਤਾ ਕਿ ਜਿਹੜਾ ਇਹ ਠੀਕ ਹੋ ਗਏ, ਜਾਂ ਕੁਛ ਇੱਦਾਂ ਦਾ ਗੱਲਾਂ ਬਾਤਾਂ ਆਉਂਦੀਆਂ ਲੋਕਾਂ ਦੇ ਮਨਾਂ 'ਚ, ਇਦਾਂ ਦਾ ਕੁਛ ਤਾਂ ਨਹੀਂ ਦੇਖਿਆ? ਨਹੀਂ 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 ਬ੍ਰਦਰ, ਏਦਾਂ ਦਾ ਕੁਝ ਨਹੀਂ ਹੈ। ਸਾਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ, ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ ਏਦਾਂ ਦਾ। ਲੇਕਿਨ ਸੱਚ ਕਹਿ ਰਹੀ ਹਾਂ, ਜਦੋਂ ਅਸੀਂ ਉੱਥੇ ਪਹੁੰਚੇ ਤਾਂ ਇੱਕੋ ਹੀ ਚੀਜ਼ ਸਾਨੂੰ ਮਿਲੀ, ਉਹ ਯਿਸੂ ਦਾ ਨਾਮ। ਔਰ ਜੋ ਯਿਸੂ ਦਾ ਨਾਮ ਹੈ, ਉਹ ਵੀ ਪਾਸਟਰ ਨੇ ਸਾਡੇ ਲਈ ਪ੍ਰਾਰਥਨਾ ਕੀਤੀ, ਔਰ ਮੇਰੇ ਮੰਮੀ ਬਿਲਕੁਲ ਠੀਕ ਹੋ ਗਏ। ਔਰ ਜਿਵੇਂ ਘਰੇ ਆਏ, ਔਰ ਅੱਜ ਤੱਕ ਮੇਰੇ ਮੰਮੀ ਪ੍ਰਭੂ ਦੀ ਕਿਰਪਾ ਦੇ ਨਾਲ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਨਾਲ ਬਿਲਕੁਲ ਠੀਕ ਹੈ। ਆਮੈਨ ਆਮੈਨ। ਕਿਉਂਕਿ ਬਹੁਤ ਵਧੀਆ ਗੱਲ ਆ, ਕਿਉਂਕਿ ਪਰਮੇਸ਼ਰ ਦੀ ਮਹਿਮਾ ਸਾਨੂੰ, ਜੇ ਸਾਨੂੰ ਕਿਸੇ ਨੇ ਚੰਗਾ ਕੀਤਾ ਤੇ ਜਿਵੇਂ ਤੁਸੀਂ ਕਿਹਾ ਕਿ ਉਹ ਲੇਡੀ ਕਹਿ ਕੇ ਗਈ ਆ ਕਿ ਚਲੋ ਡਾਕਟਰ ਨੂੰ ਚੇਂਜ ਕਰਕੇ ਦੇਖ ਲਓ, ਤੇ ਇਹ ਗੱਲ ਸੱਚ ਆ। ਅੱਜ ਕੱਲ ਦੇਖੋ ਤੁਸੀਂ ਆਮ ਪੋਸਟਰਾਂ ਦੇ ਉੱਪਰ ਲਿਖਿਆ ਜਾਂਦਾ ਡਾਕਟਰ ਜੀਜਸ ਡਾਕਟਰ, ਕਿਉਂਕਿ ਜੀਜਸ ਵਾਕਿਆ ਹੀ ਹਾਂਜੀ ਹਾਂਜੀ, ਡਾਕਟਰ ਵੀ ਆ ਉਹ, ਤੇ ਸ਼ਾਂਤੀ ਦਾ ਰਾਜਕੁਮਾਰ ਆ ਬਿਲਕੁਲ। ਜੋ ਸਾਡੇ ਨਾਲ ਰਹਿੰਦਾ ਆ। ਤੇ ਬਹੁਤ
ਉਹਦਾ ਵੱਖਰਾ ਵੱਖਰਾ ਡਾਕਟਰ ਆ ਕਿ ਜਿਹੜਾ ਡਾਕਟਰਾਂ ਨੂੰ ਬਣਾਉਣ ਵਾਲਾ ਡਾਕਟਰ ਆ ਉਹ, ਤੇ ਜਿਹੜਾ ਡਾਕਟਰਾਂ ਕੋਲ ਇਲਾਜ ਨਹੀਂ ਹੁੰਦਾ ਉਹ ਸਾਡੇ ਕੋਲ ਹੋ ਜਾਂਦਾ। ਬਿਲਕੁਲ ਭਾਜੀ, ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੋਇਆ ਹੈ, ਕਹਿੰਦਾ ਯਹੋਵਾ ਰਾਫਾ, ਉਹ ਸਾਡਾ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਿਸਟਰ ਥੋੜਾ ਜਿਹਾ ਹੋਰ ਕੁਝ, ਕਿ ਤੁਸੀਂ ਮੈਨੂੰ ਥੋੜਾ ਜਿਹਾ ਜ਼ਿਕਰ ਕਰੋ ਕਿ ਆਪਣੇ ਜਦੋਂ ਸਟਾਰਟਿੰਗ ਤੇ ਇਸੇ ਕਰਕੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਏ ਸੀ, ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਕਦੇ ਸੁਣਿਆ ਸੀ ਇਸ ਬਾਰੇ? ਨਹੀਂ, ਜਦੋਂ ਅਸੀਂ ਸਕੂਲ ਦੇ ਵਿੱਚ ਸੀਗੇ ਤਦ ਕਿਤਾਬਾਂ ਵੰਡਣ ਆਉਂਦੇ ਹੁੰਦੇ ਸੀ ਲੋਕ, ਪਰ ਉਹ ਸਾਨੂੰ ਕਿਤਾਬਾਂ ਵੰਡ ਕੇ ਜਾਂਦੇ ਸੀ ਔਰ ਅਸੀਂ ਬੜੀ ਖੁਸ਼ੀ ਦੇ ਨਾਲ ਉਹਨਾਂ ਨੂੰ ਪੜ੍ਹਦੇ ਹੁੰਦੇ ਸੀ। ਪਰ ਏਦਾਂ ਦਾ ਕੁਝ ਨਹੀਂ ਸੀ ਕਿ ਯਿਸੂ ਹੈ ਕੌਣ, ਏਦਾਂ ਨਹੀਂ, ਸਿਰਫ ਇੱਕ ਕਾਮਿਕਸ ਦੀ ਤਰ੍ਹਾਂ ਪੜ੍ਹ ਕੇ ਛੱਡ ਦਿੰਦੇ ਸੀ। ਲਾਈਕ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਕੋਈ ਵੀ ਹੈ? ਨਹੀਂ ਜੀ ਨਹੀਂ, ਇਹ ਜਦੋਂ ਮੇਰੇ ਮੰਮੀ ਬਿਮਾਰ ਹੋਏ ਔਰ ਉਸ ਤੋਂ ਬਾਅਦ ਜਦੋਂ ਭੈਣ ਸਾਡੇ ਕੋਲ ਆਈ, ਉਦੋਂ ਪਤਾ ਲੱਗਿਆ, ਜਦੋਂ ਮੇਰੀ ਮੰਮੀ ਬਿਲਕੁਲ ਠੀਕ ਹੋਏ। ਤੇ ਉਸ ਤੋਂ ਬਾਅਦ ਫਿਰ ਜਿਵੇਂ ਮੈਂ ਮੰਮੀ ਠੀਕ ਹੋਏ, ਮੰਮੀ ਨੇ ਫਿਰ ਪਾਸਟਰ ਨਾਲ ਗੱਲ ਕੀਤੀ ਕਿ ਸਾਡੀ ਵੱਡੀ ਕੁੜੀ ਹੈ, ਉਹ ਡਰਦੀ ਬਹੁਤ ਹੈ। ਮੈਂ 5 ਵਜੇ ਤੋਂ ਬਾਅਦ ਜ਼ਮੀਨ ਤੇ ਪੈਰ ਨਹੀਂ ਰੱਖਦੀ ਸੀ ਭਾਜੀ। ਮੈਨੂੰ ਐ ਲੱਗਦਾ ਸੀ ਬੈੱਡ ਨੀਚੋਂ ਸੱਪ ਨਿਕਲੇਗਾ ਔਰ ਮੈਨੂੰ ਡਸ ਜਾਏਗਾ, ਜਾਂ ਮੈਨੂੰ ਐ ਲੱਗਦਾ ਸੀਗਾ ਵੀ ਮੈਂ ਨੇਰੇ ਕਮਰੇ 'ਚ ਨਹੀਂ ਜਾਣਾ, ਉੱਥੇ ਕੋਈ ਮੈਨੂੰ ਮਾਰ ਦੇਗਾ। ਤੇ ਮੈਨੂੰ ਮਤਲਬ ਇਸ ਤਰ੍ਹਾਂ ਦਾ ਇੱਕ ਵਾਰ ਇੰਸੀਡੈਂਟ ਦੱਸਦੀ ਹਾਂ। ਮੇਰੇ ਸਾਡਾ ਘਰ ਕਾਫੀ ਵੱਡਾ ਸੀ ਪਟਿਆਲੇ 'ਚ, ਜਿਵੇਂ ਪੁਰਾਣੇ ਹੁੰਦੇ ਆ ਘਰ। ਜੀ ਤੇ ਜੀ। ਮੈਂ ਬਾਥਰੂਮ ਕਰਨ, ਮੈਂ ਵਾਸ਼ਰੂਮ ਗਈ, ਵਾਸ਼ਰੂਮ ਕਰਕੇ ਜਿਵੇਂ ਬਾਹਰ ਨਿਕਲੀ, ਸਰਦੀ ਦੇ ਸਮਾਂ ਚੱਲਦਾ ਸੀ ਔਰ ਸਾਰੇ ਘਰ ਦੇ ਆਪਣੇ ਅੰਦਰ ਬੈਠੇ ਹੋਏ ਸੀ। ਬੂਆ ਜੀ ਹੋਣੀ ਪਾਠ ਕਰਦੇ ਪਏ ਸੀ, ਦਾਦਾ ਜੀ ਆਪਣਾ ਪਾਠ ਕਰਦੇ ਪਏ ਸੀ, ਔਰ ਮੈਂ ਜਿਵੇਂ ਹੀ ਬਾਥਰੂਮ ਚੋਂ ਬਾਹਰ ਨਿਕਲੀ ਤੇ ਮੈਂ ਇੱਕ ਜ਼ਮੀਨ ਤੋਂ ਲੈ ਕੇ ਛੱਤ ਤੱਕ ਲੰਬਾ ਆਦਮੀ ਵੇਖਿਆ। ਉਹਨੇ ਚਿੱਟੇ ਕੱਪੜੇ ਪਾਏ ਹੋਏ ਸੀ, ਧੋਤੀ ਕੁਰਤਾ ਚਾਦਰਾ ਲਿਆ ਆ, ਔਰ ਉਹ ਮੈਨੂੰ ਦਿਖਾਈ ਦਿੱਤਾ ਇੱਕਦਮ। ਔਰ ਜਿਵੇਂ ਮਤਲਬ ਮੈਂ ਪਿੱਛੇ ਮੁੜ ਕੇ ਪਾਣੀ ਸੁੱਟਿਆ ਬਾਥਰੂਮ ਦੇ ਵਿੱਚ, ਔਰ ਜਿਵੇਂ ਮੈਂ ਪਿੱਛੇ ਮੁੜ ਕੇ ਵੇਖਿਆ, ਉਹ ਹਵਾ ਦੀ ਤਰ੍ਹਾਂ ਆਇਆ ਤੇ ਉਹਨੇ ਮੇਰਾ ਗਲਾ ਫੜ ਲਿਆ। ਔਰ ਜਿਵੇਂ ਹੀ ਗਲਾ ਫੜਿਆ ਔਰ ਮੈਂ 3 ਆਵਾਜ਼ਾਂ ਮਾਰੀਆਂ, ਮੰਮੀ ਮੰਮੀ ਮੰਮੀ। ਉਸ ਤੋਂ ਬਾਅਦ ਮੈਂ ਸੁੰਨ ਹੋ ਗਈ। ਮੇਰੇ ਮੰਮੀ ਭੱਜੇ ਆਏ ਕਮਰੇ ਚੋਂ, ਕਹਿੰਦੇ ਵੀ ਕੁੜੀ ਨੂੰ ਪਤਾ ਨਹੀਂ ਕੀ ਹੋਇਆ, ਇਹਨੇ ਚੀਕਾਂ ਮਾਰੀਆਂ। ਔਰ ਜਿਵੇਂ ਮੈਨੂੰ ਅੰਦਰ ਲੈ ਕੇ ਗਏ ਔਰ ਮੇਰੇ ਦਾਦਾ ਜੀ ਪਾਠ ਕਰਦੇ ਪਏ ਸੀ, ਮੈਨੂੰ ਕਹਿੰਦੇ ਕੀ ਹੋਇਆ, ਮੈਂ ਬੋਲ ਹੀ ਨਹੀਂ ਰਹੀ। ਤੀਸਰੀ ਵਾਰ ਜਦੋਂ ਪੁੱਛਿਆ, ਉਹਨਾਂ ਨੇ ਜ਼ੋਰ ਕੀ ਪਿੱਠ ਤੇ ਥਾਪੀ ਮਾਰੀ। ਮੈਨੂੰ ਕਹਿੰਦੇ ਕੀ ਹੋਇਆ ਤੈਨੂੰ? ਮੈਂ ਇੱਕਦਮ ਜ਼ੋਰ ਕੀ ਸਾਹ ਲੈ ਕੇ ਮੈਂ ਉਹਨਾਂ ਨੂੰ ਬੋਲੀ, ਮੈਂ ਕਿਹਾ ਵੀ ਮੈਨੂੰ ਉਸ ਆਦਮੀ ਨੇ ਮਾਰ ਦੇਣਾ। ਮੈਂ ਕਿਹਾ ਉਹਨੇ ਮੇਰਾ ਗਲਾ ਫੜ ਲਿਆ। ਉਹ ਕਹਿੰਦੇ ਕਿਹੜਾ ਆਦਮੀ? ਮੈਂ ਕਿਹਾ ਚਿੱਟੇ ਕੱਪੜਿਆਂ 'ਚ ਮੈਨੂੰ ਦਿਖਿਆ ਸੀ, ਉਹ ਖੜਾ ਸੀਗਾ ਉੱਥੇ ਸਾਡੇ ਮੰਦਿਰ ਦੇ ਮੂਹਰੇ। ਤੇ ਉਹ ਕਹਿੰਦੇ ਵੀ ਤੈਨੂੰ ਬਾਬਾ ਜੀ ਦਿਖਾਈ ਦੇ ਗਏ, ਉਹ ਮੈਨੂੰ ਲੈ ਗਏ ਗੁਰਦੁਆਰੇ। ਔਰ ਹੁਣ ਮੈਂ ਪਾਣੀ ਤੋਂ ਵੀ ਡਰਨ ਲੱਗ ਗਈ। ਪਾਣੀ ਦੇ ਵਿੱਚ ਮੈਨੂੰ ਇਸ਼ਨਾਨ ਕਰਾਉਣ ਲਈ ਲੈ ਕੇ ਜਾਣ ਲੱਗੇ, ਮੈਂ ਉੱਥੇ ਰੋਲਾ ਪਾਉਣ ਲੱਗ ਗਈ। ਮੈਂ ਕਿਹਾ ਵੀ ਮੈਨੂੰ ਇਹਨਾਂ ਨੇ ਡਬੋ ਦੇਣਾ, ਮੈਨੂੰ ਮਾਰ ਦੇਣਾ। ਤੇ ਏਦਾਂ ਦੀਆਂ ਗੱਲਾਂ, ਮਤਲਬ ਇਹੋ ਜਿਹੇ ਖਿਆਲਾਤ ਮੇਰੇ ਅੰਦਰ ਆਉਣ ਲੱਗੇ ਕਿ ਹਰ ਕੋਈ ਮੈਨੂੰ ਮਾਰਨ ਲਈ ਖੜਾ ਹੈ। ਔਰ ਤੁਸੀਂ ਮੰਨੋਗੇ ਨਹੀਂ ਬ੍ਰਦਰ, ਉਸ ਤੋਂ ਬਾਅਦ ਕੀ ਕਹਿੰਦੇ, ਮੈਂ ਮਤਲਬ 8 ਤੋਂ ਲੈ ਕੇ 12 ਸਾਲ ਦੀ ਹੋ ਚੱਲੀ ਹਾਂ। 12 ਸਾਲ, 4 ਸਾਲ ਮੈਂ ਮਤਲਬ ਜ਼ਮੀਨ ਤੇ ਪੈਰ ਨਹੀਂ ਰੱਖਿਆ 5 ਵਜੇ ਤੋਂ ਬਾਅਦ। ਮੇਰੇ ਘਰਦਿਆਂ ਨੇ ਵੀ ਮੈਨੂੰ ਬੜਾ ਬੋਲਿਆ ਵੀ ਤੂੰ ਜਾਂ ਪਾਣੀ ਲੈ ਕੇ ਆ ਬਾਹਰੋਂ, ਜਾਂ ਕੈਂਪਰ ਭਰ ਲਿਆ, ਪਾਣੀ ਦਾ ਡੋਲੂ ਭਰ ਲਿਆ। ਉਹਨਾਂ ਨੇ ਏਦਾਂ ਬਹਾਨੇ ਜਿਹੇ ਨਾਲ ਮੈਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰਨੀ, ਪਰ ਮੈਂ ਕਹਿੰਦੀ ਸੀ ਮੈਨੂੰ ਤੁਸੀਂ ਚਾਹੇ ਕੁੱਟੋ ਚਾਹੇ ਮਾਰੋ, ਮੈਂ ਆਪਣੇ ਜ਼ਮੀਨ ਤੇ ਪੈਰ ਨਹੀਂ ਰੱਖਣਾ ਆਪਣੇ ਬਿਸਤਰੇ ਤੋਂ ਨੀਚੇ, ਮੈਂ ਨਹੀਂ ਜਾਣਾ ਬਾਹਰ। ਔਰ ਫਿਰ ਜਦੋਂ ਮੇਰੇ ਮੰਮੀ ਠੀਕ ਹੋਏ, ਯਿਸੂ ਮਸੀਹ ਨੇ ਉਹਨਾਂ ਦੇ ਜੀਵਨ 'ਚ ਕੰਮ ਕੀਤਾ, ਫਿਰ ਪਾਸਟਰ ਨੂੰ ਇਹ ਗੱਲਾਂ ਮੇਰੀ ਮੰਮੀ ਨੇ ਦੱਸੀਆਂ ਵੀ ਤੁਹਾਡੀ ਕੁੜੀ ਡਰਦੀ ਹੈ। ਔਰ ਪੜ੍ਹਾਈ 'ਚ ਵੀ ਪਹਿਲਾਂ ਬਹੁਤ ਅੱਛੀ ਸੀਗੀ, ਲੇਕਿਨ ਹੁਣ ਏਦਾਂ ਹੈ ਵੀ ਉਹ ਬੇਹੋਸ਼ ਹੋ ਜਾਂਦੀ ਹੈ, ਸਕੂਲ 'ਚ ਜਾਂਦੀ ਹੈ ਤੇ ਕੀ ਕਹਿੰਦੇ ਉਹ ਪੜ੍ਹਨ 'ਚ ਵੀ ਬਿਲਕੁਲ ਜ਼ੀਰੋ ਹੋ ਗਈ ਹੈ। ਤੇ ਕੀ ਕਹਿੰਦੇ ਜਿਵੇਂ ਉਹਨਾਂ ਨੇ ਇਹ ਗੱਲ ਮਤਲਬ ਪਾਸਟਰ ਨੂੰ ਦੱਸੀ, ਪਾਸਟਰ ਨੂੰ ਘਰੇ ਬੁਲਾਇਆ, ਘਰੇ ਸੱਦਿਆ ਤੇ ਉਹਨਾਂ ਨੇ ਪ੍ਰਾਰਥਨਾ ਕਰਨ ਲਈ ਘਰੇ ਆਏ। ਔਰ ਤੁਸੀਂ ਮੰਨੋਗੇ ਬ੍ਰਦਰ, ਜਿਵੇਂ ਉਹ ਘਰੇ ਆਏ ਤੇ ਪਾਸਟਰ ਮੇਰੇ ਸਾਹਮਣੇ ਬੈਠੀ ਹੈ, ਉਹਨੇ ਮੇਰੇ ਤੋਂ ਸੋਸ਼ਲ ਸਟੱਡੀ ਦੇ ਸਵਾਲ ਪੁੱਛੇ ਵੀ ਸਾਡੇ ਪੰਜਾਬ ਰਾਜ 'ਚ ਕਿੰਨੇ ਜ਼ਿਲ੍ਹੇ ਹੈ। ਮੇਰੇ ਡੈਡੀ ਇਸ਼ਾਰਾ ਵੀ ਕਰੀ ਜਾ ਰਹੇ, ਲੇਕਿਨ ਮੈਨੂੰ ਐ ਲੱਗੇ ਵੀ ਪਤਾ ਨਹੀਂ ਇਹ ਕੀ ਪੁੱਛਦੀ ਪਈ ਹੈ, ਇਹਨੇ ਮੈਨੂੰ ਮਾਰ ਦੇਣਾ ਅੱਜ। ਮੇਰੇ ਅੰਦਰ ਇਹੋ ਜਿਹਾ ਡਰ ਆ ਰਿਹਾ ਸੀ ਉਹਨਾਂ ਨੂੰ ਵੇਖ ਕੇ। ਔਰ ਮੈਂ ਉਹਨਾਂ ਨੂੰ ਵੇਖ ਕੇ ਉੱਠ ਕੇ ਆਪਣੇ ਕਮਰੇ, ਉਹਨਾਂ ਦੇ ਕੋਲੋਂ ਭੱਜ ਗਈ। ਆਪਣੀ ਛੱਤ ਵਾਲੇ ਕਮਰੇ 'ਚੋਂ ਬਾਹਰ ਬਣ ਰਿਹਾ ਸੀ ਸਾਡਾ, ਮੈਂ ਉਹਨਾਂ ਕਮਰਿਆਂ 'ਚ ਜਾ ਕੇ ਬਹਿ ਗਈ। ਤੇ ਪਾਪਾ ਨੇ ਉਹਨਾਂ ਤੋਂ ਪ੍ਰਾਰਥਨਾ ਕਰਵਾਈ, ਫਿਰ ਉੱਪਰ ਲੈ ਕੇ ਗਏ। ਉਹਨਾਂ ਨੇ, ਪਾਸਟਰ ਨੇ ਪ੍ਰਾਰਥਨਾ ਕੀਤੀ ਘੁੰਮ ਕੇ ਸਾਰੇ ਘਰ ਦੇ ਵਿੱਚ। ਜਿਵੇਂ ਉਹ ਛੱਤ ਤੇ ਲੈ ਕੇ ਆਏ, ਮੈਂ ਨੀਚੇ ਆ ਗਈ ਉਹਨਾਂ ਤੋਂ ਡਰਦੇ ਮਾਰੇ। ਜਿਵੇਂ ਨੀਚੇ ਆਈ ਤੇ ਫਿਰ ਉਹ ਪਾਸਟਰ ਨੇ ਪ੍ਰੇਅਰ ਕੀਤੀ, ਖਾਣਾ ਖਵਾਇਆ ਉਹਨਾਂ ਨੂੰ।
ਖਾਣਾ ਖਵਾ ਕੇ ਜਦੋਂ ਜਾਣ ਲੱਗੇ ਪ੍ਰਾਰਥਨਾ ਕਰਕੇ, ਤੇ ਉਹ ਕਹਿੰਦੇ ਵੀ ਆਪਣੀ ਵੱਡੀ ਕੁੜੀ ਨੂੰ ਬੁਲਾਓ। ਜਿਵੇਂ ਹੀ ਉਹਨਾਂ ਨੇ ਮੈਨੂੰ ਸੱਦਿਆ ਔਰ ਮੇਰੇ ਲਈ ਪ੍ਰਾਰਥਨਾ ਕੀਤੀ ਉਹਨਾਂ ਨੇ, ਔਰ ਮੈਂ ਜ਼ਮੀਨ ਤੇ ਇੱਕਦਮ ਗਿਰ ਗਈ। ਔਰ ਮੈਨੇ ਆਪਣੇ ਇਸ ਜਗ੍ਹਾ ਦੇ ਉੱਤੋਂ ਮੈਂ ਦੇਖਿਆ ਵੀ ਕੋਈ ਐਸੇ ਕਾਲਾ ਧੂੰਆਂ ਉੱਪਰ ਉੱਡ ਗਿਆ। ਔਰ ਜਿਵੇਂ ਹੀ ਭਾਜੀ ਉਹ ਕਾਲਾ ਧੂੰਆਂ ਉੱਪਰ ਉੱਡਿਆ, ਉਸ ਤੋਂ ਬਾਅਦ ਸੱਚ ਕਹਿ ਰਹੀ ਹਾਂ, ਉਸੇ ਹੀ ਘੜੀ ਮੇਰੇ ਅੰਦਰੋਂ ਜਿਹੜਾ 4 ਸਾਲਾਂ 'ਚ ਡਰ ਕਦੀ ਖਤਮ ਨਹੀਂ ਹੋਇਆ ਸੀ, ਉਹ ਡਰ ਖਤਮ ਹੋ ਗਿਆ। ਇੱਕ ਅੰਦਰੋਂ ਇੱਕ ਤਾਕਤ ਮਹਿਸੂਸ ਹੋਣ ਲੱਗੀ ਵੀ ਮੈਂ ਵਾਕਈ 'ਚ ਮੇਰੇ ਅੰਦਰ ਕੁਝ ਆ ਗਿਆ ਹੈ, ਖੁਸ਼ੀ। ਔਰ ਉਸ ਤੋਂ ਬਾਅਦ ਕੀ ਕਹਿੰਦੇ, ਪਾਸਟਰ ਨੇ ਮੇਰੇ ਸਿਰ ਤੇ ਹੱਥ ਰੱਖਿਆ ਔਰ ਮੈਨੂੰ ਕਹਿੰਦੇ ਵੀ ਪੁੱਤ, ਪਰਮੇਸ਼ਵਰ ਤੈਨੂੰ ਪਿਆਰ ਕਰਦਾ ਹੈ ਔਰ ਤੂੰ ਪਰਮੇਸ਼ਵਰ ਦੇ ਭਵਨ 'ਚ ਆਇਆ ਕਰ। ਉਹ ਸ਼ਬਦ ਮੈਨੂੰ ਐਵੇਂ ਲੱਗੇ ਜਿਵੇਂ ਸੱਚਮੁੱਚ ਮੇਰੇ ਨਾਲ ਯਿਸੂ ਗੱਲ ਕਰ ਰਿਹਾ ਹੈ। ਔਰ ਸੱਚ ਕਹਿ ਰਹੀ ਹਾਂ, ਉਸ ਦਿਨ ਤੋਂ ਲੈ ਕੇ ਹੁਣ ਤੱਕ ਪ੍ਰਭੂ ਦੇ ਭਵਨ ਦੇ ਵਿੱਚ ਲਗਾਤਾਰ ਜਾਂਦੀ ਰਹੀ ਔਰ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ। ਖੁਸ਼ੀ ਹੈ, ਪਰਮੇਸ਼ਵਰ ਦੇ ਨਾਲ ਆਨੰਦ ਹੈ, ਉਹਦਾ ਧੰਨਵਾਦ ਕਰਦੀ ਹਾਂ। ਔਰ ਚਰਚ ਤੁਸੀਂ ਦੇ ਆਪ ਨਾਲ ਜੁੜ ਗਏ। ਤੁਸੀਂ ਆਪ ਵੀ ਤੁਸੀਂ ਇਕੱਲੇ ਆਏ ਹੋ ਪਰਮੇਸ਼ਰ ਦੇ ਵਿੱਚ, ਜਾਂ ਤੁਹਾਡਾ ਪਰਿਵਾਰ ਹੋਰ ਵੀ ਤੁਹਾਡੇ ਨਾਲ ਆਇਆ? जी, मेरे मम्मी पापा, मैं और मेरे चाचा चाची, मेरे बुआ जी होनी भी, मतलब एक बुआ जी सी, ਉਹ ਵੀ ਪਰਮੇਸ਼ਵਰ ਨੂੰ ਮੰਨਦੇ ਸੀ। ਤੇ ਅਸੀਂ ਸਾਰੇ ਪਰਮੇਸ਼ਵਰ ਦੇ ਨਾਮ ਨੂੰ ਮੰਨਣ ਲੱਗ ਗਏ। ਕੁਝ ਪਰਿਵਾਰ ਦੇ ਲੋਕ ਹਲੇ ਵੀ ਪਰਮੇਸ਼ਵਰ ਨੂੰ ਨਹੀਂ ਮੰਨਦੇ, ਬਟ ਸਾਡੀਆਂ ਜ਼ਿੰਦਗੀਆਂ 'ਚ ਪ੍ਰਭੂ ਨੇ ਕੰਮ ਕੀਤਾ। ਅਸੀਂ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਉਹਨਾਂ ਦੇ ਲਈ ਵੀ ਉਹ ਸਮਾਂ ਲਿਆਏਗਾ ਜਦੋਂ ਉਹ ਪਰਮੇਸ਼ਵਰ ਦੀ ਸੱਚਾਈ ਨੂੰ ਜਾਣਨਗੇ। ਤੇ ਬਿਲਕੁਲ ਬਿਲकुल। ਮੈਂ ਥੋੜਾ ਜਿਹਾ ਹੋਰ ਦੱਸਣਾ ਚਾਹੁੰਦੀ ਹਾਂ ਆਪਣੇ ਬਾਰੇ। ਮੇਰੇ ਜੀਵਨ ਦੇ ਵਿੱਚ ਜਦੋਂ ਪਰਮੇਸ਼ਵਰ ਦੇ ਭਵਨ 'ਚ ਮੈਂ ਜਾਣੀ ਸ਼ੁਰੂ ਹੋ ਗਈ, ਮੇਰੇ ਘਰ ਦੇ ਵਿੱਚ 20 ਮੈਂਬਰ ਸੀ, ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਸੀ ਇੱਕ ਜਗ੍ਹਾ ਤੇ। ਉਹ ਸਾਰੇ ਜਣੇ ਖੜੇ ਹੋ ਗਏ, ਕਹਿੰਦੇ ਅਸੀਂ ਨਹੀਂ ਜਾਣ ਦੇਣਾ ਤੈਨੂੰ ਚਰਚ, ਤੂੰ ਕਿਹੜੇ ਰਸਤੇ ਚੱਲ ਪਈ। ਮੇਰੇ ਨਾਲ ਬਹੁਤ ਉਹਨਾਂ ਨੇ ਵਿਰੋਧਤਾ ਕੀਤੀ, ਮੇਰੇ ਡੈਡੀ ਨੂੰ ਵੀ ਭੜਕਾ ਦਿੱਤਾ ਵੀ ਤੂੰ ਕਿੱਥੇ ਇਹਨੂੰ ਲਾਤਾ, ਕਿਹੜੇ ਦੂਜੇ ਧਰਮ 'ਚ ਪਾ ਦਿੱਤਾ। ਤੇ ਕੀ ਕਹਿੰਦੇ, ਪਾਪਾ ਵੀ ਉਹਨਾਂ ਦੇ ਨਾਲ ਹੋ ਗਏ ਸੀ। ਔਰ ਮੇਰੀ ਮੰਮੀ ਸੀ, ਮੇਰੀ ਮੰਮੀ ਵਿਸ਼ਵਾਸ ਕਰਦੀ ਸੀ ਪ੍ਰਭੂ ਯਿਸੂ ਮਸੀਹ ਤੇ। ਮੇਰੀ ਮੰਮੀ ਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦੀ ਬੇਟੇ ਤੂੰ ਪ੍ਰਾਰਥਨਾ ਕਰਨਾ, ਆਪਾਂ ਲੜਨਾ ਨਹੀਂ ਕਿਸੇ ਨਾਲ, ਤੂੰ ਆਪਣਾ ਪਰਮੇਸ਼ਵਰ ਸਾਡੀ ਸੁਣਦਾ ਆ, ਤੂੰ ਪ੍ਰਭੂ ਅੱਗੇ ਪ੍ਰਾਰਥਨਾ ਕਰ ਔਰ ਪਰਮੇਸ਼ਵਰ ਕੀ ਕਰੇਗਾ, ਇਹਨਾਂ ਦੇ ਮਨਾਂ ਨੂੰ ਹਲੀਮ ਕਰੇਗਾ। ਔਰ ਬ੍ਰਦਰ ਤੁਸੀਂ ਮੰਨੋਗੇ ਇਸ ਚੀਜ਼ ਨੂੰ ਕਿ ਪਰਮੇਸ਼ਵਰ ਨੇ ਮੈਨੂੰ ਬਲ ਦਿੱਤਾ। ਮੈਂ ਆਪਣੇ ਕਮਰੇ ਨੂੰ ਬੰਦ ਕਰ ਲਿਆ, ਪ੍ਰਾਰਥਨਾ ਕਰਨੀ ਸ਼ੁਰੂ ਕਰਤੀ ਗੋਡਿਆਂ ਦੇ ਉੱਤੇ ਆ ਕੇ। ਪ੍ਰਭੂ ਨੂੰ ਇੱਕੋ ਹੀ ਗੱਲ ਕਹਿੰਦੀ ਸੀ ਵੀ ਪ੍ਰਭੂ, ਜਦੋਂ ਮੈਂ ਤੈਨੂੰ ਪਿਆਰ ਨਹੀਂ ਕਰਦੀ ਸੀ ਉਦੋਂ ਤੂੰ ਮੈਨੂੰ ਆਪਣੇ ਵੱਲ ਖਿੱਚਿਆ, ਹੁਣ ਮੈਂ ਤੈਨੂੰ ਪਿਆਰ ਕਰਦੀ ਹਾਂ, ਹੁਣ ਇਹ ਲੋਕ ਮੈਨੂੰ ਤੇਰੇ ਕੋਲ ਨਹੀਂ ਆਉਣ ਦਿੰਦੇ, ਹੁਣ ਤੂੰ ਇਹਨਾਂ ਦੇ ਮਨਾਂ ਨੂੰ ਹਲੀਮ ਕਰਕੇ ਮੈਨੂੰ ਆਪ ਚਰਚ ਦੇ ਵਿੱਚ ਭੇਜਣ। ਔਰ ਕੀ ਕਹਿੰਦੇ, ਮੈਨੂੰ 6 ਦਿਨ ਹੋ ਗਏ ਸੀ ਪ੍ਰਾਰਥਨਾ 'ਚ। ਮੈਂ ਤੇ ਮੰਮੀ ਐਵੇਂ ਹੀ ਪ੍ਰਾਰਥਨਾ ਕਰਦੇ ਸੀ, ਘਰ ਦੇ ਕੰਮ ਕੁਮ ਕਰਕੇ ਮੰਮੀ ਫਿਰ ਮੇਰੇ ਕੋਲ ਆ ਜਾਂਦੀ ਸੀ, ਅਸੀਂ ਪ੍ਰਾਰਥਨਾ ਕਰਦੇ ਰਹੇ। ਔਰ ਜਿਵੇਂ ਹੀ ਸੰਡੇ ਦਾ ਦਿਨ ਆਇਆ, 9:45 ਵੱਜ ਗਏ, ਮੈਂ ਪ੍ਰਾਰਥਨਾ ਕਰ ਰਹੀ ਹਾਂ ਵੀ ਪ੍ਰਭੂ ਅੱਜ ਚਰਚ ਦੇ ਵਿੱਚ ਸਾਰੇ ਜਣੇ ਹੋਣਗੇ ਔਰ ਮੈਂ ਗਵਾਹੀ ਦੇਣਾ ਚਾਹੁੰਦੀ ਹਾਂ ਉੱਥੇ ਜਾ ਕੇ। ਮੈਂ ਇਸ ਤਰ੍ਹਾਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰ ਰਹੀ ਹਾਂ। ਤੇ 10 ਵਜਣ 'ਚ 10 ਮਿੰਟ ਰਹਿ ਗਏ ਸੀ, ਮੇਰੇ ਪਾਪਾ ਆਏ ਮੇਰੇ ਕਮਰੇ ਦੇ ਵਿੱਚ ਆ ਕੇ ਮੈਨੂੰ ਕਹਿੰਦੇ ਚੱਲ ਓਏ ਆਪਣੇ ਚਰਚ ਦੇ ਵਿੱਚ ਜਾ, ਤੇਰੀ ਬੰਦਗੀ ਦਾ ਟਾਈਮ ਹੋ ਗਿਆ। ਔਰ ਮੈਂ ਐਸੀ ਟਪੂਸੀਆਂ ਮਾਰ ਕੇ ਉੱਠੀ, ਮੈਂ ਫਟਾਫਟ ਤਿਆਰ ਹੋਈ, ਤਿਆਰ ਹੋ ਕੇ ਆਪਣਾ ਸਾਈਕਲ ਚੱਕਿਆ ਔਰ ਚਰਚ 'ਚ ਭੱਜ ਗਈ। ਔਰ ਉੱਥੇ ਜਾ ਕੇ ਮੈਂ ਰੋ ਰੋ ਕੇ ਪਰਮੇਸ਼ਵਰ ਦੀ ਮਹਿਮਾ ਦੱਸੀ ਲੋਕਾਂ ਨੂੰ ਕਿ ਪ੍ਰਭੂ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿੱਦਾਂ ਮਹਾਨ ਕੰਮ ਕੀਤਾ। ਕਿਉਂਕਿ ਸਾਡਾ ਚਰਚ ਜਿਹੜਾ ਸੀ ਉਹ ਰੋਜ਼ ਲੱਗਦਾ ਸੀ, 4 ਤੋਂ 6 ਵਜੇ ਰੋਜ਼ ਸ਼ਾਮੀ ਬੰਦਗੀ ਹੁੰਦੀ ਸੀ। ਤੇ ਉਹ ਬੰਦਗੀ ਮੈਂ ਇੱਕ ਹਫ਼ਤੇ ਤੋਂ ਅਟੈਂਡ ਨਹੀਂ ਕਰ ਪਾ ਰਹੀ ਸੀ, ਲੇਕਿਨ ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ ਉਸ ਦਿਨ ਤੋਂ ਬਾਅਦ ਕਦੀ ਕਿਸੇ ਨੇ ਮੈਨੂੰ ਨਹੀਂ ਰੋਕਿਆ। ਮੇਰੇ ਘਰ ਦੇ ਵਿੱਚ ਮੇਰੇ ਚਾਚਾ ਜੀ ਸੀ, ਉਹ ਮੈਨੂੰ ਕਹਿੰਦੇ ਵੀ ਲੈ ਤੂੰ ਹੋਰ ਧਰਮਾਂ ਦੇ ਵਿੱਚ ਚਲੀ ਗਈ, ਸਾਡੇ ਬਾਬੇ ਕੁਛ ਨਹੀਂ ਕਰਦੇ, ਸਾਡੇ ਰੱਬ 'ਚ ਤਾਕਤ ਨਹੀਂ। ਮੈਂ ਕਿਹਾ ਮੈਂ ਇਹ ਨਹੀਂ ਕਹਿੰਦੀ ਵੀ ਤੁਹਾਡੇ ਰੱਬ 'ਚ ਤਾਕਤ ਨਹੀਂ ਹੈ ਜਾਂ ਉਹ ਕੁਛ ਨਹੀਂ ਹੈ, ਮੈਂ ਇਹ ਜ਼ਰੂਰ ਕਹਿੰਦੀ ਹਾਂ ਵੀ ਮੇਰਾ ਪਰਮੇਸ਼ਵਰ ਜਿਹੜਾ ਮੈਂ ਉਹਨੂੰ ਸੱਚਾਈ ਨੂੰ ਜਾਣ ਲਿਆ, ਹੁਣ ਮੈਂ ਉਹਨੂੰ ਮੰਨਾਂਗੀ। ਤੇ ਮੇਰੇ ਚਾਚਾ ਜੀ ਕਹਿੰਦੇ ਤੇਰਾ 4 ਦਿਨ ਦਾ ਕਹਿੰਦੇ ਖੇਡ ਹੈ, ਦੇਖੀ ਫਿਰ ਤੂੰ ਆਪਦੇ ਇੱਧਰ ਵਾਪਸ ਆ ਜਾਏਗੀ ਧਰਮ 'ਚ। ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਦੇਖੋ ਮੇਰੇ ਚਾਚਾ ਜੀ, ਪਰਮੇਸ਼ਵਰ ਦੇ ਵਚਨ 'ਚ ਲਿਖਿਆ ਸੱਚਾਈ ਨੂੰ ਜਾਣ ਤੇ ਉਹ ਤੈਨੂੰ ਆਜ਼ਾਦ ਕਰੇਗੀ। ਮੈਂ ਕਿਹਾ ਮੈਂ ਹੁਣ ਸੱਚਾਈ ਨੂੰ ਪਾ ਲਿਆ, ਹੁਣ ਮੈਂ ਨਹੀਂ ਆਉਂਦੀ, ਹੁਣ ਮੇਰੇ ਪਰਮੇਸ਼ਵਰ ਦੇ ਕੋਲ ਤੁਸੀਂ ਆਓਗੇ। ਜਦੋਂ ਉਹਨਾਂ ਨੂੰ ਮੈਂ ਇਹ ਗੱਲ ਕਹੀ ਤੇ ਉਹਨਾਂ ਨੇ ਮੇਰੇ ਨਾਲ ਬਹਿਸ ਕਰਨੀ ਸ਼ੁਰੂ ਕਰਤੀ। ਔਰ ਮੈਂ ਉਸ ਬਹਿਸ ਤੋਂ ਮੈਂ ਕਿਹਾ ਨਹੀਂ ਪਰਮੇਸ਼ਵਰ, ਵੀ ਮੈਂ ਪ੍ਰਾਰਥਨਾ ਕਰਾਂਗੀ ਪ੍ਰਭੂ ਤੂੰ ਇਹਨਾਂ ਦੀ ਜ਼ਿੰਦਗੀ 'ਚ ਆਪ ਕੰਮ ਕਰ। ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕਰਤੀ ਉਹਨਾਂ ਦੇ ਲਈ, ਔਰ ਚਰਚ 'ਚ ਲਗਾਤਾਰ ਮੈਂ ਜਾਂਦੀ ਰਹੀ। ਜਿਵੇਂ ਜਿਵੇਂ ਮੈਨੂੰ ਪਰਮੇਸ਼ਵਰ ਦੇ ਸੇਵਕ ਦੱਸਦੇ ਰਹੇ ਵੀ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ, ਇਵੇਂ ਵਚਨ ਪੜ੍ਹਨਾ ਆ, ਰੋਜ਼ ਪ੍ਰਾਰਥਨਾ ਕਰਨੀ ਹੈ ਉੱਠ ਕੇ। ਔਰ ਮੇਰੇ ਅੰਦਰ ਉਹੀ ਪਰਮੇਸ਼ਵਰ ਦੇ ਲਈ ਤਲਬ ਪੈਦਾ ਹੋ ਗਈ, ਇੱਕ ਤੜਪਣ ਪੈਦਾ ਹੋ ਗਈ ਵੀ ਮੈਂ ਆਪਣੇ ਪਰਮੇਸ਼ਵਰ ਨੂੰ ਜਾਣਨਾ ਹੈ। ਔਰ ਜਦੋਂ ਮੈਂ ਇਸ ਤਰੀਕੇ ਨਾਲ ਮੈਂ ਪ੍ਰਾਰਥਨਾ ਕਰਨ ਲੱਗ ਗਈ ਤੇ
ਮੈਨੂੰ ਪਰਮੇਸ਼ਵਰ ਨੇ ਇੱਕ ਦਿਨ ਸੁਪਨਾ ਦਿੱਤਾ। ਮੈਨੂੰ ਪਰਮੇਸ਼ਵਰ ਸੁਪਨਿਆਂ ਨਾਲ ਗੱਲ ਕਰਨ ਲੱਗ ਗਿਆ ਮੇਰੇ ਨਾਲ, ਔਰ ਮੈਂ ਪ੍ਰਾਰਥਨਾ ਕਰ ਰਹੀ ਸੀ। ਪ੍ਰਾਰਥਨਾ ਕਰਦੇ ਕਰਦੇ ਪ੍ਰਭੂ ਨੇ ਮੈਨੂੰ ਸੁਪਨਾ ਵਿਖਾਇਆ ਵੀ ਮੇਰਾ ਜਿਹੜਾ ਚਾਚਾ ਜੀ ਹੈ, ਚਾਚਾ ਜੀ ਦੇ ਦੋ ਬੇਟੇ ਖੇਡ ਰਹੇ ਆ ਦੋਨੋਂ। ਵੱਡੇ ਮੁੰਡੇ ਨੇ ਛੋਟੇ ਮੁੰਡੇ ਦੀ ਬਾਹ ਹਿਲਾ ਦਿੱਤੀ ਜਾਂ ਬਾਹ ਉਹਦੀ ਤੋੜ ਦਿੱਤੀ, ਮੈਂ ਸੁਪਨੇ 'ਚ ਵੇਖਿਆ। ਤੇ ਮੇਰਾ ਚਾਚਾ ਰੋ ਰਿਹਾ ਹੈ, ਔਰ ਰੋਂਦੇ ਰੋਂਦੇ ਉਹਦੇ ਕੋਲ ਕੋਈ ਪੈਸਾ ਨਹੀਂ ਹੈ। ਉਹ ਇੱਕੋ ਹੀ ਗੱਲ ਕਹਿ ਰਿਹਾ ਚਰਚ ਦੇ ਅੰਦਰ ਜਾ ਕੇ ਵੀ ਕਿੱਥੇ ਹੈ ਤੂੰ ਏਲੀਆ ਦੇ ਪਰਮੇਸ਼ਵਰ। ਔਰ ਜਿਵੇਂ ਉਹ ਰੋਂਦਾ ਹੋਇਆ ਇਹ ਗੱਲ ਕਹਿੰਦਾ ਹੈ, ਤੇ ਮੇਰੇ ਪਰਮੇਸ਼ਵਰ ਦੀ ਆਤਮਾ ਉਹਨਾਂ ਦੇ ਉੱਤੇ ਉਤਰਦੀ ਹੈ ਔਰ ਉਹ ਤੌਬਾ ਕਰਦੇ ਆ। ਮੈਂ ਸੁਪਨੇ 'ਚ ਵੇਖਿਆ। ਔਰ ਉਸ ਤੋਂ ਬਾਅਦ ਕੀ ਕਹਿੰਦੇ ਮੈਂ ਪ੍ਰਾਰਥਨਾ ਕਰਦੀ ਰਹੀ। ਮੈਂ ਕਿਹਾ ਪ੍ਰਭੂ ਇਹਦਾ ਮਤਲਬ ਤੂੰ ਮੇਰੇ ਚਾਚੇ ਦੀ ਜ਼ਿੰਦਗੀ 'ਚ ਕੰਮ ਕਰਨ ਜਾ ਰਿਹਾ। ਮੈਂ ਜਦੋਂ ਲਗਾਤਾਰ ਇਸ ਤਰ੍ਹਾਂ ਪ੍ਰਾਰਥਨਾ ਕਰਦੀ ਰਹੀ, ਔਰ ਫਿਰ ਮੈਂ ਆਪਣੇ ਲਈ ਵੀ ਮੈਂ ਕਿਹਾ ਪ੍ਰਭੂ ਵੀ ਮੈਨੂੰ ਵੀ ਪਵਿੱਤਰ ਆਤਮਾ ਦਾ ਦਾਨ ਦੇ। ਮੈਨੂੰ ਪ੍ਰਾਰਥਨਾ ਕਰਨੀ ਹੈ, ਮੈਨੂੰ ਵੀ ਪਵਿੱਤਰ ਆਤਮਾ ਚਾਹੀਦੀ ਹੈ। ਮੈਂ ਵੀ ਤੇਰੇ ਉਸ ਅਭਿਸ਼ੇਕ ਨੂੰ ਪਾਉਣਾ ਚਾਹਨੀ ਹਾਂ। ਮੈਂ ਵਰਤ ਰੱਖੇ। ਪਰਮੇਸ਼ਵਰ ਨੇ ਮੇਰੇ ਮਨ ਨੂੰ ਉਭਾਰਿਆ ਕਿ ਤੂੰ ਵਰਤ ਰੱਖ। ਮੈਂ 40 ਦਿਨ ਦੇ ਰੋਜ਼ੇ ਰੱਖੇ। ਜਿਵੇਂ ਮੈਂ ਪਹਿਲਾ ਰੋਜ਼ਾ ਰੱਖਿਆ, ਪਹਿਲੇ ਰੋਜ਼ੇ ਦੇ ਅੰਦਰ ਮੇਰੇ ਨਾਲ ਕੀ ਹੋਇਆ, ਮੈਂ ਚਰਚ ਗਈ। ਚਰਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਰੋਜ਼ਿਆਂ 'ਚ ਪ੍ਰਾਰਥਨਾ ਹੁੰਦੀ ਸੀ। ਮੇਰੇ ਪਾਸਟਰ ਨੇ ਮੈਨੂੰ ਕਿਹਾ, ਕਹਿੰਦੇ ਵੀ ਬੇਟੇ ਮੈਂ ਆਪਣੇ ਘਰ ਦਾ ਕੰਮ ਕਰਕੇ ਆਉਣੀ ਆ, ਤੂੰ ਚਰਚ ਦੇ ਅੰਦਰ ਜਾ ਔਰ ਪ੍ਰਾਰਥਨਾ ਕਰ। ਮੈਨੂੰ ਪ੍ਰਾਰਥਨਾ ਤਾਂ ਆਉਂਦੀ ਨਹੀਂ ਸੀ, ਸਿਰਫ ਇੱਕੋ ਹੀ ਗੱਲ ਆਉਂਦੀ ਸੀ, ਯਿਸੂ ਤੇਰਾ ਧੰਨਵਾਦ, ਯਿਸੂ ਤੇਰੇ ਲਹੂ ਦੀ ਜੈ। ਮੈਂ ਉਵੇਂ ਹੀ ਚਰਚ ਦੇ ਅੰਦਰ ਜਾ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਔਰ ਦੀਵਾਰ ਦੇ ਨਾਲ ਮੈਂ ਜੁੜ ਕੇ ਬੈਠ ਗਈ। ਔਰ ਤੁਸੀਂ ਮੰਨੋਗੇ ਨਹੀਂ ਬ੍ਰਦਰ, ਜਿਵੇਂ ਹੀ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਔਰ ਮੇਰੇ ਅੰਦਰੋਂ ਕੀ ਹੋਇਆ, ਮੈਨੂੰ ਇਸ ਤਰ੍ਹਾਂ ਦੀਵਾਰ ਦੇ ਨਾਲ ਬੈਠੀ ਨੂੰ ਲੱਗਿਆ ਵੀ ਇੱਕ ਮੇਰੀ ਬਾਡੀ ਦੇ ਅੰਦਰੋਂ ਬੰਬ ਬਲਾਸਟ ਹੋਇਆ, ਔਰ ਮੇਰੇ ਛੋਟੇ ਛੋਟੇ ਸਰੀਰ ਦੇ ਟੁਕੜੇ ਐ ਬਿਖਰੇ ਪਏ ਆ ਜ਼ਮੀਨ ਤੇ, ਔਰ ਜਿੰਨੀਆਂ ਭੂਤਾਂ ਪ੍ਰੇਤਾਂ ਮੇਰੇ ਅੰਦਰ ਸੀਗੀਆਂ ਉਹ ਸਾਰੀਆਂ ਉੱਪਰ ਨੂੰ ਉੱਡਦੀਆਂ ਜਾ ਰਹੀਆਂ। ਮੈਂ ਵੇਖਿਆ, ਔਰ ਥੋੜੀ ਦੇਰ ਬਾਅਦ ਮੈਂ ਵੇਖ ਰਹੀ ਹਾਂ ਸਾਈਡ ਤੇ ਖੜੀ ਹੋਈ ਵੀ ਮੇਰਾ ਸਰੀਰ ਇੱਕ ਇੱਕ ਟੁਕੜਾ ਜੁੜਦਾ ਜਾ ਰਿਹਾ, ਔਰ ਜਿਵੇਂ ਹੀ ਉਹ ਜੁੜ ਗਈ ਮੈਂ ਪੂਰੀ, ਔਰ ਮੈਂ ਹੋਸ਼ 'ਚ ਆਈ, ਔਰ ਮੈਂ ਬਾਹਰ ਚਰਚ ਚੋਂ ਭੱਜ ਗਈ ਡਰ ਕੇ। ਮੈਂ ਬਾਹਰ ਗਈ ਔਰ ਮੈਂ ਪਾਸਟਰ ਨੂੰ ਕਿਹਾ ਮੈਂ ਨਹੀਂ ਜਾਂਦੀ ਅੰਦਰ। ਮੈਂ ਕਿਹਾ ਮੇਰੇ ਨਾਲ ਏਦਾਂ ਹੋ ਗਿਆ। ਉਹ ਕਹਿੰਦੇ ਪਰਮੇਸ਼ਵਰ ਨੇ ਤੈਨੂੰ ਛੁਟਕਾਰਾ ਦਿੱਤਾ, ਘਬਰਾ ਨਾ, ਵੀ ਯਿਸੂ ਮਸੀਹ ਹੁਣ ਤੇਰੀ ਜ਼ਿੰਦਗੀ 'ਚ ਆਉਣਾ ਚਾਹੁੰਦਾ। ਜਦੋਂ ਪਰਮੇਸ਼ਵਰ ਆਉਂਦਾ ਤਾਂ ਪਹਿਲਾਂ ਸਾਰੀ ਗੰਦਗੀ ਸਾਫ਼ ਕਰਦਾ ਅੰਦਰੋਂ, ਤੇ ਤੂੰ ਘਬਰਾ ਨਾ, ਤੂੰ ਅੰਦਰ ਜਾ, ਦੁਬਾਰਾ ਪ੍ਰਾਰਥਨਾ ਕਰ। ਹੁਣ ਤੂੰ ਇੱਕੋ ਹੀ ਗੱਲ ਕਹਿਣੀ ਹੈ, ਯਿਸੂ ਤੇਰੇ ਲਹੂ ਦੀ ਜੈ, ਯਿਸੂ ਮੈਨੂੰ ਆਪਣੀ ਬੇਟੀ ਬਣਾ। ਮੈਂ ਅੰਦਰ ਗਈ। ਮੈਂ ਅੰਦਰ ਜਾ ਕੇ ਡਰਦੀ ਡਰਦੀ ਪਹੁੰਚ ਹੀ ਗਈ ਫੇਰ ਦੁਬਾਰਾ ਅੰਦਰ। ਜਦੋਂ ਅੰਦਰ ਜਾ ਕੇ ਮੈਂ ਪ੍ਰਾਰਥਨਾ ਕਰਨ ਲੱਗੀ, ਔਰ ਜਿਵੇਂ ਜਿਵੇਂ ਮੈਂ ਪ੍ਰਾਰਥਨਾ ਕਰ ਰਹੀ ਸੀ, ਤੇ ਤਿਵੇਂ ਤਿਵੇਂ ਮਤਲਬ ਮੈਨੂੰ ਐ ਲੱਗ ਰਿਹਾ ਸੀਗਾ ਕਿ ਮੈਂ ਧਰਤੀ ਹਿਲਦੀ ਪਈ ਹੈ, ਆਸੇ ਪਾਸੇ ਮਤਲਬ ਮੇਰੇ ਚੀਜ਼ਾਂ ਹਿਲ ਰਹੀਆਂ। ਮੈਂ ਥੋੜੀ ਦੇਰ ਬਾਅਦ ਅੱਖਾਂ ਖੋਲ ਦਿੰਦੀ ਸੀ, ਔਰ ਮੇਰੇ ਨਾਲ ਏਦਾਂ ਹੁੰਦਾ ਸੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਮੇਰੇ ਨਾਲ ਕਿ ਮੈਂ ਦੇਖਦੀ ਹੁੰਦੀ ਸੀ ਬੈਠੀ ਬੈਠੀ ਆਪਣੇ ਆਪ ਨੂੰ, ਮੈਂ ਆਪਣੇ ਬਾਹਾਂ ਦੇ ਉੱਤੇ ਕੀ ਕਹਿੰਦੇ ਮੋੜ ਲੈਂਦੀ ਹੁੰਦੀ ਸੀ, ਆਪਣੇ ਗਲੇ ਨੂੰ ਦਬਾ ਲੈਂਦੀ ਹੁੰਦੀ ਸੀ। ਜਿਵੇਂ ਇਸ ਤਰ੍ਹਾਂ ਹੁਣ ਮੈਂ ਚੁੰਨੀ ਪਾਈ ਹੈ, ਮੈਨੂੰ ਨਹੀਂ ਪਤਾ ਕਦੋਂ ਮੈਂ ਇਸ ਦੇ ਨਾਲ ਫਾਂਸੀ ਲੈ ਲੈਂਦੀ ਸੀ, ਔਰ ਬਹੁਤ ਸਾਰੇ ਜਣੇ ਆ ਇਹ ਕੇ ਕਦੋਂ ਤੋਂ ਹੁੰਦਾ ਸੀ ਤੁਹਾਨੂੰ? ਇਹ ਪ੍ਰਭੂ ਤੋਂ ਆਉਣ ਤੋਂ ਪਹਿਲਾਂ ਹੁੰਦਾ ਸੀ? ਤਾਂ ਇਹ ਪ੍ਰਭੂ ਤੋਂ ਆਉਣ ਤੋਂ ਪਹਿਲਾਂ ਹੁੰਦਾ ਸੀ ਭਾਜੀ ਦੇ ਨਾਲ। ਔਰ ਉਦੋਂ ਤੋਂ ਹੀ ਮੈਨੂੰ ਡਰ ਲੱਗਣਾ ਸ਼ੁਰੂ ਹੋਇਆ ਸੀ। ਜਿਵੇਂ ਹੀ ਸੂਰਜ ਗ੍ਰਹਿਣ ਜਾਂ ਚੰਦਰਮਾ ਗ੍ਰਹਿਣ ਲੱਗਦਾ ਸੀ ਤਾਂ ਮੈਂ ਚੀਕਾਂ ਮਾਰਨ ਲੱਗ ਜਾਂਦੀ ਸੀ ਵੀ ਮੈਨੂੰ ਵੀ ਮਾਰ ਦੇਣਾ ਇਹਨਾਂ ਨੇ। ਮੈਂ ਤੁਹਾਨੂੰ ਦੱਸ ਕੇ ਵੀ ਹਟੀ ਹਾਂ। ਤੇ ਇਸ ਤਰ੍ਹਾਂ ਹੀ ਮੇਰੇ ਮਤਲਬ ਹੌਲੀ ਹੌਲੀ ਕਰਕੇ ਇਹ ਸਾਰੀਆਂ ਚੀਜ਼ਾਂ ਵਧਣ ਲੱਗ ਗਈਆਂ ਮੇਰੇ ਜੀਵਨ 'ਚ। ਮੈਂ ਫਾਂਸੀ ਲੈ ਲੈਣੀ, ਕਦੀ ਕੀ ਕਹਿੰਦੇ ਬੇਹੋਸ਼ ਹੋ ਜਾਣਾ, ਔਰ ਕਈ ਵਾਰੀ ਤਾਂ ਏਦਾਂ ਹੁੰਦਾ ਸੀ ਮੇਰੇ ਪੇਪਰ ਹੁੰਦੇ ਸੀ, ਔਰ ਪੇਪਰਾਂ ਦੇ ਵਿੱਚ ਕੀ ਕਹਿੰਦੇ ਮੈਂ ਪੇਪਰ ਦੇ ਸਕੂਲ ਜਾਂਦੀ ਸੀ ਔਰ ਬੇਹੋਸ਼ ਹੋ ਜਾਂਦੀ ਸੀ। ਮੈਨੂੰ ਸਕੂਲੋਂ ਚੱਕ ਚੱਕ ਕੇ ਲੈ ਕੇ ਆਉਂਦੇ ਸੀ ਮੇਰੇ ਪਰਿਵਾਰ ਦੇ ਲੋਕ, ਔਰ ਕੀ ਕਹਿੰਦੇ ਬਹੁਤ ਬੁਰੀ ਕੰਡੀਸ਼ਨ ਮੇਰੀ ਹੋਣ ਲੱਗ ਗਈ ਸੀ। ਲੇਕਿਨ ਸਿਰਫ ਯਿਸੂ ਮਸੀਹ ਮੇਰੀ ਜ਼ਿੰਦਗੀ 'ਚ ਜਦੋਂ ਆਏ, ਉਹਨਾਂ ਨੇ ਸਭ ਕੁਝ ਆ ਕੇ ਬਦਲਿਆ। ਮੈਂ ਇਸ ਤਰ੍ਹਾਂ ਜਦੋਂ ਚਰਚ 'ਚ ਪ੍ਰਾਰਥਨਾ ਕਰ ਰਹੀ ਹਾਂ ਤੇ ਸ਼ਾਮ ਦੀ ਬੰਦਗੀ ਦਾ ਸਮੇਂ ਹੋ ਗਿਆ, ਬੰਦਗੀ ਦੇ ਵਿੱਚ ਮੈਂ ਪ੍ਰਾਰਥਨਾ ਕਰਦੀ ਪਈ ਹਾਂ। ਪ੍ਰਾਰਥਨਾ ਕਰਦੇ ਕਰਦੇ ਕੀ ਹੋਇਆ, ਮੈਨੂੰ ਚਿਮਟਾ ਫੜਾਇਆ ਪਾਸਟਰ ਨੇ। ਮੈਂ ਕਿਹਾ ਮੈਂ ਅੱਜ ਚਿਮਟਾ ਵਜਾਉਂਗੀ। ਮੈਂ ਚਿਮਟਾ ਵਜਾ ਰਹੀ ਹਾਂ, ਮੈਨੂੰ ਨਹੀਂ ਪਤਾ ਧਰਤੀ ਹਿਲ ਰਹੀ ਹੈ, ਮੈਂ ਇਸ ਤਰ੍ਹਾਂ ਚਿਮਟਾ ਵਜਾ ਰਹੀ ਹਾਂ, ਔਰ ਮੇਰੇ ਉਰੋਂ ਖੂਨ ਨਿਕਲ ਰਿਹਾ ਸਾਰੇ ਹੱਥਾਂ 'ਚੋਂ। ਮੈਂ ਇੰਨੇ ਜੋਸ਼ ਦੇ ਨਾਲ ਔਰ ਆਤਮਾ ਦੇ ਵਿੱਚ ਭਰ ਕੇ ਆਰਾਧਨਾ ਕਰ ਰਹੀ ਹਾਂ ਪ੍ਰਭੂ ਦੀ, ਪਰ ਮੈਨੂੰ ਨਹੀਂ ਪਤਾ ਵੀ ਮੇਰੇ ਹੱਥ ਛਿੱਲ ਗਏ ਹੈ, ਮੇਰੇ ਹੱਥਾਂ 'ਚੋਂ ਖੂਨ ਨਿਕਲ ਰਿਹਾ ਹੈ। ਔਰ ਪੂਰੀ ਮਗਨ ਹੋ ਕੇ ਜਿਵੇਂ ਮੈਂ ਪ੍ਰਾਰਥਨਾ ਕਰ ਰਹੀ ਹਾਂ ਤੇ ਬੰਦਗੀ ਖਤਮ ਹੋਣ ਦਾ ਸਮੇਂ ਹੋਇਆ, ਤੇ ਮੇਰੀ ਪਾਸਟਰ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਵੀ ਇਹਦੇ ਸਿਰ ਤੇ ਹੱਥ ਰੱਖ, ਤੇ ਪਰਮੇਸ਼ਵਰ ਆਪਣੀ ਤਾਕਤ ਨੂੰ, ਪਵਿੱਤਰ ਆਤਮਾ ਨੂੰ ਮੈਨੂੰ ਦੇਣ ਜਾ ਰਿਹਾ। ਜਿਵੇਂ ਹੀ ਮੇਰੀ ਪਾਸਟਰ ਨੇ ਮੇਰੇ ਸਿਰ ਤੇ ਹੱਥ ਰੱਖਿਆ ਔਰ ਮੈਂ ਅਨਿਆ ਭਾਸ਼ਾ ਨਾਲ ਬੋਲਣ ਲੱਗ ਗਈ, ਪਵਿੱਤਰ ਆਤਮਾ ਦੀਆਂ ਨਵੀਆਂ ਨਵੀਆਂ ਬੋਲੀਆਂ ਮੈਂ ਬੋਲਣ ਲੱਗ ਗਈ। ਔਰ ਸੱਚ ਕਹਿ ਰਹੀ ਹਾਂ, ਜਦੋਂ ਪਵਿੱਤਰ ਅਭਿਸ਼ੇਕ ਮੇਰੇ ਅੰਦਰ ਆਇਆ, ਮੈਂ 1 ਮਹੀਨਾ ਲਗਾਤਾਰ
अन्य भाषा च प्रार्थना करी। मेरे तो बोली नहीं जाती हुंदी सी हिंदी या अपनी भाषा च, मैं बोल के प्रार्थना नहीं कर पाती सी, लेकिन मैं अन्य भाषा ही बोलदी सीगी ज़्यादा। और उस तो बाद की होया, परमेश्वर ने अन्य भाषा दे नाल-नाल होर वरदान भी मेरे जीवन च ऑपरेट कीते। ਮੈਨੂੰ ਪਰਮੇਸ਼ਵਰ ਨੇ ਭੂਤਾਂ ਕੱਢਣ ਦਾ ਵਰਦਾਨ ਦਿੱਤਾ। ਫਿਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਬਾਰੇ। ਕੋਈ ਵੀ ਮੇਰੇ ਸਾਹਮਣੇ ਵਿਅਕਤੀ ਬੈਠਾ ਹੁੰਦਾ ਸੀ ਤੇ ਪਰਮੇਸ਼ਵਰ ਮੈਨੂੰ ਦੱਸਦਾ ਸੀ ਉਸਦੀ ਜ਼ਿੰਦਗੀ 'ਚ ਇਹ ਚੱਲ ਰਿਹਾ। ਔਰ ਜਦੋਂ ਮੈਂ ਉਸ ਚੀਜ਼ ਨੂੰ ਬੋਲਦੀ ਸੀ ਤੇ ਸੱਚਮੁੱਚ ਮੈਂ ਪਰਮੇਸ਼ਵਰ ਦੀ ਸਾਮਰਥ ਨੂੰ ਆਪਣੀ ਜ਼ਿੰਦਗੀ 'ਚ ਵੇਖਦੀ ਸੀ ਕਿ ਉਹ ਕਿਸ ਤਰ੍ਹਾਂ ਕਾਰਜ ਕਰ ਰਹੀ ਹੈ। ਮੈਂ ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ ਇਸ ਚੀਜ਼ ਦੇ ਲਈ। ਔਰ ਪਰਮੇਸ਼ਵਰ ਨੇ ਮੈਨੂੰ ਛੁਟਕਾਰਾ ਦਿੱਤਾ, ਪਵਿੱਤਰ ਆਤਮਾ ਦਿੱਤੀ। ਔਰ ਇੱਕ ਦਿਨ ਇਉਂ ਹੋਇਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਪ੍ਰਾਰਥਨਾ ਕਰ ਰਹੀ ਸੀ, ਹੌਲੀ-ਹੌਲੀ ਕਰਕੇ ਚਰਚ ਦੇ ਲੋਕ ਜਿਹੜੇ ਹੁਣ ਪਹਿਲਾਂ ਪਰਿਵਾਰ ਦੇ ਲੋਕ ਵਿਰੋਧੀ ਸੀ, ਹੁਣ ਚਰਚ ਦੇ ਲੋਕ ਵਿਰੋਧੀ ਹੋ ਗਏ। ਜਿਹੜੇ ਮੇਰੇ ਤੋਂ ਪਹਿਲਾਂ ਚਰਚ 'ਚ ਆ ਰਹੇ ਸੀ, ਪ੍ਰਭੂ ਮੇਰੇ ਨਾਲ ਗੱਲ ਕਰਨ ਲੱਗ ਗਿਆ ਤੇ ਪਾਸਟਰ ਜਦੋਂ ਅਸੀਂ ਪ੍ਰਾਰਥਨਾ ਕਰਦੇ ਹੁੰਦੇ ਸੀ ਤੇ ਪ੍ਰਭੂ ਮੇਰੇ ਨਾਲ ਗੱਲ ਕਰਦਾ ਸੀ। ਔਰ ਜਿਵੇਂ ਹੀ ਗੱਲ ਕਰਦਾ ਸੀ ਔਰ ਮੈਂ ਲੋਕਾਂ ਨੂੰ ਦੱਸਦੀ ਸੀ ਵੀ ਇਹ ਚੀਜ਼ ਪ੍ਰਭੂ ਤੁਹਾਡੇ ਲਈ ਕਹਿ ਰਿਹਾ ਵੀ ਇਸ ਕਮੀ ਨੂੰ ਆਪਣੀ ਨੂੰ ਦੂਰ ਕਰੋ ਔਰ ਪ੍ਰਭੂ ਤੁਹਾਨੂੰ ਠੀਕ ਕਰੇਗਾ। ਔਰ ਲੋਕ ਚਿੜਨ ਲੱਗ ਗਏ। ਲੋਕ ਕਹਿੰਦੇ ਕੱਲ ਦੀ ਆਈ ਸਾਡੇ ਚਰਚ ਦੇ ਵਿੱਚ ਲੀਡਰ ਬਣ ਕੇ ਬੈਠ ਗਈ ਹੈ ਔਰ ਅਸੀਂ ਪਹਿਲਾਂ ਤੋਂ ਪਰਮੇਸ਼ਰ ਦੇ ਭਵਨ ਚ ਆ ਰਹੇ ਹਾਂ ਤੇ ਅਸੀਂ ਕੁਝ ਨਹੀਂ ਹੈਗੇ। ਇਸ ਤਰ੍ਹਾਂ ਕਰਕੇ ਪਾਸਟਰ ਦੇ ਨਾਲ ਲੜਨ ਲੱਗ ਗਿਆ ਆ ਕੇ। ਲੇਕਿਨ ਪਾਸਟਰ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਬੇਟਾ ਪਰਮੇਸ਼ਵਰ ਤੈਨੂੰ ਪਰਮੇਸ਼ਵਰ ਦੇ ਵਚਨ ਚ ਲਿਖਿਆ, ਕਹਿੰਦਾ ਜੋ ਨਗਰ ਪਹਾੜ ਤੇ ਵਸਦਾ ਉਹ ਛਿਪ ਨਹੀਂ ਸਕਦਾ। ਕਹਿੰਦੇ ਇਹ ਲੋਕ ਜਿੰਨਾ ਮਰਜ਼ੀ ਤੈਨੂੰ ਤੰਗ ਕਰ ਲੈਣ, ਜਿੰਨਾ ਮਰਜ਼ੀ ਤੇਰੇ ਵਿਰੋਧ ਖੜੇ ਹੋ ਜਾਣ, ਘਬਰਾਣਾ ਨਹੀਂ ਹੈ। ਪ੍ਰਭੂ ਯਿਸੂ ਮਸੀਹ ਤੇਰੇ ਨਾਲ ਹੈ ਔਰ ਤੈਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰਨ ਜਾ ਰਿਹਾ। ਆਮੈਨ। ਐਕਚੁਅਲੀ ਸਿਸਟਰ ਵਾਕਿਆ ਹੀ ਜਦੋਂ ਅਸੀਂ ਪ੍ਰਭੂ ਚ ਆਉਂਦੇ ਹਾਂ ਤੇ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਕਿ ਜਿਹੜੀਆਂ ਸਾਨੂੰ ਪੈਂਦੀਆਂ ਆ। ਤੇ ਕਿਉਂਕਿ ਐਂਟੀ ਪਾਰਟੀਆਂ ਬਾਹਰ ਨਿਕਲੀਆਂ, ਸਾਡੇ ਆਪਣੀਆਂ ਹੀ ਆ। ਇੱਕ ਕਹਾਵਤ ਹੈ ਹਾਂਜੀ ਕਿ ਹਾਂਜੀ ਜਦੋਂ ਵੀ ਵੱਢੂਗਾ ਆਪਣਾ ਹੀ ਵੱਢੂਗਾ, ਬਾਹਰਲੇ ਨੂੰ ਕੀ ਲੋੜ ਆ ਕਿਸੇ ਕਹਿਣ ਦੀ ਕੁਛ, ਕਿ ਜਦੋਂ ਵੀ ਮਾਰਦਾ ਆਪਣਾ ਹੀ ਮਾਰਦਾ। ਬਿਲਕੁਲ ਜੀ। ਸਾਡੀ ਬੇੜੀ ਕਹਿੰਦਾ ਉੱਥੇ ਡੁੱਬੀ ਹਾਂਜੀ ਜਿੱਥੇ ਹਾਂਜੀ ਪਾਣੀ ਕੰਮ ਸੀਗਾ, ਸਾਨੂੰ ਕਹਿੰਦਾ ਆਪਣਿਆਂ ਨੇ ਹੀ ਡੋਬਿਆ ਗਹਿਰਾ ਤੇ ਕਿੱਥੇ ਦਮ ਸੀਗਾ। ਸੋ ਆਪਣੇ ਹੀ ਸਾਨੂੰ ਥੱਲੇ ਨੂੰ ਲੈ ਕੇ ਜਾਂਦੇ ਆ। ਤੇ ਸੋ ਮੇਰੇ ਕਹਿਣ ਦਾ ਮੈਂ ਤੁਹਾਡੀਆਂ ਜਿੱਦਾਂ ਇੱਕ ਮੈਂ ਤੁਹਾਡੀ ਥੋੜੀ ਜਿਹੀ ਟੈਸਟਮਨੀ ਮੈਨੂੰ ਪਾਸਟਰ ਜੀ ਨੇ ਦੱਸੀ ਸੀ, ਪੰਕਜ ਜੀ ਨੇ ਗੱਲ ਕੀਤੀ ਸੀ ਮੇਰੇ ਨਾਲ। ਮੈਂ ਤੁਹਾਡੇ ਕੋਲ ਉਹ ਵੀ ਪੁੱਛਣਾ ਚਾਹਨਾ ਕਿ ਇੱਕ ਤਾਂ ਤੁਹਾਡੀ ਤੁਸੀਂ ਮੰਮਾ ਦੀ ਗੱਲ ਦੱਸੀ, ਤੁਹਾਡੇ ਦੀ ਬਹੁਤ ਵੱਡੀ ਟੈਸਟਮਨੀ ਆ ਜੋ ਤੁਹਾਡੀ ਮੰਮੀ ਦੀ ਹੈ। ਔਰ ਇੱਕ ਵਾਰੀ ਹਾਂਜੀ ਤੁਹਾਡੀ ਆਪਣੀ ਲਾਈਫ ਵਿੱਚ ਵੀ ਜਦੋਂ ਤੁਸੀਂ ਜਦੋਂ ਤੁਸੀਂ ਪਾਸਟਰ ਜੀ ਦੇ ਨਾਲ, ਪੰਕਜ ਜੀ ਦੇ ਨਾਲ ਤੁਸੀਂ ਜਦੋਂ ਮੈਰਿਜ ਕੀਤੀ ਆ, ਉਸ ਤੋਂ ਬਾਅਦ ਵੀ ਤੁਹਾਨੂੰ ਕਾਫੀ ਤਕਲੀਫਾਂ ਆਈਆਂ ਪਰਮੇਸ਼ਰ ਦੇ ਵਿੱਚ ਜਾਂ ਨਹੀਂ? ਹਾਂਜੀ 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 ਪਾਸਟਰ ਜੀ, ਜਦੋਂ ਅਸੀਂ ਪਾਸਟਰ ਪੰਕਜ ਜੀ ਦੇ ਨਾਲ ਮਿਲੇ ਉਦੋਂ ਵੀ ਕਾਫੀ ਪ੍ਰੋਬਲਮ ਸਾਡੀ ਲਾਈਫ ਦੇ ਵਿੱਚ ਆਈਆਂ। ਔਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਮਤਲਬ ਸਾਡੀ ਮੈਰਿਜ ਹੋਈ, ਸਾਡੇ ਪਰਿਵਾਰ ਦੇ ਲੋਕ ਹੀ ਸਾਡੇ ਵਿਰੋਧ ਚ ਹੋ ਗਏ। ਪਰਮੇਸ਼ਵਰ ਦਾ ਸ਼ੁਕਰ ਹੈ ਕਿ ਪਾਸਟਰ ਨੇ ਸ਼ੁਰੂ ਤੋਂ ਹੀ ਮੈਨੂੰ ਮਤਲਬ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਅੱਗੇ ਰੱਖਿਆ। ਕਦੀ ਵੀ ਮਤਲਬ ਇਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਅੱਗੇ ਜਾਵਾਂਗਾ ਜਾਂ ਤੂੰ ਪਿੱਛੇ ਰੁਕ ਜਾ, ਪਰ ਇਹਨਾਂ ਨੇ ਹਮੇਸ਼ਾ ਮੈਨੂੰ ਇਹ ਇਨਕਰੇਜ ਕੀਤਾ ਕਿ ਪਰਮੇਸ਼ਵਰ ਦੀ ਸੇਵਾ ਦੀ ਬੁਲਾਹਟ ਤੁਹਾਡੇ ਜੀਵਨ 'ਚ ਹੈ ਤੇ ਤੁਸੀਂ ਵੀ ਪਰਮੇਸ਼ਵਰ ਦੀ ਸੇਵਾ ਨੂੰ ਕਰੋ। ਔਰ ਇਸ ਤਰ੍ਹਾਂ ਹੋਇਆ ਕਿ ਇੱਕ ਦਿਨ ਸਾਡੀ ਮੈਰਿਜ ਹੋਈ, ਜਦੋਂ ਉਸ ਤੋਂ ਬਾਅਦ ਪਰਮੇਸ਼ਵਰ ਨੇ ਮੌਕਾ ਦਿੱਤਾ ਪਾਸਟਰ ਜੀ ਨੂੰ। ਇੱਕ ਦਿਨ ਇੱਕ ਪਾਸਟਰ ਜੀ ਦਾ ਫੋਨ ਆਇਆ, ਉਹਨਾਂ ਨੇ ਕਿਹਾ ਵੀ ਅਸੀਂ ਸਿਸਟਰ ਦੀ ਮੀਟਿੰਗ ਕਰਾਉਣਾ ਚਾਹੁੰਦੇ ਹਾਂ, ਵੀ ਇਹਨਾਂ ਨੂੰ ਤੁਸੀਂ ਲੈ ਕੇ ਆਓ ਸਾਡੇ ਚਰਚ ਦੇ ਵਿੱਚ। ਪਾਸਟਰ ਜੀ ਕਹਿੰਦੇ ਠੀਕ ਹੈ, ਜ਼ਰੂਰ ਅਸੀਂ ਲੈ ਕੇ ਆਵਾਂਗੇ। ਔਰ ਅਸੀਂ ਜਦੋਂ ਉੱਥੇ ਪਹੁੰਚੇ, ਮਤਲਬ ਚਰਚ ਸੁਬਾਹ ਉੱਠ ਕੇ ਫਟਾਫਟ ਘਰ ਦਾ ਕੰਮ ਕਰਕੇ ਅਸੀਂ ਦੋਨੋਂ ਜਣੇ ਤਿਆਰ ਹੋ ਕੇ ਪਰਮੇਸ਼ਵਰ ਦੀ ਸੇਵਾ ਦੇ ਲਈ ਚਲੇ ਗਏ। ਔਰ ਉੱਥੇ ਪਰਮੇਸ਼ਵਰ ਦੇ ਵਚਨ ਨੂੰ ਦਿੱਤਾ। ਪ੍ਰਭੂ ਸੱਚਮੁੱਚ ਅਦਭੁਤ ਕੰਮ ਕੀਤੇ ਪਰਮੇਸ਼ਵਰ ਨੇ ਉੱਥੇ। ਔਰ ਜਦੋਂ ਅਸੀਂ ਵਾਪਿਸ ਲੌਟੇ ਤੇ ਸਾਡੇ ਪਰਿਵਾਰ ਦੇ ਜਿਹੜੇ ਲੋਕ ਸੀ ਉਹਨਾਂ ਦੇ ਮਤਲਬ ਫੇਸ ਸਾਡੇ ਤੋਂ ਅਲੱਗ ਹੋਏ ਹੋਏ ਸੀ, ਉਹ ਸਾਨੂੰ ਬੁਲਾ ਨਹੀਂ ਰਹੇ ਸੀ। ਔਰ ਫਿਰ ਵੀ ਮਤਲਬ ਮੇਰੇ ਮਨ 'ਚ ਇਹ ਸੀ ਵੀ ਨਹੀਂ, ਅਸੀਂ ਪਰਮੇਸ਼ਵਰ ਨੂੰ ਮੰਨਦੇ ਹਾਂ। ਤੇ ਮੈਂ ਉੱਠੀ ਔਰ ਮੈਂ ਉੱਠ ਕੇ ਮੈਂ ਕਿਹਾ ਲਿਆਓ ਮੰਮੀ, ਮੈਂ ਖਾਣਾ ਬਣਾ ਦਿੰਦੀ ਹਾਂ। ਔਰ ਉਹਨਾਂ ਨੇ ਕਿਹਾ, ਕਹਿੰਦੇ ਨਹੀਂ ਮੈਂ ਖੁਦ ਬਣਾ ਲੂੰਗੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ, ਮੈਂ ਬਣਾ ਦਿੰਦੀ ਹਾਂ। ਪਾਸੀ ਪਿੱਛੇ ਖੜੇ ਸੀ ਤੇ ਉਹਨਾਂ ਨੇ ਇੱਕਦਮ ਮੋਢਾ ਜਿਹਾ ਮਾਰ ਕੇ ਮੈਨੂੰ ਪਿੱਛੇ ਕੀਤਾ। ਪਾਸੀ ਨੇ ਮੈਨੂੰ ਇਸ਼ਾਰਾ ਕੀਤਾ, ਕਹਿੰਦੇ ਵੀ ਤੂੰ ਐਂਜਲ ਉਰੋਂ ਚਲੀ ਜਾ, ਵੀ ਅੰਦਰ ਜਾ ਕੇ ਪ੍ਰੇਅਰ ਕਰ, ਕੋਈ ਗੱਲ ਨਹੀਂ। ਮੈਂ ਜਦੋਂ ਅੰਦਰ ਗਈ ਤੇ ਅਸੀਂ ਦੋਨੋਂ ਜਣੇ 31 ਦਸੰਬਰ ਦੀ ਗੱਲ ਹੈ ਇਹ, 31 ਦਸੰਬਰ 2006 ਦੀ ਗੱਲ ਹੈ ਇਹ।
हेलो सिस्टर, मेरी आवाज़ आ रही हो? ਤੁਹਾਡੀ आवाज़ आई थिंक कोई स्टॉप वगैरह हो गई उधरों। हेलो ਹੈਲੋ ਮੇਰੇ ਭੈਣ ਤੇ ਭਰਾਓ, ਲੱਗਦਾ ਕੋਈ ਪ੍ਰੋਬਲਮ ਪੈ ਗਈ ਹੈ ਉਹਨਾਂ ਦੇ ਇੰਟਰਨੈਟ ਦੇ ਵਿੱਚ, ਔਰ ਅਸੀਂ ਮਾਫੀ ਮੰਗਦੇ ਇਸ ਗੱਲ ਦੇ ਲਈ, ਕਿਉਂਕਿ ਜੋ ਸਾਡਾ ਅੱਜ ਦਾ ਜਿਹੜਾ ਟਾਈਮ ਆ ਉਹ ਟੈਸਟਮਨੀ ਦਾ ਟਾਈਮ ਆ। ਕਿਉਂਕਿ ਤੁਸੀਂ ਇਸ ਸਮੇਂ ਸਾਨੂੰ ਲਾਈਵ ਦੇਖਦੇ ਆ, ਅਸੀਂ ਕੋਈ ਰਿਕਾਰਡਿੰਗ ਕੀਤੀ ਹੋਈ ਨਹੀਂ ਲਾ ਰਹੇ। ਤੁਸੀਂ ਜਿੰਨੇ ਵੀ ਸਾਡੇ ਨਾਲ ਇਸ ਸਮੇਂ ਜੁੜੇ ਹੋ, ਸਾਰੇ ਲਾਈਵ ਹੋ। ਅਸੀਂ ਮਾਫੀ ਮੰਗਦੇ ਹਾਂ ਕਿ ਜੋ ਉਧਰੋਂ ਇੰਟਰਨੈਟ ਦੀ ਕੋਈ ਪ੍ਰੋਬਲਮ ਪੈ ਗਈ ਹੈ। ਸੋ ਜਲਦੀ ਅਸੀਂ ਦੁਬਾਰਾ ਫਿਰ ਲਾਈਵ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਆਈ ਥਿੰਕ ਸਾਡੇ ਨਾਲ ਦੁਬਾਰਾ ਲਿੰਕ ਕਰ ਰਹੇ ਆ, ਤੇ ਆਪਾਂ ਦੁਬਾਰਾ ਮਿਲਦੇ ਆ। ਸੋ ਕੀ ਹੈ ਕਿ ਪਰਮੇਸ਼ਰ ਵਾਕਿਆ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਦਭੁਤ ਕੰਮ ਕਰਦਾ ਆ। ਔਰ ਮੈਂ ਇਸ ਕਰਕੇ ਅੱਜ ਸਿਸਟਰ ਨੂੰ ਪੁੱਛਦਾ ਸੀ ਵੀ ਸਿਸਟਰ ਜੀ, ਤੁਹਾਨੂੰ ਕਿਸੇ ਨੇ ਪੈਸੇ ਤਾਂ ਨਹੀਂ ਦਿੱਤੇ ਜਦੋਂ ਤੁਸੀਂ ਚਰਚ ਨੂੰ ਜੁਆਇਨ ਕੀਤਾ ਜਾਂ ਗਏ ਆ? ਸੋ ਕਹਿ ਰਹੇ ਸੀਗੇ ਨਹੀਂ, ਕਦੀ ਕਿਸੇ ਨੇ ਪੈਸੇ ਨਹੀਂ ਦਿੱਤੇ। ਤੋ ਸਾਨੂੰ ਪੁੱਛਣਾ ਤਾਂ ਬਣਦਾ ਆ ਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦੇ ਆ ਕਿ ਸ਼ਾਇਦ ਜਿਹੜੇ ਕ੍ਰਿਸਚਨ ਆ ਉਹ ਪੈਸੇ ਦਿੰਦੇ ਆ ਸਾਨੂੰ, ਤੇ ਕ੍ਰਿਸਚਨ ਸਾਨੂੰ ਪੈਸਾ ਦੇ ਕੇ ਲਾਈਕ ਸਾਨੂੰ ਇਸਤੇਮਾਲ ਕਰਦੇ ਆ। ਤੋ ਸੋ ਸਿਸਟਰ ਨੇ ਸਾਫ਼-ਸਾਫ਼ ਗੱਲ ਕੀਤੀ ਕਿ ਨਹੀਂ, ਮੇਰੀ ਮੰਮਾ ਬਿਮਾਰ ਸੀਗੀ ਤੇ ਅਸੀਂ ਗਏ ਆ ਤੇ ਸਾਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ। ਤੋ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਤੇ ਵਡਿਆਈ ਮਿਲੇ, ਕਿਉਂਕਿ ਕਰਨ ਵਾਲਾ ਚੰਗਾ ਪ੍ਰਭੂ ਯਿਸੂ ਮਸੀਹ ਹੈ। ਹੋਰ ਮੇਰੇ ਭੈਣ ਤੇ ਭਰਾਓ ਕੋਈ ਵੀ ਨਹੀਂ ਕਰ ਸਕਦਾ। ਅਗਰ ਬਹੁਤ ਵਧੀਆ ਆ ਕਿ ਜੇ ਅਗਰ ਤੁਸੀਂ ਵੀ ਗਵਾਹੀ ਦੇਣੀ ਹੋਵੇ, ਚਾਹੇ ਤੁਸੀਂ ਕੰਟਰੀ ਦੇ ਵਿੱਚ ਕਿਤੇ ਵੀ ਬੈਠੇ ਆ ਤੇ ਇੰਟਰਨੈਟ ਦੇ ਥਰੂ ਤੁਹਾਨੂੰ ਅਸੀਂ ਨਾਲ ਲੈ ਕੇ ਤੁਹਾਡੀ ਗਵਾਹੀ ਲੈ ਸਕਦੇ ਆ। ਚਾਹੇ ਤੁਸੀਂ ਕਿਤੇ ਵੀ ਬੈਠੇ ਹੋ ਤੇ ਤੁਸੀਂ ਸਾਡੇ ਨਾਲ ਜੁਆਇਨ ਹੋ ਸਕਦੇ ਹੋ। ਤੋ ਆਈ ਥਿੰਕ ਸਿਸਟਰ ਦੁਬਾਰਾ ਮੇਰੇ ਨਾਲ ਆ ਚੁੱਕੇ ਨੇ। ਸਿਸਟਰ ਜੀ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? हाँ जी ब्रदर, आ रही है। हाँ जी, हाँ जी। तो ऐसे नाल ਆਪਾਂ ਦੁਬਾਰਾ ਫਿਰ ਕੰਟੀਨਿਊ ਰੱਖਦੇ ਹਾਂ। ਸੋ ਮੈਂ ਥੋੜਾ ਜਿਹਾ ਸਿਸਟਰ ਮੈਂ ਪੁੱਛਣਾ ਚਾਹੁੰਦਾ ਕਿ ਕੋਈ ਖਾਸ ਜਿਹੜੀ ਤੁਹਾਡੇ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਨਵੇਂ-ਨਵੇਂ ਪ੍ਰਭੂ ਵਿੱਚ ਆਏ ਆ, ਜ਼ਿਆਦਾਤਰ ਬਹੁਤ ਲੋਕ ਕਹਿੰਦੇ ਨੇ ਕਿ ਜਦੋਂ ਮੈਂ ਨਵਾਂ-ਨਵਾਂ ਪ੍ਰਭੂ ਵਿੱਚ ਆਇਆ ਜਾਂ ਮੈਂ ਆਈ ਆ ਤੇ ਬੜੀਆਂ ਤਕਲੀਫਾਂ ਝੱਲੀਆਂ, ਬੜਾ ਦੁੱਖ ਝੱਲਦਾ ਬਾਅਦ ਵਿੱਚ। ਇੱਕ ਉਸ ਸਮੇਂ ਦੀ ਗੱਲ ਆ, ਨਵੇਂ-ਨਵੇਂ ਜਦੋਂ ਅਸੀਂ ਆਉਨੇ ਆ ਸਾਨੂੰ ਬਹੁਤ ਤਕਲੀਫਾਂ ਝੱਲਣੀਆਂ ਪੈਂਦੀਆਂ ਆ, ਸਾਨੂੰ ਬਹੁਤ ਦੁੱਖ ਝੱਲਣੇ ਪੈਂਦੇ। ਕੋਈ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਹੈਪਨ ਹੋਇਆ? ਹਾਂਜੀ ਪਾਸਟਰ ਜੀ, ਉਸ ਤੋਂ ਪਹਿਲਾਂ ਤਾਂ ਮੈਂ ਇੱਕ ਮੇਨ ਗੱਲ ਜਿਹੜੀ ਮੇਰੀ ਜ਼ਿੰਦਗੀ ਦੀ ਹੈ, ਜਦੋਂ ਮੈਂ ਯਿਸੂ ਮਸੀਹ ਦੇ ਨਾਲ ਮੇਰਾ ਇਨਕਾਊਂਟਰ ਹੋਇਆ, ਸਭ ਤੋਂ ਵੱਡੀ ਗੱਲ ਉਹ ਮੈਂ ਦੱਸਣਾ ਤੁਹਾਨੂੰ ਚਾਹਨੀ ਆ। ਮੈਂ ਸੋਚਿਆ ਸੀ ਮੈਂ ਮੀਟਿੰਗ ਦੇ ਵਿੱਚ ਦੱਸਾਂਗੀ, ਔਰ ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਹੋਇਆ ਕਿ ਇੱਕ ਦਿਨ ਮੈਂ ਰਾਤ ਨੂੰ ਪ੍ਰਾਰਥਨਾ ਕਰ ਰਹੀ ਸੀ ਆਪਣੇ ਕਮਰੇ ਦੇ ਵਿੱਚ ਬੈਠੀ ਹੋਈ, ਅੱਧੀ ਰਾਤ ਦਾ ਸਮੇਂ ਸੀ। ਔਰ ਜਦੋਂ ਮੈਂ ਪ੍ਰਾਰਥਨਾ ਕਰ ਰਹੀ ਸੀ ਤੇ ਮੇਰੇ ਕਮਰੇ ਦੇ ਅੰਦਰ ਇਸ ਤਰ੍ਹਾਂ ਹੋਇਆ ਕਿ ਕਿਸੇ ਨੇ ਦਰਵਾਜ਼ਾ ਨੌਕ ਕੀਤਾ ਮੇਰਾ, ਔਰ ਮੈਂ ਮਤਲਬ ਆਪਣਾ ਲਗਾਤਾਰ ਪ੍ਰਾਰਥਨਾ ਕਰੀ ਜਾ ਰਹੀ ਹਾਂ ਅਨਿਆ ਭਾਸ਼ਾ 'ਚ, ਪ੍ਰਭੂ ਦੇ ਨਾਲ ਮਗਨ ਹੋ ਕੇ। ਮੈਂ ਜਵਾਬ ਨਹੀਂ ਦਿੱਤਾ। ਦੂਜੀ ਵਾਰ ਫਿਰ ਇਸ ਤਰ੍ਹਾਂ ਹੋਇਆ। ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਹੋਇਆ ਕਿ ਦੂਜੀ ਵਾਰ ਫਿਰ ਇਸ ਤਰ੍ਹਾਂ ਹੀ ਹੋਇਆ ਕਿ ਮਤਲਬ ਨੌਕ ਕੀਤਾ ਕਿਸੇ ਨੇ ਦਰਵਾਜ਼ਾ ਮੇਰਾ, ਮੈਂ ਫਿਰ ਜਵਾਬ ਨਹੀਂ ਦਿੱਤਾ। ਤੀਸਰੀ ਵਾਰ ਫਿਰ ਇਸ ਤਰ੍ਹਾਂ ਹੀ ਹੋਇਆ। ਚੌਥੀ ਵਾਰ ਮੈਂ ਇੱਕ ਗੱਲ ਕਹੀ ਆਪਣੇ ਮਨ 'ਚ, ਮੈਂ ਕਿਹਾ ਪ੍ਰਭੂ ਜੇ ਤੇਰੀ ਆਵਾਜ਼ ਹੈਗੀ ਆ ਜੋ ਨੌਕ ਕਰ ਰਿਹਾ ਕੋਈ ਮੇਰਾ ਦਰਵਾਜ਼ਾ, ਜੇ ਤੁਸੀਂ ਹੋ ਕੁਝ ਮੈਨੂੰ ਦੱਸਣਾ ਚਾਹੁੰਦੇ ਹੋ ਤਾਂ ਮੈਨੂੰ ਅਸੈਪਟ ਕਰਦੀ ਆ, ਔਰ ਜੇ ਤੁਸੀਂ ਨਹੀਂ ਹੋ ਤਾਂ ਪਰਮੇਸ਼ਵਰ ਮੈਨੂੰ ਯਿਸੂ ਮਸੀਹ ਦੇ ਨਾਂ 'ਚ ਡਾਂਟਦੀ ਆ ਕਿ ਮੈਨੂੰ ਕੋਈ ਵੀ ਐਸੀ ਦੁਸ਼ਕਤੀ ਡਿਸਟਰਬ ਨਾ ਕਰੇ ਜਿਹੜੀ ਮੈਨੂੰ ਤੇਰੇ ਆਤਮਾ ਸੁਣਨ ਤੋਂ ਰੋਕੇ। ਔਰ ਜਿਵੇਂ ਮੈਂ ਪ੍ਰਾਰਥਨਾ ਕਰ ਰਹੀ ਸੀ ਤੇ ਚੌਥੀ ਵਾਰ ਆਵਾਜ਼ ਨਹੀਂ ਆਈ, ਇੱਕ ਰੋਸ਼ਨੀ ਮੇਰੇ ਕਮਰੇ ਦੇ ਅੰਦਰ ਬੰਦ ਦਰਵਾਜ਼ੇ ਦੇ ਵਿੱਚੋਂ ਨਿਕਲ ਕੇ ਆ ਗਈ, ਜਿਸ ਦਾ ਸਿਰਫ ਆਕਾਰ ਹੀ ਮੈਨੂੰ ਦੇ ਰਿਹਾ ਸੀ। ਇੱਕ ਬਹੁਤ ਵੱਡਾ ਗਾਊਨ ਦਾ ਆਕਾਰ ਹੈ, ਆਦਮੀ ਹੈ ਬਹੁਤ ਵੱਡਾ, ਉਹਦੀ ਸ਼ਕਲ ਮੈਨੂੰ ਨਹੀਂ ਦਿਖ ਰਹੀ, ਪਰ ਅੱਗ ਦੀਆਂ ਲਪਟਾਂ ਉਹਦੇ ਚਾਰੋਂ ਪਾਸੇ। ਔਰ ਉਹ ਕਮਰੇ ਦੇ ਅੰਦਰ ਆਇਆ ਔਰ ਮੈਨੂੰ ਆ ਕੇ ਕਹਿ ਰਿਹਾ ਹੈ, ਮੇਰੇ ਸਿਰ ਦੇ ਉੱਤੇ ਉਸਨੇ ਹੱਥ ਫੇਰਿਆ, ਔਰ ਜਿਵੇਂ ਹੱਥ ਫੇਰਿਆ ਔਰ ਮੈਨੂੰ ਇਹ ਗੱਲ ਕਹੀ, ਕਹਿੰਦੇ ਡਰ ਨਾ, ਆਪਣੀ ਬਾਈਬਲ ਖੋਲ। ਜਿਵੇਂ ਮੈਂ ਆਪਣੀ ਬਾਈਬਲ ਖੋਲੀ, ਉਹਨਾਂ ਨੇ ਮੈਨੂੰ ਪਹਿਲੇ ਰਾਜੇ ਦੇ ਵਿੱਚੋਂ 19 ਅਧਿਆਇ ਦੇ ਵਿੱਚੋਂ ਪੜਾਇਆ। ਉਹਨਾਂ ਨੇ ਮੈਨੂੰ वचन चो दसिया, कहते भी और यहोवा पास से होकर चला और यहोवा के सामने एक बड़ी प्रचंड आंधी से पहाड़ फटने और चट्टानें टूटने लगी, तो भी यहोवा उस आंधी में न था। फिर आंधी के बाद भूकंप हुआ,
तभी यहोवा ना उस भूकंप में ना था। फिर भूकंप के बाद आग दिखाई दी तो भी यहोवा उस आग में ना था। और फिर आग के बाद एक दबा हुआ सा धीमा शब्द सुनाई दिया। यह सुनते ही एलिया ने अपना मुंह चद्दर से ढांपा और वह बाहर जाकर गुफा द्वार पर खड़ा हुआ। फिर एक शब्द उसे सुनाई दिया, हे एलिया तेरा यहाँ क्या काम। यानी कि वो धीमा सा जो शब्द था वो परमेश्वर का शब्द था। ਤੇ ਉਸ ਆਵਾਜ਼ ਨੇ ਮੈਨੂੰ ਇਹ ਵਚਨ ਪੜਾਇਆ ਔਰ ਇਸ ਦੀ ਵਿਆਖਿਆ ਉਹਨੇ ਮੈਨੂੰ ਲਿਖਵਾਈ। ਔਰ ਤੁਸੀਂ ਮੰਨੋਗੇ ਨਹੀਂ, ਮੇਰੇ ਕਮਰੇ 'ਚ 0 ਵਾਟ ਦਾ ਲਾਲ ਰੰਗ ਦਾ ਬੱਲਬ ਸੀ ਔਰ ਅੱਧੀ ਰਾਤ ਦਾ ਸਮੇਂ ਸੀ ਜਦੋਂ ਪਰਮੇਸ਼ਵਰ ਮੈਨੂੰ ਇਹ ਚੀਜ਼ ਲਿਖਵਾ ਰਿਹਾ ਸੀ। ਔਰ ਮੈਂ 2 ਪੇਜ ਆਪਣੀ ਡਾਇਰੀ ਦੇ ਭਰੇ ਔਰ ਅਗਲੇ ਦਿਨ ਮੈਂ ਆਪਣੇ ਚਰਚ 'ਚ ਗਈ ਔਰ ਚਰਚ 'ਚ ਜਾ ਕੇ ਪਾਸਟਰ ਜੀ ਨੂੰ ਦੱਸਿਆ, ਪਾਸਟਰ ਨੂੰ ਦੱਸਿਆ ਕਿ ਇਸ ਤਰ੍ਹਾਂ ਕਰਕੇ ਰਾਤੀ ਮੇਰੇ ਨਾਲ ਹੋਇਆ। ਔਰ ਤੁਸੀਂ ਮੰਨੋਗੇ ਨਹੀਂ, ਮੇਰੀ ਪਾਸਟਰ ਨੇ ਕਿਹਾ ਵੀ ਪਰਮੇਸ਼ਵਰ ਚਾਹੁੰਦਾ ਹੈ ਵੀ ਤੂੰ ਪ੍ਰਚਾਰ ਕਰੇ। ਪਰਮੇਸ਼ਵਰ ਨੇ ਇਸ ਲਈ ਤੈਨੂੰ ਇਹ ਵਚਨ ਨੂੰ ਦੱਸਿਆ ਹੈ ਤਾਂ ਕਿ ਤੂੰ ਲੋਕਾਂ ਨੂੰ ਜਾ ਕੇ ਇਸ ਵਚਨ ਦਾ ਪ੍ਰਚਾਰ ਕਰ। ਔਰ ਅੱਜ ਤੂੰ ਸ਼ਾਮ ਦੀ ਬੰਦਗੀ ਦੇ ਵਿੱਚ ਇਹ ਵਚਨ ਤੋਂ ਲੈ ਕੇ ਪ੍ਰਚਾਰ ਕਰਨਾ ਹੈ। ਔਰ ਤੁਸੀਂ ਮੰਨੋਗੇ ਨਹੀਂ, ਉਸ ਸਮੇਂ ਮੈਂ 13 ਸਾਲਾਂ ਦੀ ਜਦੋਂ ਮੈਂ ਪਹਿਲੀ ਵਾਰ ਪਰਮੇਸ਼ਵਰ ਦੀ ਬਾਈਬਲ ਨੂੰ ਫੜ ਕੇ ਇਸ ਵਚਨ ਨੂੰ ਲੈ ਕੇ ਪਰਮੇਸ਼ਵਰ ਦਾ ਪ੍ਰਚਾਰ ਕੀਤਾ। ਮੈਂ ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ। ਔਰ ਜਿਸ ਤਰ੍ਹਾਂ ਹੁਣ ਤੁਸੀਂ ਮੇਰੇ ਤੋਂ ਪੁੱਛ ਰਹੇ ਸੀ ਕਿ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਬੜੇ ਦੁੱਖ ਝੱਲੇ ਜਾਂ ਜਦੋਂ ਪ੍ਰਭੂ ਦੇ ਵਿੱਚ ਤੁਸੀਂ ਆਏ, ਤੁਸੀਂ ਬਹੁਤ ਹੀ ਮਤਲਬ ਆਪਣੀ ਜ਼ਿੰਦਗੀ 'ਚ ਜੋਖਿਮ ਉਠਾਏ। ਮੁੱਝ ਜਦੋਂ ਮੇਰੀ ਮੈਰਿਜ ਹੋਈ ਪਾਸਟਰ ਜੀ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਦੁੱਖਾਂ ਨੂੰ ਵੇਖਿਆ ਕਿ ਮਤਲਬ ਅਸੀਂ ਸੇਵਕਾਈ ਦੇ ਲਈ ਜਦੋਂ ਅਸੀਂ ਆਪਣੇ ਘਰੋਂ ਨਿਕਲੇ, ਸਾਡੇ ਕੋਲ ਸਿਰਫ 520 ਰੁਪਏ ਲੈ ਕੇ ਪਰਮੇਸ਼ਵਰ ਤੇ ਭਰੋਸਾ ਕਰਕੇ ਅਸੀਂ ਘਰੋਂ ਨਿਕਲੇ। ਔਰ ਜਦੋਂ ਅਸੀਂ ਘਰੋਂ ਗਏ ਤੇ ਪਰਮੇਸ਼ਵਰ ਨੇ ਕੀ ਕੀਤਾ, ਰਸਤੇ ਦੇ ਵਿੱਚ ਇੱਕ ਪਾਸਟਰ ਦਾ ਫੋਨ ਆਇਆ। ਉਹ ਪਾਸਟਰ ਸਾਨੂੰ ਕਹਿ ਰਹੇ ਆ, ਕਹਿੰਦੇ ਵੀ ਤੁਸੀਂ ਮੇਰੇ ਕੋਲ ਹੋ ਕੇ ਜਾਣਾ, ਮੈਨੂੰ ਪਰਮੇਸ਼ਵਰ ਨੇ ਤੁਹਾਡੇ ਲਈ ਕੁਝ ਦੱਸਿਆ ਹੈ। ਮੈਂ ਉਹਨਾਂ ਨੂੰ ਕਿਹਾ ਟਾਲਣ ਦੇ ਲਈ, ਮੈਂ ਕਿਹਾ ਨਹੀਂ ਪਾਸਟਰ ਜੀ ਅਸੀਂ ਨਹੀਂ ਆ ਸਕਦੇ ਕਿਉਂਕਿ ਹਲੇ ਮਤਲਬ ਅਸੀਂ ਬਿਜ਼ੀ ਆ ਤੇ ਅਸੀਂ ਆਪਣੀ ਇੱਕ ਮਤਲਬ ਅਸੀਂ ਲੁਧਿਆਣੇ ਜਾ ਰਹੇ ਹਾਂ। ਤੇ ਉਹਨਾਂ ਨੇ ਕਹਿੰਦੇ ਨਹੀਂ 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 ਤੁਸੀਂ ਨਾ ਜਾਓ, ਪਹਿਲਾਂ ਮੇਰੇ ਕੋਲ ਮੋਗੇ ਹੋ ਕੇ ਫਿਰ ਤੁਸੀਂ ਜਾਣਾ। ਔਰ ਜਿਵੇਂ ਹੀ ਅਸੀਂ ਮਤਲਬ ਉੱਥੇ ਪਹੁੰਚੇ ਔਰ ਪਾਸਟਰ ਦੇ ਕੋਲ ਉਤਰੇ ਤੇ ਪਾਸਟਰ ਉਦੋਂ ਹੀ ਭਵਿਸ਼ਵਾਣੀ ਕਰਨ ਲੱਗੇ। ਉਹ ਦੱਸਣ ਲੱਗ ਗਏ, ਕਹਿੰਦੇ ਵੀ ਤੁਹਾਨੂੰ ਤੁਹਾਡੇ ਘਰਦਿਆਂ ਦੇ ਨੇ ਤੁਹਾਨੂੰ ਨਹੀਂ ਰੱਖਣਾ ਚਾਹਿਆ ਔਰ ਤੁਹਾਨੂੰ ਪਰਮੇਸ਼ਵਰ ਦੇ ਕਰਕੇ ਮਤਲਬ ਆਪਣੀਆਂ ਜ਼ਿੰਦਗੀਆਂ 'ਚ ਉਹਨਾਂ ਨੇ ਕੱਢ ਦਿੱਤਾ ਹੈ ਤੇ ਇਸ ਕਰਕੇ ਤੁਸੀਂ ਜਦੋਂ ਆਪਣੇ ਆ ਰਹੇ ਹੋ ਤੇ ਘਬਰਾਓ ਨਾ, ਪਰਮੇਸ਼ਵਰ ਤੁਹਾਡੇ ਨਾਲ ਹੈ, ਉਹ ਤੁਹਾਨੂੰ ਪਿਆਰ ਕਰਦਾ, ਉਹੀਓ ਤੁਹਾਨੂੰ ਕੱਢ ਕੇ ਲੈ ਕੇ ਆਇਆ। ਜਦੋਂ ਉਹਨਾਂ ਨੇ ਇਹ ਗੱਲ ਕਹੀ ਪਾਸਟਰ ਜੀ ਫੁੱਟ ਫੁੱਟ ਕੇ ਰੋਣ ਲੱਗ ਗਏ, ਵੀ ਆਂਸੂ ਆ ਗਏ। ਔਰ ਅਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਵੇਖਿਆ ਕਿ ਪਰਮੇਸ਼ਵਰ ਕਦੀ ਨਹੀਂ ਛੱਡਦਾ। ਬਾਈਬਲ 'ਚ ਲਿਖਿਆ ਕਹਿੰਦਾ ਕੀ ਅਜਿਹਾ ਹੋ ਸਕਦਾ ਹੈ ਕਿ ਇੱਕ ਜਨਮ ਦੇਣ ਵਾਲੀ ਮਾਂ ਨੂੰ ਭੁੱਲ ਜਾਏ ਤੇ ਕੀ ਕਹਿੰਦੇ ਜਾਂ ਤੁਹਾਡੇ ਦੁੱਧ ਪਿਲਾਉਣ ਵਾਲੀ ਮਾਂ ਤੁਹਾਡੇ ਤੇ ਤਰਸ ਨਾ ਖਾਏ। ਕਹਿੰਦਾ ਹਾਂ ਇਉਂ ਹੋ ਸਕਦਾ, ਪਰ ਪਰਮੇਸ਼ਵਰ ਕਹਿੰਦਾ ਵੇਖ ਮੈਂ ਤੈਨੂੰ ਕਦੀ ਨਾ ਛੱਡਾਂਗਾ ਤੇ ਨਾ ਕਦੀ ਤਿਆਗਾਂਗਾ। ਪਰਮੇਸ਼ਵਰ ਕਹਿੰਦਾ ਮੈਂ ਤੇਰੇ ਜਿਹੜੀ ਤਸਵੀਰ ਹੈ, ਜਿਹੜੀ ਰੂਹ ਹੈ ਤੇਰੀ, ਉਹਨੂੰ ਮੈਂ ਆਪਣੇ ਹੱਥ ਤੇ ਖੋਦ ਕੇ ਬਣਾਇਆ ਤੇ ਤੇਰੀ ਸ਼ਹਿਰਪਣਾ ਸदैव ਮੇਰੇ ਸਾਹਮਣੇ ਬਣੀ ਰਹਿੰਦੀ ਹੈ। ਔਰ ਪਰਮੇਸ਼ਵਰ ਸਾਨੂੰ ਵੇਖਦਾ ਰਹਿੰਦਾ ਹੈ। ਪਰਮੇਸ਼ਵਰ ਨੇ ਸਾਨੂੰ ਇਸ ਵਚਨ ਨੂੰ ਯਾਦ ਕਰਾਇਆ ਔਰ ਸਾਡੀਆਂ ਜ਼ਿੰਦਗੀਆਂ 'ਚ ਇਸ ਵਚਨ ਨੂੰ ਨਿਭਾਇਆ ਵੀ। ਮੈਂ ਸੱਚਮੁੱਚ ਕਹਿ ਰਹੀ ਹਾਂ, ਅਸੀਂ ਜਦੋਂ ਉੱਥੋਂ ਨਿਕਲੇ ਔਰ ਨਿਕਲ ਕੇ 520 ਰੁਪਏ ਸਾਡੇ ਕੋਲ ਸੀ, ਪਰਮੇਸ਼ਵਰ ਨੇ ਸਾਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਤੁਸੀਂ ਜ਼ੀਰੋ ਹੋ, ਲੇਕਿਨ ਪਰਮੇਸ਼ਵਰ ਨੇ ਸਾਨੂੰ ਉੱਥੇ ਲਿਜਾ ਕੇ ਪਰਮੇਸ਼ਵਰ ਨੇ ਸਾਡੀਆਂ ਜ਼ਿੰਦਗੀਆਂ 'ਚ ਕੰਮ ਕੀਤੇ। ਔਰ ਜਦੋਂ ਅਸੀਂ ਲੁਧਿਆਣੇ ਪਹੁੰਚੇ ਉਦੋਂ ਮੈਂ ਮਤਲਬ ਜਦੋਂ ਅਸੀਂ ਇਹ ਲੁਧਿਆਣੇ ਦੇ ਲਈ ਸਫ਼ਰ ਕੀਤਾ, ਅਸੀਂ ਬਾਹਰ ਨਿਕਲੇ ਤੇ ਉਸ ਸਮੇਂ ਮੈਂ ਗਰਭਵਤੀ ਸੀ। ਔਰ ਤੁਸੀਂ ਮੰਨੋਗੇ ਨਹੀਂ, ਜਦੋਂ ਕੀ ਕਹਿੰਦੇ ਮੈਂ ਉਸ ਸਮੇਂ ਲੁਧਿਆਣੇ ਦਾ ਜਦੋਂ ਸਫ਼ਰ ਕੀਤਾ, ਸਫ਼ਰ ਕਰਕੇ ਜਦੋਂ ਉੱਥੇ ਪਹੁੰਚੇ, ਇੱਕ ਪਾਸਟਰ ਨੇ ਸਾਡੀ ਮਦਦ ਕੀਤੀ, ਸਾਨੂੰ ਘਰ ਲੈ ਕੇ ਦਿੱਤਾ 3ਜੀ ਮੰਜ਼ਿਲ ਦੇ ਉੱਤੇ। ਔਰ ਜਿਵੇਂ ਹੀ ਮਤਲਬ ਤੀਸਰੀ ਅਸੀਂ ਪਹੁੰਚੇ, ਮੈਂ ਜਾ ਕੇ ਪਾਸਟਰ ਜੀ ਨੂੰ ਕਹਿ ਰਹੀ ਹਾਂ, ਮੈਂ ਕਿਹਾ ਪਾਸਟਰ ਜੀ ਮੈਨੂੰ ਭੁੱਖ ਲੱਗੀ ਆ। ਪਾਸਟਰ ਜੀ ਕਹਿੰਦੇ ਕੋਈ ਗੱਲ ਨਹੀਂ, ਤੂੰ ਸਫ਼ਰ ਕਰਕੇ ਆਈ ਆ, ਹਲੇ ਇਸ ਤਰ੍ਹਾਂ ਹੀ ਕੱਟਦੇ ਆ ਆਪਾਂ, ਸ਼ਾਮ ਨੂੰ ਜਾ ਕੇ ਕੁਝ ਸਮਾਨ ਖਰੀਦ ਲਾਂਗੇ। ਜਿਵੇਂ ਹੀ ਅਸੀਂ ਮਤਲਬ ਜਾ ਕੇ ਕੀ ਕਹਿੰਦੇ ਮੈਂ ਬੈਠੀ ਆ, ਮੈਂ ਆਪਣੇ ਮਨ 'ਚ ਕਹਿ ਰਹੀ, ਮੈਂ ਕਿਹਾ ਕਦੀ ਮੈਨੂੰ ਭੁੱਖਾ ਨਹੀਂ ਛੱਡਿਆ ਕਿਉਂਕਿ ਪਰਮੇਸ਼ਵਰ ਤੁਹਾਡੇ ਵਚਨ 'ਚ ਲਿਖਿਆ ਬੱਬਰ ਸ਼ੇਰ ਦੇ ਬੱਚੇ ਤਾਂ ਭੁੱਖੇ ਰਹਿ ਸਕਦੇ ਆ ਪਰੰਤੂ ਯਹੋਵਾ ਦੇ ਤਾਲਿਬਾਂ ਨੂੰ ਕਿਸੇ ਭਲੀ ਵਸਤੂ ਦੀ ਕੋਈ ਘਾਟ ਨਹੀਂ ਹੁੰਦੀ। ਮੈਂ ਕਿਹਾ ਪਰਮੇਸ਼ਵਰ ਵੀ ਮੈਨੂੰ ਭੁੱਖ ਲੱਗੀ ਆ। ਔਰ ਤੁਸੀਂ ਮੰਨੋਗੇ ਨਹੀਂ ਕਿ ਪਰਮੇਸ਼ਵਰ ਨੇ ਇੱਕ ਡਾਕਟਰ ਵਾਈਫ ਦੇ ਦਿਲ 'ਚ ਕੰਮ ਕੀਤਾ। ਉਹ ਡਾਕਟਰ ਨੇ ਘਰ ਵਾਲੀ ਨੂੰ ਕਿਹਾ, ਕਹਿੰਦਾ ਵੀ ਉੱਪਰ ਜਿਹੜੇ ਦੀਦੀ ਹੋਣੀ ਆਏ ਆ ਉਹਨਾਂ ਨੂੰ ਜਾ ਕੇ ਤੁਸੀਂ ਚਾਹ ਜਾਂ ਕੁਝ ਦੇ ਕੇ ਆਓ। ਉਹ ਮੈਂ ਆਪਣੇ ਮਨ 'ਚ ਇਹ ਕਹਿ ਰਹੀ ਹਾਂ ਵੀ ਪ੍ਰਭੂ ਮੈਨੂੰ ਭੁੱਖ ਲੱਗੀ ਹੈ। ਔਰ ਜਦ ਹਲੇ ਕਹਿ ਕੇ ਹੀ ਹਟੀਆਂ ਤੇ ਪਰਮੇਸ਼ਵਰ ਨੇ ਉਸ
ਡਾਕਟਰ ਦੀ ਘਰ ਵਾਲੀ ਨੂੰ ਉੱਪਰ ਭੇਜਿਆ। ਉਹ ਆਈ, ਉਹਦੇ ਹੱਥ 'ਚ ਕੈਟਲ ਸੀ ਚਾਹ ਦੀ, ਔਰ ਚਾਹ ਲੈ ਕੇ ਆਈ। ਔਰ ਜਿਵੇਂ ਹੀ ਉਹ ਚਾਹ ਲੈ ਕੇ ਆਈ, ਮੈਂ ਧੰਨਵਾਦ ਤਾਂ ਕੀਤਾ, ਲੇਕਿਨ ਫੇਰ ਹੋਈ ਉਹ, ਮੈਂ ਕਿਹਾ ਪ੍ਰਭੂ ਵੀ ਮੈਨੂੰ ਭੁੱਖ ਲੱਗੀ ਆ, ਲੇਕਿਨ ਫਿਰ ਵੀ ਤੇਰਾ ਸ਼ੁਕਰ ਆ, ਤੂੰ ਚਾਹ ਤਾਂ ਭੇਜਤੀ। ਔਰ ਜਿਵੇਂ ਹੀ ਕੀ ਕਹਿੰਦੇ ਉਹ ਚਾਹ ਦੀ ਕੈਟਲ ਲੈ ਕੇ ਆਈ ਤੇ ਪਾਣ ਲੱਗੀ ਚਾਹ, ਤੇ ਕਹਿੰਦੀ ਦੀਦੀ 2 ਮਿੰਟ ਰੁਕੋ, ਮੈਂ ਹੁਣੀ ਆਨੀ ਆ। ਔਰ ਉਹ ਕੀ ਕਹਿੰਦੇ ਨੀਚੇ ਗਈ, ਨੀਚੇ ਜਾ ਕੇ 10 ਮਿੰਟ ਬਾਅਦ ਜਦੋਂ ਵਾਪਸ ਆਈ, ਤੇ ਵਾਪਸ ਆ ਕੇ ਉਹਨੇ ਕੀ ਕੀਤਾ, ਉਹਦੀ ਪਲੇਟ ਦੇ ਅੰਦਰ ਸਿੱਧੇ ਪਰੌਂਠੇ ਸੀ, ਉਹ ਲੈ ਕੇ ਆਈ। ਔਰ ਪਰ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ। ਪਾਸਟਰ ਜੀ ਤੇ ਮੈਂ ਇੱਕ ਦੂਜੇ ਨੂੰ ਵੇਖਣ ਲੱਗ ਗਏ ਕਿ ਪਰਮੇਸ਼ਵਰ ਸੱਚਮੁੱਚ ਕਦੀ ਨਹੀਂ ਛੱਡਦਾ, ਔਰ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ 'ਚ ਕੰਮ ਕੀਤਾ। ਔਰ ਕੀ ਕਹਿੰਦੇ ਅਸੀਂ ਦੋਨਾਂ ਨੇ ਖਾਣਾ ਖਾਇਆ। ਉਸ ਤੋਂ ਬਾਅਦ ਜਦੋਂ ਮੈਂ ਆਪਣਾ ਪਰਸ ਖੋਲਿਆ, ਔਰ ਬ੍ਰਦਰ ਜਿਵੇਂ ਮੈਂ ਤੁਹਾਨੂੰ ਦੱਸਿਆ, ਘਰੋਂ ਤਾਂ 520 ਰੁਪਏ ਲੈ ਕੇ ਨਿਕਲੇ ਸੀ, ਸਾਡੇ ਕੋਲ ਕੋਈ ਪੈਸਾ ਨਹੀਂ ਸੀ, ਲੇਕਿਨ ਜਦੋਂ ਮੈਂ ਆਪਣਾ ਪਰਸ ਖੋਲਿਆ, ਪਰਮੇਸ਼ਵਰ ਨੇ ਮੇਰੇ ਪਰਸ ਦੇ ਅੰਦਰ 5000 ਰੁਪਏ ਸੀ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ ਸੀ। ਔਰ ਅਸੀਂ ਉੱਠੇ ਔਰ ਆਪਣਾ ਸਾਮਾਨ ਲੈ ਕੇ ਆਏ, ਰਾਸ਼ਨ ਲੈ ਕੇ ਆਏ, ਔਰ ਪਰਮੇਸ਼ਵਰ ਦਾ ਸ਼ੁਕਰ ਕੀਤਾ ਕਿ ਪਰਮੇਸ਼ਵਰ ਨੇ ਸਾਨੂੰ ਮਤਲਬ ਅਦਭੁਤ ਤਰੀਕੇ ਨਾਲ ਕੰਮ ਕੀਤਾ ਸਾਡੀ ਜ਼ਿੰਦਗੀ 'ਚ। ਪਰ ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਪਾਸਟਰ ਜੀ ਉਹਨਾਂ ਦਿਨਾਂ ਦੇ ਵਿੱਚ ਜੌਬ ਵੀ ਕਰਦੇ ਸੀ, ਤੇ ਪਾਸਟਰ ਜੀ ਸਵੇਰ ਚਲੇ ਜਾਂਦੇ ਸੀ ਜੌਬ ਦੇ ਉੱਤੇ, ਔਰ ਮੈਂ ਪਿੱਛੋਂ, ਮੈਨੂੰ ਇਹ ਸੀ, ਮੈਂ ਕਿਹਾ ਖੁਦਾਵੰਦ ਦਾ ਦਾਸ ਜਿਹੜਾ ਹੈ ਉਹ ਕਦੀ ਮਤਲਬ ਨਹੀਂ ਸੋਏ, ਲੇਕਿਨ ਹੁਣ ਸੋਣਾ ਪੈ ਰਿਹਾ। ਮੈਂ ਆਪਣੀ ਮਕਾਨ ਮਾਲਕਣ ਨਾਲ ਗੱਲ ਕੀਤੀ, ਮੈਂ ਕਿਹਾ ਵੀ ਇੱਕ ਟੁੱਟਾ ਮੰਜਾ ਤੁਹਾਡੇ ਕੋਲ ਪਿਆ, ਮੈਂ ਕਿਹਾ ਵੀ ਆਂਟੀ ਮੈਂ ਆ ਮੰਜਾ ਯੂਜ਼ ਕਰ ਸਕਦੀ ਹਾਂ, ਜਦਕਿ ਮੈਨੂੰ ਮੰਜੇ ਮੁੰਜੇ ਦਾ ਕੋਈ ਵੱਲ ਨਹੀਂ ਸੀ, ਮੈਨੂੰ ਕੁਝ ਨਹੀਂ ਪਤਾ ਸੀ ਕਿਵੇਂ ਬਣਾਉਣਾ ਕਿਵੇਂ ਨਹੀਂ ਬਣਾਉਣਾ ਮੰਜਾ। ਔਰ ਲੇਕਿਨ ਮੈਂ ਆਪਣੀ ਉਹਨੂੰ ਆਂਟੀ ਨੂੰ ਪੁੱਛਿਆ, ਮਕਾਨ ਮਾਲਕਣ ਨੂੰ, ਉਹਨੇ ਕਿਹਾ, ਕਹਿੰਦੀ ਵੀ ਲੈ ਲੈ ਤੂੰ ਮੰਜਾ ਜੇ ਲੈ ਸਕਦੀ ਹੈ, ਪਰ ਇਹ ਬੇਟਾ ਟੁੱਟਿਆ ਪਿਆ। ਮੈਂ ਕਿਹਾ ਕੋਈ ਗੱਲ ਨਹੀਂ ਜੀ। ਪਾਸਟਰ ਜੀ ਉੱਥੋਂ ਤੁਰ ਪਏ, ਜਿਵੇਂ ਹੀ ਮਤਲਬ ਡਿਊਟੀ ਤੇ ਗਏ, ਡਿਊਟੀ ਤੇ ਇਹ ਆਪਣਾ ਕੰਮ ਸ਼ੁਰੂ ਕੀਤਾ ਹੋਣਾ ਇਹਨਾਂ ਨੇ, ਮੈਂ ਆਪਣਾ ਇੱਧਰ ਮੰਜੇ ਦਾ ਕੰਮ ਸ਼ੁਰੂ ਕਰ ਲਿਆ। ਜਿਵੇਂ ਹੀ ਇਹ ਗਏ, ਮੈਂ ਛੋਟੇ ਛੋਟੇ ਟੋਟੇ ਜੋੜ ਕੇ ਮੈਂ ਮੰਜਾ ਬਣਾਇਆ, ਮੰਜਾ ਬਣਾ ਕੇ ਤਿਆਰ ਕੀਤਾ। ਤਿਆਰ ਕਰਨ ਤੋਂ ਬਾਅਦ ਕੀ ਕਹਿੰਦੇ ਮੈਂ ਉੱਥੇ ਕੀ ਕਹਿੰਦੇ ਮੰਜਾ ਤਿਆਰ ਕਰਕੇ ਰੱਖਤਾ, ਬਿਲਕੁਲ ਠੀਕ ਕਰਕੇ। ਔਰ ਜਦੋਂ ਸ਼ਾਮ ਨੂੰ ਪਾਸਟਰ ਜੀ ਆਏ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਲਓ ਪਰਮੇਸ਼ਵਰ ਨੇ ਤੁਹਾਡੇ ਲਈ ਮੰਜਾ ਦੇ ਦਿੱਤਾ। ਔਰ ਕਹਿੰਦੇ ਚਲੋ ਠੀਕ ਹੈ, ਧੰਨਵਾਦ ਕੀਤਾ ਇਹਨਾਂ ਨੇ ਵੀ। ਔਰ ਜਦੋਂ ਰਾਤ ਨੂੰ ਸੌਣ ਲੱਗੇ, ਕਹਿੰਦੇ ਨਹੀਂ ਵੀ ਤੂੰ ਵੀ ਆ ਜਾ, ਇੱਥੇ ਆਪਾਂ ਦੋਨੋਂ ਹੀ ਲੇਟ ਜਾਵਾਂਗੇ। ਜਿਵੇਂ ਅਸੀਂ ਲੇਟਣ ਲੱਗੇ, ਉਹ ਮੰਜਾ ਟੁੱਟ ਗਿਆ। ਔਰ ਜਿਵੇਂ ਉਹ ਮੰਜਾ ਟੁੱਟ ਗਿਆ, ਉਸ ਤੋਂ ਬਾਅਦ ਕੀ ਹੋਇਆ, ਕੀ ਕਹਿੰਦੇ ਫਿਰ ਵੀ ਅਸੀਂ ਪਰਮੇਸ਼ਵਰ ਦਾ ਧੰਨਵਾਦ ਕੀਤਾ ਕਿ ਕੋਈ ਗੱਲ ਨਹੀਂ, ਪਰਮੇਸ਼ਵਰ ਖੁਸ਼ੀ ਮਤਲਬ ਸਾਡੇ ਅੰਦਰ ਹੈਗੀ ਆ, ਅਸੀਂ ਉਸ ਦੇ ਵਿੱਚ ਹੀ ਆਨੰਦਿਤ ਹਾਂ। ਔਰ ਅਗਲੇ ਦਿਨ ਫੇਰ ਹੋਇਆ, ਮੈਂ ਪ੍ਰਤੀ ਦਿਨ ਇਸ ਚੀਜ਼ ਨੂੰ ਕਰਦੀ ਰਹੀ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਦੇ ਲਈ, ਪਰਮੇਸ਼ਵਰ ਦੀ ਨਾਮ ਦੀ ਮਹਿਮਾ ਦੇ ਲਈ। ਔਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਸੀਂ ਕਿਰਾਇਆ ਦੇ ਸਕਦੇ ਸੀ, ਸਾਡੇ ਕੋਲ ਸਾਡੀ ਜੋ ਕੰਡੀਸ਼ਨ ਸੀ ਉਸ ਸਮੇਂ, ਅਸੀਂ ਕਿਰਾਇਆ ਦੇ ਸਕਦੇ ਸੀ, ਲੇਕਿਨ ਕਿਰਾਏ ਦੇ ਉੱਤੇ ਕੋਈ ਵੀ ਬਿਜਲੀ ਦਾ ਬਿੱਲ ਐਕਸਟਰਾ ਨਹੀਂ ਦੇ ਸਕਦੇ ਸੀ। ਤੇ ਪਾਸਟਰ ਜਦੋਂ ਮੀਟਿੰਗ ਮਤਲਬ ਉੱਥੇ ਚਲੇ ਜਾਂਦੇ ਸੀਗੇ ਡਿਊਟੀ ਤੇ, ਮੈਂ ਪਿੱਛੋਂ ਕੀ ਕਰਦੀ ਸੀ, ਪੱਖੀ ਲੈ ਕੇ ਬਾਹਰ ਬੈਠੀ ਰਹਿੰਦੀ ਸੀ ਔਰ ਪ੍ਰਾਰਥਨਾ ਕਰਦੀ ਰਹਿੰਦੀ ਸੀ। ਔਰ ਕੀ ਕਹਿੰਦੇ ਮੈਂ ਪ੍ਰਾਰਥਨਾ ਕੀਤੀ ਇੱਕ ਦਿਨ ਮੀਟਰ ਵੱਲ ਨੂੰ ਵੇਖ ਕੇ, ਮੈਂ ਕਿਹਾ ਪ੍ਰਭੂ ਵੀ ਇਸ ਮੀਟਰ ਦੇ ਉੱਤੇ ਜ਼ਿਆਦਾ ਬਿੱਲ ਨਾ ਆਵੇ, ਇਹਨੂੰ ਤੂੰ ਆਪਣੇ ਹੱਥਾਂ 'ਚ ਲੈ ਕੇ ਚਲਾ, ਔਰ ਜੋ ਤੇਰੀ ਮਰਜ਼ੀ ਆ ਉਹ ਪੂਰੀ ਹੋਵੇ। ਔਰ ਉਸ ਤੋਂ ਬਾਅਦ ਕੀ ਹੋਇਆ, ਸਾਡਾ 2 ਮਹੀਨੇ ਦਾ ਬਿੱਲ ਜਿਹੜਾ ਆਇਆ, ਪਾਸਟਰ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਸਾਡਾ 2 ਮਹੀਨੇ ਦਾ ਬਿੱਲ ਸਿਰਫ 10 ਰੁਪਏ ਆਇਆ। ਸਾਡੀ ਮਕਾਨ ਮਾਲਕਣ ਸਾਡੇ ਤੋਂ ਚਿੜ ਗਈ, ਉਹ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ ਵੀ 2 ਮਹੀਨੇ ਦਾ ਬਿੱਲ 10 ਰੁਪਏ ਤੁਹਾਡਾ ਆ ਰਿਹਾ। ਕਹਿੰਦੇ ਮੈਂ ਤਾਂ ਆਪਣੇ ਮਕੈਨਿਕ ਨੂੰ ਬੁਲਾ ਕੇ ਚੈੱਕ ਕਰਾਉਂਗੀ, ਤੁਸੀਂ ਮੀਟਰ ਨਾਲ ਛੇੜਖਾਨੀ ਕੀਤੀ ਹੈ। ਪਾਸਟਰ ਜੀ ਨੇ ਕਿਹਾ, ਕਹਿੰਦੇ ਵੀ ਅਸੀਂ ਮੀਟਰ ਨੂੰ ਛੇੜ ਕੇ ਕੀ ਕਰਾਂਗੇ, ਤੁਸੀਂ ਕੋਈ ਨਹੀਂ ਆਪਣੇ ਮਕੈਨਿਕ ਨੂੰ ਬੁਲਾ ਲਓ। ਔਰ ਜਦੋਂ ਮਕੈਨਿਕ ਆਇਆ ਤਾਂ ਸੱਚਮੁੱਚ ਪਰਮੇਸ਼ਵਰ ਜਿਵੇਂ ਕਰਦਾ ਉਹਦੇ ਕੰਮਾਂ ਨੂੰ ਸੱਚ ਕੋਈ ਨਹੀਂ ਜਾਣ ਸਕਦਾ। ਔਰ ਪਰਮੇਸ਼ਵਰ ਦੀਆਂ ਭਲਾਈਆਂ ਜਿਹੜੀਆਂ ਉਹ ਬਹੁਤ ਹੀ ਵੱਧ ਹਨ। ਤੇ ਪਰਮੇਸ਼ਵਰ ਨੇ ਕੀ ਕੀਤਾ, ਉਹ ਮਕੈਨਿਕ ਦੇ ਦਿਲ ਦੇ ਵਿੱਚ ਗੱਲ ਪਾਈ। ਮਕੈਨਿਕ ਜਦੋਂ ਮਕਾਨ ਮਾਲਕ ਨਾਲ ਗੱਲ ਕਰ ਰਿਹਾ ਸੀ ਤੇ ਉਹਨੇ ਕਿਹਾ, ਕਹਿੰਦਾ ਜੀ ਮੀਟਰ ਤਾਂ ਤੁਹਾਡਾ ਬਿਲਕੁਲ ਠੀਕ ਚੱਲ ਰਿਹਾ, ਮੀਟਰ 'ਚ ਤਾਂ ਕੋਈ ਗੜਬੜ ਨਹੀਂ ਹੈ। ਤੇ ਉਹ ਇੱਕਦਮ ਸ਼ਰਮਿੰਦਾ ਹੋ ਗਈ, ਉਹਨੇ ਦੁਬਾਰਾ ਆ ਕੇ ਨਹੀਂ ਫਿਰ ਕਹਿੰਦਾ ਵੀ ਤੁਹਾਡਾ ਬਿੱਲ ਇੰਨਾ ਘੱਟ ਕਿਉਂ ਆਉਂਦਾ। ਤੇ ਉਸ ਤੋਂ ਬਾਅਦ ਕੀ ਕਹਿੰਦੇ ਪਰਮੇਸ਼ਵਰ ਦਾ ਸ਼ੁਕਰ ਕੀਤਾ। ਔਰ ਮੈਂ ਪੂਰਾ ਦਿਨ ਪੰਖਾ ਚਲਾਉਂਦੀ ਸੀ, ਪੂਰਾ ਦਿਨ ਅਸੀਂ ਵਚਨ ਸੁਣਦੇ ਸੀ, ਗੀਤ ਵੀਡੀਓ ਲਗਾ ਕੇ, ਲੇਕਿਨ ਕਦੀ ਮਤਲਬ ਏਦਾਂ ਪ੍ਰੋਬਲਮ ਨਹੀਂ ਹੋਈ ਸਾਨੂੰ, ਕਦੀ ਸਾਡਾ ਬਿੱਲ ਜ਼ਿਆਦਾ ਨਹੀਂ ਆਇਆ, ਕੁਝ ਨਹੀਂ। ਪਰਮੇਸ਼ਵਰ ਦੇ ਹੱਥਾਂ ਦੇ ਅੰਦਰ ਹਰ ਇੱਕ ਚੀਜ਼ ਸੀ। ਤੇ ਉਸ ਦੌਰਾਨ ਕੀ ਹੋਇਆ, ਮੇਰਾ ਮਿਸਕੈਰੇਜ ਹੋ ਗਿਆ। ਅੱਧੀ ਰਾਤ ਦੇ ਸਮੇਂ ਮੈਨੂੰ ਪ੍ਰੋਬਲਮ ਹੋਈ ਔਰ ਮੇਰਾ ਮਿਸਕੈਰੇਜ ਹੋ ਗਿਆ। ਔਰ ਮੇਰੇ ਕੋਲ ਜਾਂ ਪਾਸਟਰ ਜੀ ਕੋਲ ਇੰਨੇ ਪੈਸੇ ਨਹੀਂ ਸੀ ਕਿ ਅਸੀਂ ਐਡਮਿਟ ਹੋ ਜਾਂਦੇ।
ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਸਾਡੇ ਕੋਲ ਕਿ ਅਸੀਂ ਕੀ ਕਰਦੇ, ਮੈਂ ਐਡਮਿਟ ਹੋ ਸਕਦੀ। ਤੇ ਕੀ ਹੋਇਆ, ਅੱਧੀ ਅੱਧੀ ਰਾਤ ਦੇ ਸਮੇਂ ਕੀ ਕਹਿੰਦੇ ਜਦੋਂ ਇਹ ਮੈਨੂੰ ਪ੍ਰੋਬਲਮ ਹੋਈ, ਤਾਂ ਫਿਰ ਪਰਮੇਸ਼ਵਰ ਨੇ ਇੱਕ ਡਾਕਟਰ ਨੂੰ, ਜੋ ਇਹਨਾਂ ਦੇ ਕੋਲੋਂ ਵਚਨ ਵੀ ਸਿੱਖਦੇ ਸੀ, ਉਹ ਭਰਾ ਨੂੰ ਲੈ ਕੇ ਆਏ। ਉਹ ਭਰਾ ਨੇ ਮਤਲਬ ਅਗਲੇ ਦਿਨ ਮੈਨੂੰ ਲੈ ਜਾ ਕੇ ਡਾਕਟਰ ਦੇ ਕੋਲ ਬਿਠਾਇਆ, ਪਰ ਉੱਥੇ ਵੀ ਕੋਈ ਟ੍ਰੀਟਮੈਂਟ ਨਹੀਂ ਮਿਲਿਆ। ਮੈਨੂੰ ਵਾਪਸ ਲੈ ਜਾ ਮਤਲਬ ਇਹਨਾਂ ਦੇ ਜਿਹੜੇ ਮੰਮੀ ਸੀ ਉਹ ਲੈ ਕੇ ਵਾਪਸ ਫਿਰੋਜ਼ਪੁਰ ਚਲੇ ਗਏ, ਔਰ ਉੱਥੇ ਕਹਿੰਦੇ ਟ੍ਰੀਟਮੈਂਟ ਕਰਾਵਾਂਗੇ। ਬਟ ਫਿਰ ਉਹੀ ਉਹ ਗੱਲਾਂ ਸ਼ੁਰੂ ਹੋ ਗਈਆਂ ਪ੍ਰਾਰਥਨਾ ਦੇ ਵਿੱਚ। ਉਹ ਮਨਾ ਕਰਦੇ ਸੀ, ਨਹੀਂ ਬੈਠਣਾ, ਇਹ 24 ਘੰਟੇ ਥੋੜੀ ਹੁੰਦਾ ਹੈ, ਇਹ ਹੈ ਉਹ। ਔਰ ਅਸੀਂ ਪ੍ਰਾਰਥਨਾ ਕਰਦੇ ਸੀ, ਹਰ ਇੱਕ ਕੰਮ ਨੂੰ ਕਰਕੇ ਮਤਲਬ ਉਹਨਾਂ ਦੇ ਕਰਕੇ ਦਿੰਦੇ ਸੀਗੇ, ਲੇਕਿਨ ਫਿਰ ਵੀ ਉਹ ਵਿਰੋਧ ਕਰਦੇ ਹੀ ਰਹਿੰਦੇ ਸੀਗੇ। ਲੇਕਿਨ ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ ਕਿ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਔਰ ਸੇਵਕਾਈ ਦੇ ਦੌਰਾਨ 3 ਮਿਸਕੈਰੇਜ ਮੇਰੇ ਹੋਏ। ਦੂਜੀ ਵਾਰ ਵੀ ਇਸ ਤਰ੍ਹਾਂ ਹੀ ਮੇਰੇ ਜੀਵਨ ਦੇ ਵਿੱਚ ਮਤਲਬ ਮੈਨੂੰ ਸਾਇਲੈਂਟ ਮਿਸਕੈਰੇਜ ਹੋ ਗਿਆ, ਜੋ ਮੈਨੂੰ ਨਹੀਂ ਪਤਾ ਲੱਗਿਆ। ਗਰਭਪਾਤ ਹੋ ਗਿਆ। ਔਰ ਉਹਦੇ ਵਿੱਚ ਕੀ ਕਹਿੰਦੇ ਮੇਰੀ ਹਾਲਤ ਇੰਨੀ ਕਮਜ਼ੋਰ ਹੋ ਗਈ ਸੀ, ਲੇਕਿਨ ਫਿਰ ਵੀ ਪਰਮੇਸ਼ਵਰ ਮੈਨੂੰ ਬਲ ਦਿੰਦਾ ਗਿਆ। ਉਹਨਾਂ ਦੇ ਦੌਰਾਨ ਅਸੀਂ ਦੋਨਾਂ ਜਣਿਆਂ ਨੇ ਪ੍ਰਾਰਥਨਾ ਕੀਤੀ। ਇੱਕ ਟਾਈਮ ਐਸਾ ਆਇਆ ਕਿ ਪਾਸਟਰ ਜੀ ਵੀ ਬਿਮਾਰ ਸੀ। ਪਾਸਟਰ ਜੀ ਨੂੰ ਟਾਈਫਾਇਡ ਹੋ ਗਿਆ, ਪ੍ਰਾਈਵੇਟ ਨੌਕਰੀ ਕਰਦੇ ਸੀ। ਪਾਸਟਰ ਜੀ ਨੂੰ ਟਾਈਫਾਇਡ ਹੋ ਗਿਆ ਔਰ ਮੇਰਾ ਮਿਸਕੈਰੇਜ ਹੋ ਗਿਆ, ਗਰਭਪਾਤ ਹੋ ਗਿਆ, ਔਰ ਅਸੀਂ ਦੋਨੋਂ ਜਣੇ ਬਿਮਾਰ ਹਾਂ। ਔਰ ਇਹਨਾਂ ਦੇ ਮਾਮਾ ਜੀ ਉਹ ਡਾਕਟਰ ਸੀਗੇ, ਉਹਨਾਂ ਨਾਲ ਗੱਲ, ਉਹ ਕਹਿੰਦੇ ਮੇਰੇ ਘਰੇ ਆ ਜਾਓ ਤੁਸੀਂ। ਉਹ ਸਾਨੂੰ ਲੈ ਕੇ ਚਲੇ ਗਏ ਆਪਣੇ ਘਰੇ, ਔਰ ਉੱਥੇ ਪਾਸਟਰ ਜੀ ਤਾਂ ਬਿਲਕੁਲ ਬੇਹੋਸ਼ ਪਏ ਸੀ। ਇਹਨਾਂ ਨੂੰ 103 ਬੁਖਾਰ ਸੀ ਔਰ ਅੱਖਾਂ ਨਹੀਂ ਖੋਲ ਰਹੇ ਸੀ। ਔਰ ਮੇਰਾ ਮਿਸਕੈਰੇਜ ਹੋਇਆ, ਮੈਨੂੰ ਵੇਖਣ ਵਾਲਾ ਕੋਈ ਨਹੀਂ ਸੀ। ਉਸ ਟਾਈਮ ਤੇ ਮੈਂ ਜ਼ਮੀਨ ਤੇ ਬੈਠ ਕੇ ਅੱਖਾਂ ਬੰਦ ਕਰਕੇ ਮੇਰੇ ਹੰਝੂ ਡਿੱਗ ਰਹੇ ਸੀ ਪਰਮੇਸ਼ਵਰ ਅੱਗੇ। 3 ਦਿਨ ਮੈਂ ਲਗਾਤਾਰ ਪਰਮੇਸ਼ਵਰ ਨੂੰ ਇਹੀ ਕਹਿੰਦੀ ਰਹੀ, ਮੇਰੇ ਪਤੀ ਦੀਆਂ ਅੱਖਾਂ ਨੂੰ ਖੋਲ ਦੇ ਪਰਮੇਸ਼ਵਰ, ਇਹ ਤੋਂ ਬਗੈਰ ਮੇਰਾ ਕੋਈ ਨਹੀਂ ਹੈ। ਮੈਂ ਤੇਰੀ ਸੇਵਾ ਕਰਨ ਲਈ ਨਿਕਲੀ ਹਾਂ ਪਰਮੇਸ਼ਵਰ, ਔਰ ਅਸੀਂ ਦੋਨੋਂ ਤੇਰੀ ਸੇਵਾ ਕਰਦੇ ਹਾਂ, ਤੂੰ ਸੰਭਾਲ ਸਾਨੂੰ। ਔਰ ਸੱਚਮੁੱਚ ਕੀ ਹੋਇਆ, ਜਦੋਂ ਮੈਂ ਤੀਸਰੇ ਦਿਨ ਪ੍ਰਾਰਥਨਾ ਕਰ ਰਹੀ ਸੀ, ਤੀਸਰਾ ਦਿਨ ਹੋ ਗਿਆ ਮੈਨੂੰ, ਤੀਸਰੇ ਦਿਨ ਪਾਸਟਰ ਜੀ ਨੇ ਅੱਖਾਂ ਖੋਲੀਆਂ, ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ। ਲੇਕਿਨ ਫਿਰ ਵੀ ਹਲੇ ਕਮਜ਼ੋਰ ਸੀਗੇ ਸਰੀਰ 'ਚ, ਤੰਦਰੁਸਤ ਹੋ ਗਏ। ਔਰ ਮਤਲਬ ਕੀ ਹੋਇਆ, ਡਾਕਟਰ ਨੇ ਸਾਨੂੰ ਇਹ ਕਹਿਤਾ, ਕਹਿੰਦੇ ਵੀ ਇਹ ਦਲੀਆ ਖਾ ਸਕਦੇ ਆ। ਹੁਣ ਸਾਨੂੰ ਨਹੀਂ ਪਤਾ ਸੀ ਕਿ ਟਾਈਫਾਇਡ ਦੇ ਵਿੱਚ ਦਲੀਆ ਨਹੀਂ ਦਿੰਦੇ। ਔਰ ਜਿਵੇਂ ਹੀ ਮਤਲਬ ਪਾਸਟਰ ਜੀ ਨੂੰ ਦਲੀਆ ਦਿੱਤਾ, ਔਰ ਤੁਸੀਂ ਮੰਨੋਗੇ ਨਹੀਂ, ਇਹਨਾਂ ਦੇ ਮਤਲਬ ਪੋਟੀ ਦੀ ਜਗ੍ਹਾ ਖੂਨ ਦੇ ਡਲੇ ਇਹਨਾਂ ਦੀ ਲੈਟਰਿਨ ਚੋਂ ਨਿਕਲਣ ਲੱਗ ਗਏ, ਔਰ ਤਤੀਰੀਆਂ ਪਾਣੀ ਵਾਂਗੂ ਖੂਨ ਦੀਆਂ ਵਗਣ ਲੱਗ ਗਈਆਂ। ਔਰ ਇਹ ਵੇਖ ਕੇ ਘਬਰਾ ਗਏ ਵੀ ਪਤਾ ਨਹੀਂ ਕੀ ਹੋਇਆ। ਤੇ ਉਸ ਸਮੇਂ ਫਿਰ ਅਸੀਂ ਪ੍ਰਾਰਥਨਾ ਕੀਤੀ ਪ੍ਰਭੂ ਯਿਸੂ ਮਸੀਹ ਦੇ ਅੱਗੇ। ਪਰਮੇਸ਼ਵਰ ਨੇ ਹਰ ਇੱਕ ਤਰੀਕੇ ਨਾਲ ਆਪਣੇ ਦਾਸ ਨੂੰ ਤੰਦਰੁਸਤ ਕੀਤਾ, ਮੈਨੂੰ ਤੰਦਰੁਸਤ ਕੀਤਾ। ਔਰ ਅੱਜ ਪ੍ਰਭੂ ਦੀ ਕਿਰਪਾ ਦੇ ਨਾਲ ਸਾਡੇ ਕੋਲ 9 ਸਾਲ ਦੀ ਬੇਟੀ ਹੈ। ਪਰਮੇਸ਼ਵਰ ਨੇ ਬੇਟੀ ਦਿੱਤੀ 5 ਸਾਲ ਬਾਅਦ ਮੇਰੀ ਮੈਰਿਜ ਦੇ, ਕਿਉਂਕਿ ਪ੍ਰਭੂ ਦੀ ਯੋਜਨਾ ਸੀ। ਇਸ ਸਮੇਂ ਸੀ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਨੂੰ ਪਾਉਣ ਦਾ। ਪਰਮੇਸ਼ਵਰ ਨੇ ਸਾਨੂੰ ਰੂਪ 'ਚ ਸਾਡੀ ਬੇਟੀ ਰੇਚਲ ਦਿੱਤੀ। ਅਸੀਂ ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ। ਉਸ ਤੋਂ ਬਾਅਦ ਪਰਮੇਸ਼ਵਰ ਨੇ ਸਾਡੇ ਦੋਨਾਂ ਨਾਲ ਗੱਲ ਕੀਤੀ, ਮੇਰੇ ਨਾਲ ਔਰ ਪਾਸਟਰ ਜੀ ਨਾਲ। ਅਸੀਂ ਫਿਰੋਜ਼ਪੁਰ 'ਚ ਸੀਗੇ, ਪਰ ਪਰਮੇਸ਼ਵਰ ਨੇ ਇਹਨਾਂ ਨੂੰ ਸੁਪਨਾ ਵਿਖਾਇਆ ਕਿ ਇਹਨਾਂ ਨੇ ਵੇਖਿਆ ਕਿ ਸਾਡੇ ਜਿਹੜੇ ਅਗੂਏ ਹੈ ਉਹ ਸਾਨੂੰ ਕਹਿ ਰਹੇ ਹੈ ਕਿ ਅਗਲਾ ਸਟੇਸ਼ਨ ਤੁਹਾਡਾ ਹੁਣ ਚੰਡੀਗੜ੍ਹ ਹੈ। ਪਰ ਪਰਮੇਸ਼ਵਰ ਸਾਨੂੰ ਚੰਡੀਗੜ੍ਹ ਲੈ ਕੇ ਆਇਆ। ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਆਏ, ਅਸੀਂ ਦੋਨੋਂ ਜਣੇ ਸ਼ਾਮ ਦੇ ਸਮੇਂ 7 ਵਜੇ ਅਸੀਂ ਜਦੋਂ ਚੰਡੀਗੜ੍ਹ 'ਚ ਪੈਰ ਧਰਿਆ, 43 ਦੇ ਬੱਸ ਸਟੈਂਡ ਤੇ ਆਏ। ਉੱਥੇ ਅਸੀਂ ਦੋਨੋਂ ਜਣਿਆਂ ਦੀਆਂ ਅੱਖਾਂ 'ਚ ਪਾਣੀ ਸੀ ਜਦੋਂ ਅਸੀਂ ਰਿਕਸ਼ੇ ਤੇ ਬੈਠੇ, ਕਿਉਂਕਿ ਪਾਸਟਰ ਦੇ ਇੱਕ ਦੋਸਤ ਨੇ ਸਾਨੂੰ ਆਪਣੇ ਘਰੇ ਆਸ਼ਰय ਦਿੱਤਾ ਸੀ। ਉਹਨਾਂ ਨੇ ਕਿਹਾ, ਮਤਲਬ ਪਾਸਟਰ ਜੀ ਤੇ ਮੈਂ ਰੋ ਰਹੇ ਸੀ ਕਿ ਪਰਮੇਸ਼ਵਰ ਇੰਨੇ ਵੱਡੀ ਸਿਟੀ ਦੇ ਅੰਦਰ ਅਸੀਂ ਆ ਗਏ ਹਾਂ, ਪਰ ਸਾਡੇ 'ਚ ਤਾਕਤ ਨਹੀਂ ਹੈ ਇਸ ਸਿਟੀ ਦੇ ਵਿੱਚ ਰਹਿਣ ਦੀ। ਪਰ ਪਰਮੇਸ਼ਵਰ ਤੂੰ ਸਭ ਕੁਝ ਕਰ ਸਕਦਾ ਹੈ, ਤੂੰ ਜੇ ਲੈ ਕੇ ਆਇਆ ਤੂੰ ਹੀ ਸੰਭਾਲੇਗਾ। ਔਰ ਪਰਮੇਸ਼ਵਰ ਨੇ ਸਾਨੂੰ ਸੰਭਾਲਿਆ। ਪਰ ਉਰੇ ਜਦੋਂ ਅਸੀਂ ਆਏ, ਉਰੇ ਵੀ ਪਰਮੇਸ਼ਵਰ ਨੇ ਇੱਕ ਭਰਾ ਦੇ ਨਾਲ ਮਿਲਾਇਆ, ਔਰ ਪਰਮੇਸ਼ਵਰ ਨੇ ਵਰੁਣ ਹੈ ਉਹਨਾਂ ਦਾ ਨਾਮ, ਤੇ ਉਹਨਾਂ ਦੇ ਘਰ ਦੇ ਵਿੱਚ ਅਸੀਂ ਰਹੇ ਕੁਝ ਸਮੇਂ। ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਸਾਨੂੰ ਆਹ ਕਰ ਦਿੱਤਾ, ਇੱਥੇ ਅਸੀਂ ਆਏ, ਇੱਥੇ ਪਰਮੇਸ਼ਵਰ ਦੀ ਮਹਿਮਾ ਨੂੰ ਪਾਇਆ, ਔਰ ਅਸੀਂ ਸੇਵਕਾਈ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਕੋਲ ਕੁਝ ਨਹੀਂ ਸੀਗਾ ਜੀ। ਮੈਂ ਸਿਸਟਰ ਇੱਥੇ ਜਦੋਂ ਤੁਸੀਂ ਹੁਣ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਹੀ ਸੇਵਾ ਕਰਦੇ ਆ ਨਾ? ਬ੍ਰਦਰ ਅਸੀਂ ਚੰਡੀਗੜ੍ਹ ਦੇ ਵਿੱਚ ਹੀ ਸੇਵਾ ਕਰ, ਚੰਡੀਗੜ੍ਹ ਦੇ ਅੰਦਰ ਹੀ ਅਸੀਂ ਚਰਚ ਕਰ ਰਹੇ ਹਾਂ, ਮੁੱਲਾਪੁਰ ਦੇ ਅੰਦਰ। ਓਕੇ, ਤੁਸੀਂ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਐਕਚੁਅਲੀ ਬੈਕਗ੍ਰਾਉਂਡ ਤੋਂ ਆਪਣਾ
ਕਿਹਨਾਂ ਨੂੰ ਤੁਸੀਂ ਮੰਨਦੇ ਸੀ? ਬੈਕਗ੍ਰਾਉਂਡ ਕਿਹੜੇ ਕਿਹੜੇ ਗੁਰੂਆਂ ਨੂੰ ਮੰਨਦੇ ਸੀ ਤੁਸੀਂ? ਅਸੀਂ ਜੀ ਰਵਿਦਾਸ ਗੁਰੂਆਂ ਨੂੰ ਮੰਨਦੇ ਸੀ। ਤੁਹਾਨੂੰ ਹੁਣ ਉਹਨਾਂ ਨੇ ਕਦੀ, ਤੁਹਾਨੂੰ ਫੈਮਿਲੀ ਨੇ ਜਾਂ ਤੁਹਾਡੇ ਪਰਿਵਾਰ ਨੇ ਤੁਹਾਨੂੰ ਕਿਹਾ ਨਹੀਂ ਕਿ ਤੁਸੀਂ ਇੱਧਰ ਕਿਉਂ ਚਲ ਗਏ ਆ, ਤੁਹਾਨੂੰ ਤੁਸੀਂ ਵਾਪਸ ਮੁੜ ਕੇ ਆਓ, ਤੁਸੀਂ ਕਿਉਂ ਕਰਦੇ ਹੋ ਐਸਾ? ਇਦਾਂ ਦੀ ਗੱਲਾਂ ਕਦੇ ਹੁਣ ਕੁਐਸਚਨ ਕਦੇ ਹੋਏ ਨਹੀਂ ਅੱਜ ਉਹਨਾਂ ਨਾਲ? ਨਹੀਂ 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 ਬ੍ਰਦਰ, ਪਹਿਲਾਂ ਕਰਦੇ ਸੀ, ਮੈਂ ਤੁਹਾਨੂੰ ਦੱਸਿਆ ਨਾ, ਉਹ ਸਾਰੇ ਵਿਰੋਧ 'ਚ ਖੜੇ ਹੋ ਗਏ ਸੀ। ਪਹਿਲਾਂ ਕਰਦੇ ਸੀ, ਪਰ ਹੁਣ ਤਾਂ ਉਹਨਾਂ ਵਿੱਚੋਂ ਕੋਈ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਤਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਲਿਆ ਹੈ ਔਰ ਉਹਨੂੰ ਹੀ ਮੰਨਣਾ ਹੈ। ਤਾਂ ਹੁਣ ਉਹ ਮੈਨੂੰ ਨਹੀਂ ਕੁਝ ਕਹਿੰਦੇ ਕਦੀ ਵੀ। ਤੇ ਕਿਹੜਾ ਪਿੰਡ, ਕਿਹੜਾ ਆਪਣਾ, ਤੁਸੀਂ ਸ਼ਹਿਰ ਤੋਂ ਹੋ ਪਿੱਛੋਂ ਜਾਂ ਪਿੰਡ ਵਿੱਚੋਂ ਸੀ? ਮੇਰੇ ਮਤਲਬ ਮੈਂ ਜੰਮੀ ਪਲੀ ਪਟਿਆਲੇ ਦੇ ਸ਼ਹਿਰ ਦੇ ਵਿੱਚ ਹਾਂ, ਪਰ ਮੇਰੇ ਜਿਹੜੇ ਦਾਦਕੇ ਹੈ ਉਹ ਨਵੇਂ ਸ਼ਹਿਰ। ਠੀਕ ਆ, ਠੀਕ ਆ, ਠੀਕ ਆ। ਲਾਈਕ ਪੰਜਾਬ, ਤੁਸੀਂ ਪੰਜਾਬ ਤੋਂ ਸੀ? ਆਪਣੇ ਪੰਜਾਬ ਤੋਂ ਤੁਸੀਂ ਨਾ? ਹਾਂਜੀ ਬ੍ਰਦਰ, ਅਸੀਂ ਪੰਜਾਬ ਤੋਂ ਹਾਂ। ਮੈਂ ਤੁਹਾਡੇ ਨਾਲ ਅਕਸਰ ਗੱਲ ਕਰਦਾ ਹੁੰਦਾ ਤੇ ਹਿੰਦੀ ਵਿੱਚ ਗੱਲ ਕਰਦੇ ਆ। ਅੱਜ ਪਹਿਲੀ ਵਾਰੀ ਮੈਨੂੰ ਪਤਾ ਲੱਗਾ ਕਿ ਤੁਸੀਂ ਪੰਜਾਬੀ ਬੋਲਦੇ ਆ, ਤੇ ਮੈਂ ਪੰਕਜ ਜੀ ਨਾਲ ਹਮੇਸ਼ਾ ਹੀ ਹਿੰਦੀ ਬੋਲਦਾ, ਤੇ ਮੈਂ ਸੋਚਿਆ ਵੀ ਤੁਸੀਂ ਮੈਨੂੰ ਕਿਹਾ ਨਹੀਂ ਨਹੀਂ ਤੁਸੀਂ ਪੰਜਾਬੀ 'ਚ ਗੱਲ ਕਰਦੇ ਆਪਾਂ, ਤੇ ਮੈਂ ਥੋੜਾ ਜਿਹਾ ਫੇਰ ਮੈਂ ਸੋਚਣ ਲੱਗ ਪਿਆ ਵੀ ਇਹ ਤਾਂ ਕੁੜੀ ਪੰਜਾਬ ਦੀ ਹੈ। ਫੇਰ ਮੈਂ ਸੋਚਿਆ ਵੀ ਪਾਸਟਰ ਜੀ ਤੇ ਨਹੀਂ ਹਿੰਦੀ ਬੋਲਦੇ ਆ, ਵੀ ਪੰਜਾਬ ਦਾ ਬਹੁਤ ਸਾਰਾ ਏਰੀਆ ਹੈਗਾ ਕਿ ਜਿਹਦੇ ਵਿੱਚ ਹਿੰਦੀ ਬੋਲੀ ਜਾਂਦੀ ਆ, ਕਿਉਂਕਿ ਹਰਿਆਣਾ ਵੀ ਕਾਫੀ ਹੈਗਾ ਕਿ ਜਿਹੜਾ ਪੰਜਾਬੀ ਪੰਜਾਬ 'ਚ ਹੀ ਪੈ ਜਾਂਦਾ ਵਾ, ਤੇ ਕਾਫੀ ਲੋਕ ਉੱਥੇ ਹਿੰਦੀ ਬੋਲਦੇ ਆ। ਤੁਸੀਂ ਫਿਰ ਬੈਕਗ੍ਰਾਉਂਡ ਤੁਹਾਡੀ ਨਵਾਂ ਸ਼ਹਿਰ ਆ? ਹਾਂਜੀ, ਬੈਕ ਸਾਡੀ ਨਵਾਂ ਸ਼ਹਿਰ ਹੈ। ਪਿੱਛੋਂ ਦਾਦਕੇ ਜਿਹੜੇ ਮਤਲਬ ਮੇਰੇ ਆ ਦਾਦਾ ਜੀ ਵਗੈਰਾ, ਉਹ ਗੜ ਸ਼ੰਕਰ ਵੱਲ ਦੇ ਆ ਜੀ। ਠੀਕ ਆ, ਠੀਕ ਆ। ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ, ਕੋਈ ਖਾਸ ਗੱਲ ਜਾਣਨਾ ਚਾਹੁੰਦੇ? ਬ੍ਰਦਰ, ਜਦੋਂ ਅਸੀਂ ਚੰਡੀਗੜ੍ਹ ਦੇ ਅੰਦਰ ਆਏ, ਸਾਡੇ ਕੋਲ ਕੁਝ ਨਹੀਂ ਸੀ ਉਰੇ ਵੀ। ਉਰੇ ਜਦੋਂ ਅਸੀਂ ਆਏ, ਇੱਕ ਕਿਚਨ ਦਾ ਸਮਾਨ ਸੀਗਾ ਬਸ ਸਾਡੇ ਕੋਲ, ਔਰ ਇੱਕ ਫੋਲਡਿੰਗ ਮੰਜਾ ਸੀਗਾ। ਔਰ ਹੁਣ ਮੈਂ ਜੋ ਤੁਹਾਨੂੰ ਦੱਸ ਰਹੀ ਹਾਂ, ਕੁਝ ਗੱਲਾਂ ਮੇਰੀਆਂ ਹੈ, ਮੈਂ ਉਹ ਵਿੱਚ ਤੁਹਾਨੂੰ ਦੱਸ ਰਹੀ ਹਾਂ। ਔਰ ਜਦੋਂ ਅਸੀਂ ਚੰਡੀਗੜ੍ਹ ਆਏ, ਸਾਡੇ ਕੋਲ ਕੁਝ ਨਹੀਂ ਸੀ, ਔਰ ਇੱਕ ਫੋਲਡਿੰਗ ਮੰਜਾ ਸੀਗਾ, ਫੋਲਡਿੰਗ ਮੰਜਾ ਤੇ ਕੁਝ ਕਿਚਨ ਦਾ ਸਮਾਨ ਸੀਗਾ, ਔਰ ਕੀ ਕਹਿੰਦੇ ਇੱਕ ਬਾਈਕ ਸੀਗੀ ਸਾਡੇ ਕੋਲ। ਔਰ ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਪਰਮੇਸ਼ਵਰ ਨੇ ਜੋ ਆਸ਼ੀਸ਼ਾਂ ਦਿੱਤੀਆਂ। ਅਸੀਂ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮਤਲਬ ਪਾਸਟਰ ਜੀ ਉਰੇ ਬੈਠੇ ਹੋਏ ਸੀ, ਮੈਂ ਕੱਪੜਿਆਂ ਦੀਆਂ ਤਹਿਾਂ ਲਗਾ ਰਹੀ ਸੀ। ਮੈਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਸਾਡੇ ਜੀਵਨ ਨੂੰ ਹੁਣ ਤੱਕ ਚਲਾਉਂਦਾ ਆਇਆ, ਔਰ ਅੱਜ ਤੱਕ ਤੂੰ ਗਵਾਹੀਆਂ ਬਣਾਈਆਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ। ਹੁਣ ਵੀ ਅੱਗੇ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਰ ਨਵੀਆਂ ਗਵਾਹੀਆਂ ਨੂੰ ਲੈ ਕੇ ਆ ਰਹੇ। ਔਰ ਇਸ ਤਰ੍ਹਾਂ ਹੀ ਬੈਠੇ ਬੈਠੇ ਅਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੇ ਸੀ, ਔਰ ਕਰਦੇ ਕਰਦੇ ਮੈਂ ਪਾਸਟਰ ਜੀ ਕਹਿੰਦੇ ਵੀ ਅਸੀਂ 4 ਸਾਲ ਆਪਣੇ ਘਰੇ ਫਰੂਟ ਨਹੀਂ ਲੈ ਕੇ ਆਏ ਬ੍ਰਦਰ। ਹੈ ਤਾਂ ਛੋਟੀ ਜਿਹੀ ਗਵਾਹੀ ਔਰ ਦੁਨੀਆ ਦੀ ਹੈ, ਲੇਕਿਨ ਸਾਡੇ ਲਈ ਪਰਮੇਸ਼ਵਰ ਦੀ ਮਹਿਮਾ ਦੀ ਗੱਲ ਹੈ, ਇਸ ਲਈ ਮੈਂ ਦੱਸ ਰਹੀ ਹਾਂ। ਪਰ ਕੀ ਕਹਿੰਦੇ ਅਸੀਂ ਇਸ ਤਰ੍ਹਾਂ ਹੀ ਬੈਠੇ ਹੋਏ ਗੱਲ ਕਰ ਰਹੇ, ਕਰਦੇ ਕਰਦੇ ਮੈਂ ਪਾਸਟਰ ਜੀ ਨੂੰ ਕਿਹਾ, ਮੈਂ ਕਿਹਾ ਵੀ ਵਿਸ਼ਵਾਸ ਕਰਦੇ ਹੋ ਪ੍ਰਭੂ ਤੇ? ਹਾਂ ਮੈਂ ਪੂਰਾ ਵਿਸ਼ਵਾਸ ਕਰਦਾ ਪ੍ਰਭੂ ਤੇ। ਮੈਂ ਕਿਹਾ ਚਲੋ ਫਿਰ ਅੱਜ ਆਪਾਂ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਫ੍ਰਿਜ ਲੈ ਕੇ ਆਉਂਦੇ ਹਾਂ। ਔਰ ਪਾਸਟਰ ਜੀ ਤੁਸੀਂ ਮੰਨੋਗੇ ਨਹੀਂ, ਸਾਡੇ ਕੋਲ ਕੋਈ ਪੈਸਾ ਨਹੀਂ ਸੀ। ਔਰ ਮੈਂ ਪਾਸਟਰ ਜੀ ਨੂੰ ਇੰਨੀ ਗੱਲ ਕਹੀ, ਮੈਂ ਕਿਹਾ ਕੋਈ ਗੱਲ ਨਹੀਂ ਪਾਸਟਰ ਜੀ, ਅੱਜ ਵਿਸ਼ਵਾਸ ਤੇ ਆਪਾਂ ਦੋਨੋਂ ਚੱਲਦੇ। ਇਹ ਵੀ ਕਹਿੰਦੇ ਹਾਂ ਅੱਜ ਵਿਸ਼ਵਾਸ ਤੇ ਪ੍ਰਭੂ ਦੇ ਨਾਂ 'ਚ ਕੰਮ ਕਰਦੇ ਆ, ਔਰ ਵਾਕਈ 'ਚ ਅੱਜ ਆਪਾਂ ਫ੍ਰਿਜ ਲੈ ਕੇ ਆਉਂਦੇ ਆ। ਔਰ ਅਸੀਂ ਗਏ, ਔਰ ਤੁਸੀਂ ਮੈਂ ਆਪਣੀ 100 ਰੁਪਏ ਜੋੜਦੀ ਹੁੰਦੀ ਸੀ। ਮੇਰੀ ਮਤਲਬ ਪਰਮੇਸ਼ਵਰ ਨੇ ਮੈਨੂੰ ਇਹ ਬੁੱਧੀ ਦਿੱਤੀ ਸੀਗੀ, ਵਿਜ਼ਡਮ ਦਿੱਤੀ, ਔਰ ਮੈਂ ਉਹ ਲੁਕੋਏ ਹੋਏ ਪੈਸੇ ਜਦੋਂ ਕੱਢੇ, ਉਹ 2000 ਰੁਪਏ ਨਿਕਲੇ। ਔਰ ਅਸੀਂ 2000 ਰੁਪਏ ਲੈ ਕੇ ਅਸੀਂ ਫ੍ਰਿਜ ਲੈਣ ਚਲੇ ਗਏ। ਔਰ ਜਦੋਂ ਅਸੀਂ ਫ੍ਰਿਜ ਲੈਣ ਦੀ ਉਹਦੇ ਤੇ ਪਤਾ ਕੀਤਾ, ਤੇ ਫ੍ਰਿਜ ਕਿੰਨੇ ਦਾ? 50 ਰੁਪਏ ਦਾ ਫ੍ਰਿਜ ਸੀ, 8500 ਰੁਪਏ ਦਾ ਫ੍ਰਿਜ ਸੀ। ਔਰ ਪਾਸਟਰ ਜੀ ਨੇ ਇੰਨੀ ਗੱਲ ਕਹੀ, ਪਾਸਟਰ ਜੀ ਕਹਿੰਦੇ ਵੀ ਇੱਕ ਵਾਰ ਮੈਂ ਆਪਣਾ ਅਕਾਊਂਟ ਵੀ ਵੇਖ ਲੈਣਾ, ਹੈ ਤਾਂ ਉਹਦੇ 'ਚ ਕੁਝ ਨਹੀਂ, ਖਾਲੀ ਪਿਆ, ਪਰ ਫਿਰ ਵੀ ਵੇਖ ਲੈਣਾ। ਜਦੋਂ ਇਹ ਜਾ ਕੇ ਉੱਥੇ ਫ੍ਰਿਜ ਵੇਖਣ ਲੱਗੇ, ਅਕਾਊਂਟ ਦੇ ਵਿੱਚ ਬੈਲੈਂਸ ਚੈੱਕ ਕਰਨ ਲਈ ਗਏ, ਤੇ ਉਹਦੇ ਵਿੱਚ ਇਹਨਾਂ ਨੂੰ 3000 ਰੁਪਏ ਨਿਕਲੇ, ਮਤਲਬ ਇਹਨਾਂ ਦੇ ਬੈਂਕ 'ਚ ਪਏ ਸੀ। ਇਹਨਾਂ ਨੇ ਉਹ 3000 ਰੁਪਏ ਕਢਾਏ, ਕਹਿੰਦੇ ਐਂਜਲ ਹੁਣ 5000 ਰੁਪਏ ਹੋ ਗਿਆ। ਪਰਮੇਸ਼ਵਰ ਦਾ ਸ਼ੁਕਰ ਕਰਦੇ ਆ। ਤੇ ਜਿਹੜੇ ਮੁੰਡੇ ਦੇ ਕੋਲ ਅਸੀਂ ਉਰੇ ਚੰਡੀਗੜ੍ਹ ਆ ਕੇ ਰਹੇ ਸੀ, ਮਤਲਬ ਮੁੱਲਾਪੁਰ ਦੇ ਵਿੱਚ, ਵਰੁਣ, ਮੈਂ ਤੁਹਾਨੂੰ ਨਾਮ ਦੱਸਿਆ ਉਸਦਾ ਲੜਕੇ ਦਾ, ਉਹ ਲੜਕਾ ਅਚਾਨਕ ਹੀ ਮਤਲਬ ਇੱਕ ਮਹੀਨੇ ਬਾਅਦ, ਪਤਾ ਨਹੀਂ ਕਿੰਨੇ ਟਾਈਮ ਬਾਅਦ ਸਾਨੂੰ ਉਹ ਮਿਲਿਆ। ਤੇ ਉਹ ਮੁੰਡਾ ਕਹਿੰਦਾ ਵੀ ਪਾਸਟਰ ਜੀ ਕਹਿੰਦਾ ਵੀ ਮੈਨੂੰ ਪਰਮੇਸ਼ਵਰ ਨੇ ਕਈ ਦਿਨ ਤੋਂ ਬੋਲਿਆ ਹੈ ਵੀ ਆਹ ਸੇਵਕ ਨੇ ਤੈਨੂੰ ਕੋਈ ਪੈਸੇ ਦਿੱਤੇ ਸੀ ਪਿਛਲੇ ਸਾਲ,
ਤੂੰ ਉਹ ਵਾਪਸ ਨਹੀਂ ਕੀਤੇ, ਤੂੰ ਉਹ ਵਾਪਸ ਕਰਕੇ ਆ। ਔਰ ਸਾਨੂੰ ਤਾਂ ਚੇਤੇ ਵੀ ਨਹੀਂ ਸੀਗਾ, ਔਰ ਮਤਲਬ ਅਸੀਂ ਕਦੀ ਵੀ ਮਤਲਬ ਸਾਡੇ ਕੋਲ ਸੀ, ਅਸੀਂ ਉਹਦੀ ਮਦਦ ਕਰ ਦਿੱਤੀ। ਅਸੀਂ ਇਹ ਆਸ ਨਹੀਂ ਰੱਖੀ ਸੀ ਕਿ ਉਹ ਸਾਨੂੰ ਵਾਪਸ ਕੁਝ ਕਰਕੇ ਜਾਵੇ। ਪਰ ਉਸ ਮੁੰਡੇ ਨੇ ਵਾਪਸ ਆਇਆ, ਕਹਿੰਦਾ ਰਸਤੇ ਦੇ ਵਿੱਚ ਮਿਲਿਆ, ਕਹਿੰਦਾ ਪਾਸੀ ਜੀ ਆ ਤੁਹਾਡੀ ਅਮਾਨਤ ਹੈ, ਕਹਿੰਦਾ ਕਈ ਦਿਨ ਤੋਂ ਮੈਂ ਲੈ ਕੇ ਚੱਲ ਰਿਹਾ, ਅੱਜ ਤੁਸੀਂ ਮੈਨੂੰ ਮਿਲੀ, ਫੜੋ ਆਪਦੀ ਅਮਾਨਤ। ਔਰ ਬ੍ਰਦਰ ਤੁਸੀਂ ਮੰਨੋਗੇ ਨਹੀਂ ਕਿ ਉਹ ਭਾਈ ਨੇ 4000 ਰੁਪਏ 4000 ਰੁਪਏ ਪਾਸਟਰ ਜੀ ਨੂੰ ਦਿੱਤੇ, ਔਰ 5 ਸਾਡੇ ਕੋਲ ਸੀ, 4 ਉਹ ਦੇ ਗਿਆ, 9000 ਰੁਪਏ ਹੋ ਗਏ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। 8500 ਦਾ ਫ੍ਰਿਜ ਵੀ ਲਿਆ, ਨਾਲ ਪ੍ਰਭੂ ਨੇ ਮਿਠਾਈ ਦਾ ਡੱਬਾ ਵੀ ਦਿੱਤਾ, ਔਰ ਅਸੀਂ ਆਏ ਔਰ ਆकर ਪਰਮੇਸ਼ਵਰ ਦੀ ਮਹਿਮਾ ਕੀਤੀ। ਪਰਮੇਸ਼ਵਰ ਨੇ ਇਸੇ ਤਰ੍ਹਾਂ ਬਾਈਬਲ 'ਚ ਇੱਕ ਗੱਲ ਲਿਖੀ ਹੈ, ਕਹਿੰਦਾ ਮੈਂ ਤੁਹਾਨੂੰ ਸਿਰ ਬਣਾਵਾਂਗਾ, ਪੂੰਛ ਨਹੀਂ। ਔਰ ਪਰਮੇਸ਼ਵਰ ਨੇ ਇਹ ਵਾਅਦਾ ਸਾਡੀ ਜ਼ਿੰਦਗੀ 'ਚ ਪੂਰਾ ਕੀਤਾ, ਔਰ ਅੱਜ ਤੱਕ ਮਤਲਬ ਅੱਜ ਦੀ ਡੇਟ ਦੇ ਵਿੱਚ ਪ੍ਰਭੂ ਨੇ ਹਰ ਇੱਕ ਆਸ਼ੀਸ਼ ਦਿੱਤੀ। ਮੈਂ ਤੁਹਾਨੂੰ ਕਹਿ ਰਹੀ ਹਾਂ ਜਿਵੇਂ ਕਿ ਪਰਮੇਸ਼ਵਰ ਨੇ ਜਿੰਨੀਆਂ ਵੀ ਚੀਜ਼ਾਂ ਸਾਡੇ ਘਰੇ ਆਈਆਂ, ਮੈਂ ਉਹ ਕਦੀ ਵੀ ਕਿਰਾਏ ਉਹਦੇ ਤੇ ਉਧਾਰ ਤੇ ਨਹੀਂ ਲਈਆਂ। ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਸਾਡੇ ਘਰ ਦੇ ਅੰਦਰ ਪਰਮੇਸ਼ਵਰ ਨੇ ਆਸ਼ੀਸ਼ ਨੂੰ ਦਿੱਤੀ। ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਕੀ ਹੋਇਆ, ਪਰਮੇਸ਼ਵਰ ਸਾਡੇ ਨਾਲ ਜਦੋਂ ਵੀ ਗੱਲ ਕਰਦਾ ਸੀ ਅਸੀਂ ਇਹ ਨਹੀਂ ਵੇਖਦੇ ਸੀ, ਅਸੀਂ ਆਪਣਾ ਦਸ਼ਵਾਂਸ ਕਰਦੇ ਸੀ। ਪਰਮੇਸ਼ਵਰ ਨੇ ਸਾਡੇ ਨਾਲ ਗੱਲ ਕੀਤੀ ਕਿ ਤੁਸੀਂ ਮਤਲਬ 25% ਜਿਹੜਾ ਮਤਲਬ ਅਸੀਂ ਪਹਿਲਾਂ 20 ਕੱਢਦੇ ਸੀ, ਪਰਮੇਸ਼ਵਰ ਨੇ ਅਸੀਂ ਹੌਲੀ ਹੌਲੀ ਕਰਕੇ 25% ਕੱਢਣ ਲੱਗੇ। ਔਰ ਇੱਕ ਦਿਨ ਸਾਡੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ, ਅਸੀਂ ਮੀਟਿੰਗ ਕਰਕੇ ਆ ਰਹੇ ਸੀ, ਤੇ ਪਰਮੇਸ਼ਵਰ ਦੀ ਸੇਵਾ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਅਸੀਂ। ਪਰਮੇਸ਼ਵਰ ਸਾਡੇ ਘਰੇ ਰਾਸ਼ਨ ਨਹੀਂ ਸੀ, ਔਰ ਪਰਮੇਸ਼ਵਰ ਨੇ ਇੱਕ ਸਾਡੇ ਚਰਚ ਦੇ ਅੰਦਰ ਇੱਕ ਭੈਣ ਸੀ, ਉਹ ਭਾਂਡਿਆਂ ਦਾ ਕੰਮ ਕਰਦੇ ਸੀ, ਮਿੱਟੀ ਦੇ ਭਾਂਡਿਆਂ ਦਾ। ਪਰਮੇਸ਼ਵਰ ਨੇ ਉਹਦੇ ਮਨ 'ਚ ਪਾਇਆ, ਔਰ ਉਹਨੇ ਕੀ ਕੀਤਾ, ਕੁਝ ਭੇਂਟ ਦਿੱਤੀ ਸਾਨੂੰ। ਅਸੀਂ ਨਹੀਂ ਵੇਖੀ ਕੀ ਸੀ, ਲੇਕਿਨ ਜਦੋਂ ਅਸੀਂ ਵਾਪਸ ਆਏ ਅਸੀਂ ਵੇਖਿਆ ਉਹ 5000 ਰੁਪਏ ਸੀ। ਔਰ ਪਰਮੇਸ਼ਵਰ ਨੇ ਜਿਵੇਂ ਅਸੀਂ ਗੱਡੀ 'ਚ ਉਤਰਨ ਲੱਗੇ, ਸਾਡੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਕਿ ਇਹ ਮੇਰੇ ਦਾਸ ਕਰਨ ਜਾਣੀ ਹੈ, ਇਹ ਤੁਸੀਂ ਉੱਥੇ ਬੋ ਦਿਓ। ਅਸੀਂ ਤੇ ਮੈਂ ਆਪਸ 'ਚ ਗੱਲ ਕੀਤੀ, ਔਰ ਇੱਕੋ ਦਮ ਸਾਡੇ ਦੋਨਾਂ ਦੇ ਮਨ ਨੂੰ ਪਰਮੇਸ਼ਵਰ ਨੇ ਇੱਕ ਕਰਤਾ, ਔਰ ਪਰਮੇਸ਼ਵਰ ਨੇ ਕਿਹਾ ਵੀ ਹਾਂ, ਪਰਮੇਸ਼ਵਰ ਨੇ ਕਿਹਾ ਵੀ ਹਾਂ ਤੂੰ ਕੀ ਕਹਿੰਦੇ ਤੁਸੀਂ ਦੇ ਦਿਓ। ਔਰ ਜਿਵੇਂ ਹੀ ਅਸੀਂ ਉਹ ਮਤਲਬ ਰਾਸ਼ਨ ਦੇ ਪੈਸੇ ਅਸੀਂ ਆਪਣੇ ਲਈ ਨਾ ਰੱਖ ਕੇ ਪਰਮੇਸ਼ਵਰ ਦੇ ਸੇਵਕ ਨੂੰ ਭੇਜੇ। ਸੱਚ ਕਹਿ ਰਹੀ ਹਾਂ, ਪਰਮੇਸ਼ਵਰ ਨੇ ਸਾਨੂੰ 100 ਗੁਣਾ ਆਸ਼ੀਸ਼ ਕਰਕੇ ਲੌਟਾਈ। ਸਾਡੇ ਘਰੇ ਕੋਈ ਘਾਟ ਨਹੀਂ ਹੋਈ। ਆਮੇਨ ਆਮੇਨ। ਇਸੇ ਤਰ੍ਹਾਂ ਇੱਕ ਭਰਾ ਹੋਰ ਹੈ ਨਵੀਸ਼, ਸਾਡੇ ਘਰੇ ਅਸੀਂ ਲੁਧਿਆਣੇ ਦੇ ਅੰਦਰ ਰਹਿੰਦੇ ਸੀ। ਲੁਧਿਆਣੇ ਦੇ ਅੰਦਰ ਜਦੋਂ ਅਸੀਂ ਸੇਵਾ ਕਰ ਰਹੇ ਸੀ ਤਾਂ ਇਸੇ ਤਰੀਕੇ ਨਾਲ ਉਸ ਸਮੇਂ ਵੀ ਮਤਲਬ ਭਲੇ ਹੀ ਸਾਡੇ ਕੋਲ ਪੈਸੇ ਦੀ ਆਸ਼ੀਸ਼ ਨਹੀਂ ਸੀ, ਲੇਕਿਨ ਪਰਮੇਸ਼ਵਰ ਦਾ ਆਨੰਦ, ਉਹਦੀ ਆਸ਼ੀਸ਼ ਬਹੁਤ। ਔਰ ਸਾਡਾ ਇਸ ਤਰ੍ਹਾਂ ਸੀ, ਸਾਡੀ ਜ਼ਿੰਦਗੀ ਮੇਰੀ ਤੇ ਪਾਸਟਰ ਜੀ ਦੀ, ਅਸੀਂ 2 ਘੰਟੇ ਲਈ ਪ੍ਰਾਰਥਨਾ 'ਚ ਬੈਠਦੇ ਸੀ, 1 ਘੰਟਾ ਅਸੀਂ ਆਰਾਮ ਕਰਦੇ ਸੀ, ਫਿਰ ਉਸ ਤੋਂ ਬਾਅਦ 2 ਘੰਟੇ ਪ੍ਰਾਰਥਨਾ ਕਰਦੇ ਸੀ, ਮਜ਼ਾ ਕਰਦੇ ਸੀ ਲੋਕਾਂ 'ਚ ਜਾ ਕੇ, ਫਿਰ 1 ਘੰਟਾ ਅਸੀਂ ਰੈਸਟ ਕਰਦੇ ਸੀ। ਮਤਲਬ ਦਿਨ ਰਾਤ ਇਹ ਚੱਕਰ ਅਸੀਂ ਆਪਣੇ ਲੁਧਿਆਣੇ ਦੇ ਵਿੱਚ ਚਲਾਇਆ ਹੋਇਆ ਸੀ। ਅਸੀਂ ਦੋਨੋਂ ਜਣੇ ਇਸ ਤਰ੍ਹਾਂ ਹੀ ਪ੍ਰਾਰਥਨਾ ਕਰ ਰਹੇ। ਔਰ ਸ਼ਾਮ ਨੂੰ 6 ਵਜੇ ਜਦੋਂ ਅਸੀਂ ਖਾਣਾ ਖੁਣਾ ਖਾ ਲਿਆ ਤਾਂ ਇੱਕ ਡਾਕਟਰ ਦਾ ਕਾਲ ਆਇਆ ਪਾਸਟਰ ਜੀ ਨੂੰ, ਕਹਿੰਦੇ ਵੀ ਬ੍ਰਦਰ ਮੈਂ ਤੁਹਾਡੇ ਘਰੇ ਆ ਸਕਦਾ ਪਰਮੇਸ਼ਵਰ ਦਾ ਵਚਨ ਸਿੱਖਣ? ਇਹਨਾਂ ਨੇ ਕਿਹਾ ਹਾਂ ਤੁਸੀਂ ਆ ਸਕਦੇ ਹੋ। ਔਰ ਜਿਵੇਂ ਮਤਲਬ ਇਹਨਾਂ ਨੇ ਕਿਹਾ ਵੀ ਤੁਸੀਂ ਆ ਸਕਦੇ ਹੋ, ਉਹ ਬ੍ਰਦਰ ਨਹੀਂ, ਉਹ ਥੋੜੇ ਟਾਈਮ ਬਾਅਦ ਹੀ 15 ਕੁ ਮਿੰਟਾਂ ਵਿੱਚ ਉਹ ਭਾਈ ਸਾਡੇ ਘਰੇ ਆ ਗਿਆ। ਔਰ ਅਸੀਂ ਦੋਨੋਂ ਉਹਨੂੰ ਗਵਾਹੀ ਦੇਣ ਲੱਗੇ, ਵਚਨ ਦੱਸਣ ਲੱਗੇ ਪ੍ਰਭੂ ਦਾ। ਜਿਵੇਂ ਜਿਵੇਂ ਅਸੀਂ ਉਹਨੂੰ ਵਚਨ ਦੱਸ ਰਹੇ ਹਾਂ, ਸਾਨੂੰ ਨਹੀਂ ਪਤਾ ਕਦੋਂ 7 ਵਜੇ, ਕਦੋਂ 8 ਵਜੇ, ਕਦੋਂ 9 ਵਜੇ, ਕਦੋਂ 10, 11, 12, 1:30 ਵੱਜ ਗਿਆ ਰਾਤ ਦਾ। ਜਦੋਂ 1:30 ਵੱਜ ਗਿਆ ਤੇ ਉਹ ਭਾਜੀ ਕਹਿੰਦੇ ਵੀ ਹੁਣ ਮੈਂ ਚੱਲਦਾ ਬ੍ਰਦਰ, ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਪਰਮੇਸ਼ਵਰ ਦਾ ਵਚਨ ਸਿਖਾਇਆ। ਕਿਉਂਕਿ ਅਸੀਂ ਤਾਂ 6 ਵਜੇ ਡਿਨਰ ਕਰ ਲੈਂਦੇ ਸੀ, ਉਹ ਭਰਾ ਆਇਆ ਸੀ 7 ਵਜੇ। ਔਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਹੋ ਗਏ, ਉਹਨੂੰ ਪਰਮੇਸ਼ਵਰ ਦਾ ਵਚਨ ਦੱਸਣ ਲੱਗੇ, ਅਸੀਂ ਉਹਨੂੰ ਖਾਣਾ ਵੀ ਨਹੀਂ ਪੁੱਛਿਆ ਨੇ। ਔਰ ਜਿਵੇਂ ਮਤਲਬ ਉਹਨੂੰ ਉਹ ਉੱਥੋਂ ਗਏ ਤੇ ਪਾਸਟਰ ਜੀ ਮੈਨੂੰ ਇੱਕ ਗੱਲ ਕਹੀ, ਕਹਿੰਦੇ ਐਂਜਲ ਅੱਜ ਤੂੰ ਇਹਨੂੰ ਖਾਣਾ ਨਹੀਂ ਖਵਾ ਕੇ ਭੇਜਿਆ, ਨਾ ਤੁਸੀਂ ਪੁੱਛਿਆ। ਮੈਂ ਕਿਹਾ ਵੀ ਪਾਸਟਰ ਜੀ ਚਲੋ ਅਗਲੀ ਵਾਰ ਜਦੋਂ ਆਏਗਾ, ਕਿਉਂਕਿ ਮੈਨੂੰ ਨਹੀਂ ਧਿਆਨ ਰਿਹਾ, ਕਿਉਂਕਿ ਵਚਨ ਦੱਸਦੇ ਰਹੇ ਅਸੀਂ ਧਿਆਨ ਹੀ ਨਹੀਂ ਰਿਹਾ। ਤੇ ਉਹ ਬ੍ਰਦਰ ਚਲਾ ਗਿਆ ਉੱਥੋਂ। ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਹੀ ਭਾਈ ਦਾ ਮਤਲਬ ਫੇਰ ਫੋਨ ਆਇਆ, ਕਹਿੰਦਾ ਵੀ ਮੈਂ ਹੋਰ ਵਚਨ ਸਿੱਖਣਾ ਚਾਹੁੰਦਾ, ਕਿਆ ਮੈਂ ਤੁਹਾਡੇ ਘਰੇ ਆ ਸਕਦਾ? ਉਵੇਂ ਸ਼ਾਮ ਨੂੰ 7 ਵਜੇ ਉਹਦਾ ਫੋਨ ਆਂਦਾ ਹੈ। ਔਰ ਉਸ ਦਿਨ ਸਾਡੀ ਕੰਡੀਸ਼ਨ ਇਹ ਸੀ, ਸਾਡੇ ਕੋਲ ਇੱਕ ਥੋੜੀਆਂ ਜਿਹੀਆਂ ਰੋਟੀਆਂ ਦਾ ਆਟਾ ਸੀ, ਅਸੀਂ ਉਹ ਖਾਇਆ ਔਰ ਖਤਮ ਸੀ ਆਟਾ, ਰਾਸ਼ਨ ਸਾਰਾ ਘਰੇ ਖਤਮ ਸੀ। ਔਰ
ਉਸ ਤੋਂ ਬਾਅਦ ਕੀ ਹੋਇਆ, ਉਹ ਭਰਾ ਆ ਗਿਆ ਤੇ ਉਹਨੂੰ ਵਚਨ ਦੱਸਿਆ। ਕੁਝ 1-2 ਘੰਟੇ ਵਚਨ ਸੁਣਾਉਣ ਤੋਂ ਬਾਅਦ ਪਾਸਟਰ ਜੀ ਨੇ ਮੈਨੂੰ ਕਿਹਾ, ਕਹਿੰਦੇ ਵੀ ਐਂਜਲ ਇਸ ਦੇ ਲਈ ਖਾਣਾ ਬਣਾਓ। ਮੈਂ ਪਾਸਟਰ ਜੀ ਵੱਲ ਦੇਖ ਕੇ, ਇਹ ਕਹਿੰਦੇ ਮੇਰੇ ਪਰਸ ਚੋਂ ਲੈ ਲੈ। ਇਹਨਾਂ ਦੇ ਪਰਸ ਦੇ ਵਿੱਚ ਸਿਰਫ 10 ਰੁਪਏ ਦਾ ਨੋਟ ਸੀ ਔਰ ਮੈਂ ਕਿਹਾ ਠੀਕ ਹੈ। ਮੈਂ ਇਹਨਾਂ ਦੇ ਪਰਸ ਚੋਂ ਪੈਸੇ ਕੱਢੇ, ਉਹੀ 10 ਰੁਪਏ ਲੈ ਕੇ ਮੈਂ ਨੀਚੇ ਗਈ। ਨੀਚੇ ਜਾ ਕੇ ਮੈਂ ਸਾਮਾਨ ਲੈ ਕੇ ਆਈ, ਮਤਲਬ ਅੰਡੇ ਲੈ ਕੇ ਆਈ। 5 ਅੰਡੇ ਆਏ। ਮੈਂ ਜਿਵੇਂ ਪੌੜੀਆਂ ਚੜ ਰਹੀ ਹਾਂ, ਮੈਂ ਮਨ ਚ ਕਹਿ ਰਹੀ ਹਾਂ ਵੀ ਪਰਮੇਸ਼ਵਰ, ਸਾਡੇ ਘਰੇ ਤਾਂ ਆਟਾ ਵੀ ਨਹੀਂ ਹੈ ਜੋ ਮੈਂ ਉਸ ਬੱਚੇ ਨੂੰ ਖਵਾ ਦੇਵਾਂ। ਔਰ ਨੀਚੇ ਮਕਾਨ ਮਾਲਕਨ ਸੀ 70 ਕੁ ਸਾਲ ਦੀ। ਉਹਨੇ ਮੈਨੂੰ ਆਵਾਜ਼ ਕਹਿੰਦੀ, ਪੁੱਤ ਉਰੇ ਆ। ਮੈਂ ਕਿਹਾ ਹਾਂਜੀ ਆਂਟੀ। ਕਹਿੰਦੀ ਤੂੰ ਰੋਟੀ ਬਣਾ ਲਈ? ਮੈਂ ਕਿਹਾ ਅਸੀਂ ਤਾਂ ਬਣਾ ਲਈ, ਪਰ ਹੋਰ ਬਣਾਉਣ ਜਾ ਰਹੀ ਹਾਂ। ਉਹਨੇ ਮੈਨੂੰ ਇੱਕ ਗੱਲ ਕਹੀ, ਕਹਿੰਦੀ ਅੱਜ ਨਾ ਮੇਰੇ ਤੋਂ ਆਟਾ ਜ਼ਿਆਦਾ ਗੁੰਨਿਆ ਗਿਆ। ਕਹਿੰਦੀ ਆ ਪੁੱਤ ਪੈਸੇ ਆਟਾ ਲੈ ਜਾ ਤੇ ਜਾ ਕੇ ਰੋਟੀ ਬਣਾ ਕੇ ਖਵਾ ਲੈ। ਔਰ ਮੈਂ ਉੱਪਰ ਆਈ ਖੁਸ਼ੀ ਦੇ ਨਾਲ। ਉਹਨੇ ਮੈਨੂੰ ਇੱਕ ਡੋਂਗਾ ਆਟੇ ਦਾ ਦਿੱਤਾ। ਮੈਂ ਖੁਸ਼ੀ ਨਾਲ ਆਈ, ਧੰਨਵਾਦ ਕੀਤਾ ਰੱਬ ਦਾ, ਔਰ ਉਸ ਭਰਾ ਨੂੰ ਖਾਣਾ ਬਣਾ ਕੇ ਦਿੱਤਾ। ਔਰ ਸੱਚ ਕਹਿ ਰਹੀ ਹਾਂ, ਜਿੰਨੇ ਡੋਂਗੇ 'ਚ ਆਟਾ ਸੀ ਮੈਂ ਸਾਰੀਆਂ ਰੋਟੀਆਂ ਬਣਾਈਆਂ। ਰੋਟੀਆਂ ਬਣਾ ਕੇ ਉਸ ਲੜਕੇ ਦੇ ਅੱਗੇ ਰੱਖੀਆਂ। ਮਤਲਬ ਉਹ ਸਮਾਂ ਸਾਡਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਯਿਸੂ ਮਸੀਹ ਖੁਦ ਹੀ ਸਾਨੂੰ ਪਰਖਣ ਦੇ ਲਈ ਆ ਗਏ ਹੋਣ। ਉਸ ਬੱਚੇ ਨੇ ਸਾਰਾ ਖਾਣਾ ਖਾਇਆ, ਕੁਝ ਵੀ ਨਹੀਂ ਛੱਡਿਆ। ਔਰ ਉਸ ਤੋਂ ਬਾਅਦ ਕੀ ਕਹਿੰਦੇ, ਉਹ ਚਲੇ ਗਏ। ਪਰ ਜਦੋਂ ਉਹ ਚਲੇ ਗਏ, ਅਸੀਂ ਅਗਲੇ ਦਿਨ ਉੱਠੇ, ਦੋਨੋਂ ਉੱਠ ਕੇ ਧੰਨਵਾਦ ਕੀਤਾ ਰੱਬ ਦਾ, ਪਰਮੇਸ਼ਵਰ ਦਾ ਸ਼ੁਕਰ ਕੀਤਾ ਔਰ ਖੁਸ਼ੀ ਦੇ ਨਾਲ ਬੈਠੇ ਆ। ਜਿਵੇਂ ਬੈਠੇ ਉਹ ਲੜਕਾ ਆ ਗਿਆ, ਪਾਸੀ ਨੂੰ ਕਹਿੰਦਾ ਮੇਰੇ ਨਾਲ ਚੱਲੋ। ਕਹਿੰਦਾ ਵੀ ਮੈਂ ਕਿਸੇ ਦੇ ਘਰੇ ਕੁਝ ਸਮਾਨ ਦੇ ਕੇ ਆਣਾ, ਤੁਸੀਂ ਮੇਰੀ ਮਦਦ ਕਰ ਦੋਗੇ? ਪਾਸੀ ਕਹਿੰਦੇ ਚਲੋ ਠੀਕ ਹੈ। ਪਾਸਟਰ ਜੀ ਨੂੰ ਲੈ ਗਿਆ ਉਹ, ਔਰ ਜਿਵੇਂ ਲੈ ਕੇ ਗਏ ਇੱਕ ਉਹਦੇ ਵਿੱਚ ਰਿਲਾਇੰਸ ਫਰੈਸ਼ ਦੇ ਵਿੱਚ, ਮਾਲ ਦੇ ਵਿੱਚ ਲੈ ਕੇ ਗਏ। ਉੱਥੋਂ ਸਮਾਨ ਲਿਆ ਸਾਰਾ ਗਰੋਸਰੀ ਦਾ ਲੈ ਕੇ, ਔਰ घर दे अगे आके कहते लो भाभी खाना बनाइए जल्दी से, मुझे भी खाना है। और प्रभु ने मेरे मन में डाला था कि मेरे दास के घर में राशन नहीं है, उनके घर में राशन दे गया। और परमेश्वर का शुक्र कर दिया असी दोनों जने। परमेश्वर की उस महिमा नूं वेख के अपनी अखां हंझू भर के परमेश्वर का शुक्र किया कि परमेश्वर ने अद्भुत रीते दे नाल काम किया। और परमेश्वर का शुक्र कर, बहुत सारिया ऐसिया चीज़ां होर भी साडी जिंदगी दे विच प्रभु करदा रहा जो परमेश्वर की महिमा दे लई बहुत ही मतलब साडी जिंदगी दे विच अद्भुत महिमा नूं काम करन लई असीं देखिया परमेश्वर जी ने। और उस तो बाद एक बार इस तरह असीं पठानकोट गए हुए सी, उत्थे मीटिंग चल रही सी, वूमेन सैमीनार सी। असीं उत्थे गए हुए सी ते असीं वापस आना सी सैमीनार तो 3 दिन बाद। सानू फोन आया ब्रदर आरएल गुप्ता दा, और उन्हां दा फोन आया ते कहंदे भी ब्रदर मैं तुहानू मिलना चाहना। पास्टर जी ने कहा भी ब्रदर हले तो मैं पठानकोट लुधियाने आ जाऊंगा तो मैं तुहानू जरूर मिलांगा और तुसी मेरे घरे आके मतलब मेरे नाल ब्रेकफास्ट करना। वो कहंदे नहीं मैं आऊंगा जरूर, मैं मिलना चाहना, मैनू परमेश्वर ने कहा तुहाडे घरे आके तुहानू मिलण लई। और असी दोनों जने जदों वापस आए पास्टर ने फोन किया और पास्टर आरएल गुप्ता नूं कहा कि ब्रदर तुसी साडे घरे आओ। घरे आके मतलब एक गल है भी मैं रिक्वेस्ट करदा भी जदों तुसी घरे आओगे तो तुसी मेरे घरे आके खाना खा के जाना। वो कहते ठीक है मैं आऊँ और देखते हैं बाकी खुदा की चाहुंदा है। वो जदों आए ते की कहंदे उन्हां दे नाल एक होर ब्रदर आए और उस दिन भी साडे घरे इस तरह ही सी, मतलब एक डोंगा आटा सी मेरे कोल और थोड़े जे आलू पे सी। पास्टर जी ने मैनूं कहा खुदा दे सेवक आ रहे हैं एंजल भी आपां अच्छा उन्हां नूं सर्व करना है। और मेरे को आलू सीगे और मैं सोचा सी एक डोंगा जिहड़ा बाउल आटा पिया हैगा आपां उहदे नाल की कर दांगे, पूरियां बना दांगी भी पूरियां नाल आटा घट लगदा है। और पास्टर जी आए जदों, पास्टर जी ने आके कहंदे भी नहीं पहला आपां परमेश्वर दा वचन वेखांगे तो बाद आपां खाना खावांगे। उन्होंने वचन दसना शुरू करता और असीं वचन सुनिया। उस तो बाद मैं पास्टर जी ने कहा मैं क्या हुण मैं खाना बनाउणी आ। जदों मैं खाना बनाउण लगी पास्टर जी नूं फोन आया, पास्टर आरएल गुप्ता जी नूं भी उन्हां नूं कोई मिलण आया मतलब दूरों। ते वो कहंदे नहीं ब्रदर मैनूं जाना पैना भी तुसीं खाना ना बनाओ। पास्टर जी कहंदे नहीं अज तां तुसीं मेरे घरे खाना खा के जाना है भी पता नहीं होएगा भी तुसीं नहीं जाना। कहंदे भी तुसीं ऐ करो उन्हां भरावां नूं भी उरी बुला लो भी वो भी आ जाणगे उरी मिल लैणगे। जदों उन्हां ने बुलाया ते एक तां 2 जने पाल गुप्ता ते उन्हां दे नाल एक होर परमेश्वर दे भाई सीगे, 2 जने वो सी 2 जने असीं 3 जने होर आ गए। वो भी आए ते गल्लां बातां करदे रहे।
ਔਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਪਾਸਟਰ ਜੀ ਨੂੰ ਹੋਰ ਫੋਨ ਆਇਆ, ਪਠਾਨਕੋਟ ਤੋਂ ਕੁਝ ਸਿਸਟਰਸ ਆਈਆਂ ਸੀ ਮਿਲਣ ਉਹਨਾਂ ਨੂੰ। ਉਹ ਕਹਿੰਦੇ ਹੁਣ ਤੇ ਮੈਨੂੰ ਜਾਣਾ ਹੀ ਪੈਣਾ ਹੈ। ਪਾਸਟਰ ਜੀ ਨੇ ਫਿਰ ਉਵੇਂ ਹੀ ਰਿਕੁਐਸਟ ਕੀਤੀ ਔਰ ਕਹਿੰਦੇ ਨਹੀਂ ਨਹੀਂ, ਤੁਸੀਂ ਉਹਨਾਂ ਸਿਸਟਰਾਂ ਨੂੰ ਵੀ ਉਰੇ ਬੁਲਾ ਲਓ। 3 ਜਣੇ ਉਹ ਆ ਗਏ। ਜਦੋਂ 3 ਜਣੇ ਉਹ ਆ ਗਏ ਤੇ ਕੁੱਲ ਟੋਟਲ ਸਾਡੇ ਘਰੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ 8-9 ਜਣੇ ਹੋ ਗਏ ਸਾਡੇ ਘਰੇ। ਔਰ 9 ਜਣੇ ਜਦੋਂ ਆਏ ਤੇ ਹੁਣ ਮੈਂ ਪਾਸਟਰ ਜੀ ਨੂੰ ਇੰਨੀ ਗੱਲ ਕਹੀ, ਮੈਂ ਕਿਹਾ ਵੀ ਜੀ ਆਪਾਂ ਜਿਹੜੇ ਸੁੱਕੇ ਆਲੂ ਬਣਾਏ ਸੀ ਆਪਾਂ ਐਂ ਕਰਦੇ, ਥੋੜਾ ਜਿਹਾ ਪਾਣੀ ਮਿਲਾ ਲੈਂਦੇ ਆ ਔਰ ਕੀ ਕਹਿੰਦੇ ਉਹਦੇ ਵਿੱਚ ਪਾਣੀ ਮਿਲਾ ਕੇ ਦਵਾਂਗੇ ਔਰ ਤੁਸੀਂ ਖਾਣਾ ਨਾ ਖਾਇਓ, ਬਾਅਦ ਚ ਖਾ ਲਿਓ, ਪਹਿਲਾਂ ਆਪਾਂ ਪਰਮੇਸ਼ਵਰ ਨੂੰ ਦੇ ਦਈਏ। ਪਾਸਟਰ ਜੀ ਕਹਿੰਦੇ ਠੀਕ ਹੈ। ਕਹਿੰਦੇ ਵੀ ਇਹਨਾਂ ਦੇ ਕੋਲ ਉਹੀ ਪੈਸੇ ਸੀਗੇ ਥੋੜੇ ਜਿਹੇ 10 ਰੁਪਏ ਇਹਨਾਂ ਦੇ ਪਰਸ ਚ ਸੀਗੇ। ਇਹਨਾਂ ਨੇ ਕੀ ਕੀਤਾ, ਲਿਆਇਆ ਪਨੀਰ ਲਿਆ ਕੇ ਛੋਟਾ ਛੋਟਾ ਕੱਟ ਕੇ ਉਸ ਚ ਪਾਤਾ ਔਰ ਅਸੀਂ ਆਪਣੇ ਦਿਲ ਤੋਂ ਪਰਮੇਸ਼ਵਰ ਦੇ ਸੇਵਕਾਂ ਦੀ ਇੱਜ਼ਤ ਕਰਨਾ ਚਾਹੁੰਦੇ ਸੀ। ਲੇਕਿਨ ਜਦੋਂ ਖਾਣਾ ਸਰਵ ਕਰਨ ਲੱਗੇ ਤੇ ਮੈਂ ਸੋਚਿਆ ਪੂਰੀਆਂ ਬਣਾਵਾਂਗੀ। ਪਾਸਟਰ ਆਰਲ ਗੁਪਤਾ ਜੀ ਕਹਿੰਦੇ ਨਹੀਂ ਸਿਸਟਰ, ਰੋਟੀ ਬਣਾਉਣਾ ਵੀ ਮੈਂ ਰੋਟੀ ਖਾਵਾਂਗਾ। ਜਿਵੇਂ ਉਹਨਾਂ ਨੇ ਕਿਹਾ ਰੋਟੀ ਬਣਾਉਣਾ ਵੀ ਰੋਟੀ ਖਾਊਂਗਾ, ਮੈਂ ਪਾਸਟਰ ਨੇ ਕਿਹਾ, ਮੈਂ ਕਿਹਾ ਵੀ ਹੁਣ ਤੁਸੀਂ ਐ ਕਰਿਓ, ਤੁਸੀਂ ਪਹਿਲਾਂ ਸਰਵ ਕਰ ਦਿਓ ਸਾਰਿਆਂ ਨੂੰ, ਫਿਰ ਵੇਖਦੇ ਆ। ਔਰ ਪਰਮੇਸ਼ਵਰ ਨੇ ਸੱਚਮੁੱਚ, ਮੈਂ ਪਰਮੇਸ਼ਵਰ ਦੀ ਉਸ ਮਹਿਮਾ ਨੂੰ ਉਸ ਦਿਨ ਦੇਖਿਆ ਕਿ ਉਹਨੇ ਜਿਵੇਂ ਸਾਰਪਾਤ ਦੀ ਵਿਧਵਾ ਔਰਤ ਦੇ ਘਰੇ ਆਸ਼ੀਸ਼ ਦਿੱਤੀ ਸੀ, ਉਵੇਂ ਹੀ ਪਰਮੇਸ਼ਵਰ ਨੇ ਸਾਡੇ ਘਰੇ ਆਸ਼ੀਸ਼ ਦਿੱਤੀ। ਪਾਸਟਰ ਨੇ ਪ੍ਰੇਅਰ ਕੀਤੀ। ਪ੍ਰੇਅਰ ਕਰਕੇ ਜਦੋਂ ਮੈਂ ਰੋਟੀ ਬਣਾਉਂਦੀ ਗਈ, ਇਹ ਸਰਵ ਕਰਦੇ ਗਏ, ਸਾਰੇ ਜਣਿਆਂ ਨੇ ਰੋਟੀ ਖਾ ਲਈ। ਸਾਰੇ ਜਣਿਆਂ ਨੇ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਉਸੇ ਡੋਂਗੇ ਵਾਲੇ ਆਟੇ ਦੇ ਵਿੱਚੋਂ ਮੈਂ, ਪਾਸਟਰ ਜੀ ਨੇ ਔਰ ਇੱਕ ਹੋਰ ਭਰਾ ਸੀ ਸਾਡੇ ਨਾਲ ਸੇਵਾ ਦੇ ਵਿੱਚ, ਉਹਨਾਂ ਨੇ ਰੋਟੀ ਖਾਈ। ਘੱਟੋ ਘੱਟ ਪਰਮੇਸ਼ਵਰ ਨੇ 9 ਜਣੇ ਦਿਨ ਚ ਰੋਟੀ ਖਾ ਗਏ, 3 ਜਣੇ ਰਾਤ ਨੂੰ, 12 ਜਣਿਆਂ ਨੂੰ ਪਰਮੇਸ਼ਵਰ ਨੇ ਉਸ ਇੱਕ ਛੋਟੇ ਜਿਹੇ ਡੋਂਗੇ ਦੇ ਵਿੱਚੋਂ ਰਜਾ ਦਿੱਤਾ। ਪਰਮੇਸ਼ਵਰ ਇੰਨਾ ਭਲਾ ਹੈ। ਪਰਮੇਸ਼ਵਰ ਦੀ ਮਹਿਮਾ ਕਰਦੇ ਆ। ਔਰ ਉਸ ਤੋਂ ਬਾਅਦ ਜਦੋਂ ਪਾਸਟਰ ਦੇ ਜਿਹੜੇ ਆਰਲ ਗੁਪਤਾ ਜੀ ਸੀ, ਉਹ ਜਦੋਂ ਜਾਣ ਲੱਗੇ ਤੇ ਪਾਸਟਰ ਜੀ ਦੇ ਅੱਗੇ ਮਤਲਬ ਉੱਥੇ ਅਸੀਂ ਮਿਲ ਕੇ ਪ੍ਰਾਰਥਨਾ ਕਰਨ ਲੱਗੇ। ਪਾਸਟਰ ਜੀ ਨੇ ਕਿਹਾ, ਕਹਿੰਦੇ ਵੀ ਮੈਨੂੰ ਇੱਕਦਮ ਇਸ਼ਾਰਾ ਕਰਕੇ ਕਹਿੰਦੇ ਵੀ ਤੇਰੇ ਕੋਲ ਕੁਝ ਭੇਂਟ ਪਈ ਹੈ। ਔਰ ਅਸੀਂ ਇਹ ਸੀ ਪਰਮੇਸ਼ਵਰ ਦੇ ਲਈ ਇੱਕ ਛੋਟਾ ਜਿਹਾ ਪਰਸ ਲਗਾਇਆ ਹੋਇਆ ਸੀ ਵੀ ਇਹ ਪਰਮੇਸ਼ਵਰ ਦੀ ਹੈ, ਇਹਨੂੰ ਅਸੀਂ ਛੇੜਦਾ ਨਹੀਂ। ਔਰ ਉਹਦੇ ਵਿੱਚ 50 ਰੁਪਏ ਪਏ ਸੀ। ਮੈਂ ਉਹ ਕੱਢ ਕੇ ਪਾਸਟਰ ਨੂੰ ਫੜਾਏ। ਪਾਸਟਰ ਨੂੰ ਫੜਾ ਕੇ ਪ੍ਰਾਰਥਨਾ ਕਰਨ ਲੱਗ ਗਏ ਆਪਾਂ। ਜਿਵੇਂ ਇਹ ਪਾਸਟਰ ਜੀ ਨੇ ਪ੍ਰਾਰਥਨਾ ਆਮੀਨ ਕੀਤੀ, ਆਰਲ ਗੁਪਤਾ ਜੀ ਨੇ, ਇਹਨਾਂ ਨੇ ਉਹਨਾਂ ਨੂੰ ਕਿਹਾ, ਕਹਿੰਦੇ ਵੀ ਇਹ ਭੇਂਟ ਹੈ ਮੇਰੇ ਵੱਲੋਂ। ਤੇ ਪਾਸਟਰ ਜੀ ਇਹਨਾਂ ਨੂੰ ਫੜ ਕੇ ਸਾਡੇ ਦੂਜੇ ਕਮਰੇ ਦੇ ਵਿੱਚ ਲੈ ਗਏ। ਦੂਜੇ ਕਮਰੇ 'ਚ ਲੈ ਗਏ ਤੇ ਆਪਣੀ ਜੇਬ 'ਚ ਹੱਥ ਪਾ ਕੇ ਉਹਨਾਂ ਨੇ ਕੁਝ ਕੱਢਿਆ ਔਰ ਕਹਿੰਦੇ ਵੀ ਮੈਂ ਇਹ ਨਹੀਂ ਲਊਂਗਾ। ਕਹਿੰਦੇ ਪਰਮੇਸ਼ਵਰ ਨੇ ਮੈਨੂੰ ਇਹ ਦੇਣ ਦੇ ਲਈ, ਕਹਿੰਦੇ ਕਿੰਨੇ ਦਿਨਾਂ ਤੋਂ ਪਰਮੇਸ਼ਵਰ ਨੇ ਝਿੰਜੋੜਿਆ ਹੋਇਆ ਸੀ ਵੀ ਇਹ ਮੇਰੇ ਸੇਵਕ ਦੇ ਘਰੇ ਦੇ ਕੇ ਆ। ਔਰ ਸੱਚਮੁੱਚ ਪਰਮੇਸ਼ਵਰ ਕਦੇ ਵੀ ਕਰਜ਼ਾ ਨਹੀਂ ਰੱਖਦਾ ਸਾਡਾ। ਪਰਮੇਸ਼ਵਰ ਸਾਡੇ ਛੋਟੇ ਜਿਹੇ ਕੰਮ ਨੂੰ ਵੀ, ਜੇ ਅਸੀਂ ਪਰਮੇਸ਼ਵਰ ਦੇ ਨਾਮ ਦੀ ਗਵਾਹੀ ਵੀ ਦਿੰਨੇ ਆ, ਪਰਮੇਸ਼ਵਰ ਉਸ ਦਾ ਵੀ ਬਦਲਾ ਸਾਨੂੰ ਦਿੰਦਾ ਹੈ। ਜੇ ਅਸੀਂ ਹਾਲੇਲੂਇਆ ਵੀ ਬੋਲਦੇ ਆ ਤਾਂ ਪਰਮੇਸ਼ਵਰ ਉਸ ਦਾ ਬਦਲਾ ਵੀ ਦਿੰਦਾ ਹੈ। ਪਰਮੇਸ਼ਵਰ ਐਡਾ ਭਲਾ ਹੈ। ਬਾਈਬਲ 'ਚ ਲਿਖਿਆ, ਕਹਿੰਦਾ ਉਹ ਸਾਨੂੰ ਆਪਣੀ ਅੱਖ ਦੀ ਪੁਤਲੀ ਦੇ ਸਮਾਨ ਪਿਆਰ ਕਰਦਾ, ਉਹ ਸਾਨੂੰ ਆਪਣੀ ਅੱਖ ਦੀ ਪੁਤਲੀ ਦੇ ਸਮਾਨ ਰੱਖਦਾ। ਕਹਿੰਦਾ ਜੋ ਕੋਈ ਮੇਰੇ ਅਭਿਸ਼ਿਕਤਾਂ ਨੂੰ ਛੂੰਹਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਹਦਾ। ਔਰ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ 'ਚ ਇਸ ਕੰਮ ਨੂੰ ਕੀਤਾ, ਸਾਨੂੰ ਆਪਣੀ ਅੱਖ ਦੀ ਪੁਤਲੀ ਦੀ ਤਰ੍ਹਾਂ ਇੰਨਾ ਨਜ਼ਦੀਕ, ਇੰਨਾ ਪਿਆਰ ਨਾਲ, ਇੰਨਾ ਅਨੁਗ੍ਰਹਿ ਦੇ ਨਾਲ ਪਰਮੇਸ਼ਵਰ ਨੇ ਰੱਖਿਆ ਕਿ ਉਹਦੀ ਭਲਾਈ ਦਾ ਅੰਤ ਨਹੀਂ ਹੈ। ਸੱਚਮੁੱਚ ਪਰਮੇਸ਼ਵਰ ਭਲਾ ਹੈ ਔਰ ਇਹ ਮਹਾਨ ਕੰਮ ਪਰਮੇਸ਼ਵਰ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਕੀਤੇ। ਔਰ ਆਮੇਨ ਸਿਸਟਰ, ਬਹੁਤ ਵਧੀਆ ਤੁਹਾਡੀ ਟੈਸਟਮਨੀ ਸੁਣ ਕੇ ਮੈਨੂੰ ਬਹੁਤ ਆਨੰਦ ਆਇਆ। ਜੀਤ ਕਰਦਾ ਹੁਣ ਤੁਹਾਡੇ ਕੋਲ ਬਹੁਤ ਹੋਰ ਵੀ ਸੁਣਾ। ਮੇਰਾ ਟਾਈਮ ਜਿਹੜਾ ਮੈਨੂੰ ਸਮਾਂ ਇਜਾਜ਼ਤ ਨਹੀਂ ਦੇਣ ਦਿਆ। ਤੋ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਸਿਸਟਰ ਕਿ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਕੰਮ ਕੀਤੇ ਆ। ਔਰ ਇਸੇ ਦੇ ਨਾਲ ਸਾਡੇ ਨਾਲ ਬਹੁਤ ਭੈਣ ਭਰਾ ਇਸ ਸਮੇਂ ਜੁੜੇ ਆ ਫੇਸਬੁੱਕ ਤੇ। ਤੋ ਮੈਂ ਅੱਜ ਇੱਕ ਖਾਸ ਭਰਾ ਨੂੰ ਦੇਖ ਰਿਹਾ। ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਿਗਾ ਤੇ ਮਗਰ ਫਿਰ ਵੀ ਮੈਂ ਕਾਫੀ ਮੇਰੇ ਨਾਲ ਭੈਣ ਭਰਾ ਹੈਗੇ ਆ। ਸਜਲੀ ਅਜਲਾਲ ਜੀ ਜੋ ਪਾਕਿਸਤਾਨ ਤੋਂ ਆ, ਤੋ ਸ਼ਿੰਦੀ ਭੈਣ ਸਾਡੀ ਇੱਕ ਲੰਡਨ ਤੋਂ ਵੀ ਆ, ਮਨਦੀਪ ਸਿੰਘ ਆ, ਇੱਕ ਸਾਡਾ ਭਰਾ ਗ੍ਰੀਸ ਤੋਂ ਸਾਡੇ ਨਾਲ ਜੁੜਿਆ, ਸਤਨਾਮ ਪੋਲ ਸਾਡੇ ਨਾਲ ਜੁੜਿਆ ਹੈ, ਪ੍ਰੀਤ ਸਾਡੇ ਨਾਲ ਹੈ। ਔਰ ਇੱਕ ਭਰਾ ਮੈਂ ਬੜੇ ਟਾਈਮ ਬਾਅਦ, ਉਹਨੇ ਵੀ ਮੈਨੂੰ ਅੱਜ ਕਮੈਂਟ ਮਾਰਿਆ ਤੇ ਮੈਂ ਵੀ ਉਹਨੂੰ ਬੜੇ ਟਾਈਮ ਬਾਅਦ ਅੱਜ ਉਹਨੇ ਮੈਨੂੰ ਦੇਖਿਆ। ਇਹ ਲੜਕਾ ਹੈਗਾ ਆ ਆਪਣੇ ਬ੍ਰਦਰ, ਇਹ ਵੀ ਚੰਡੀਗੜ੍ਹ ਵਿੱਚ ਹੀ ਰਹਿੰਦੇ ਆ। ਇਹ ਫਿਲਮੀ ਲੜਕੇ ਆ ਕਿ ਜਦੋਂ ਮੈਂ ਪਹਿਲੀਆਂ ਟਾਈਮਾਂ ਦੇ ਵਿੱਚ ਫਿਲਮਾਂ ਦਾ ਕੰਮ ਕਰਦਾ ਹੁੰਦਾ ਸੀ, ਬੰਬੇ ਦੇ ਵਿੱਚ ਅਸੀਂ ਫਿਲਮ ਬਣਾਈ ਸੀ ਇੱਕ, ਤੇ ਉਸ ਸਮੇਂ ਇਹ ਰੈਂਪੀ ਪ੍ਰਿੰਸ ਡਾਇਰੈਕਟਰ ਆ, ਫਿਲਮਾਂ ਦੇ ਵੀਡੀਓ ਡਾਇਰੈਕਟਰ ਆ ਇਹ, ਤੇ ਆਪਣੇ ਨਾਲ ਜੁੜੇ ਹੋਏ ਆ। ਉਹ ਵੀ ਮੈਨੂੰ ਇੱਕ ਮੈਸੇਜ ਭੇਜ ਰਿਹਾ ਵਾ ਕਿ
ਭਾਜੀ ਲੌਂਗ ਟਾਈਮ ਬਾਅਦ ਅੱਜ ਤੁਹਾਨੂੰ ਦੇਖਿਆ। ਬੜਾ ਟਾਈਮ ਹੋ ਗਿਆ ਸੀਗਾ ਸਾਨੂੰ, ਲਾਈਕ ਜਦੋਂ ਦਾ ਮੈਂ ਪਰਮੇਸ਼ਰ 'ਚ ਆਇਆ ਆ ਉਸ ਤੋਂ ਬਾਅਦ ਮੈਂ ਫਿਲਮਾਂ ਦਾ ਕੰਮ ਛੱਡ ਦਿੱਤਾ। ਨਾ ਮੈਂ ਫਿਲਮਾਂ ਵਿੱਚ ਸਿੰਗਿੰਗ ਲਾਈਨ ਛੱਡ ਦਿੱਤੀ ਆ। ਤੇ ਉਸ ਸਮੇਂ ਮੈਂ ਬੰਬੇ ਦੇ ਵਿੱਚ ਗਿਆ ਸੀਗਾ, ਫਿਲਮਾਂ ਬਣਾ ਕੇ ਆਏ ਸੀਗੇ ਤੇ ਰੈਂਪੀ ਮੇਰੇ ਨਾਲ ਸੀਗਾ ਬੰਬੇ ਵਿੱਚ, ਅਸੀਂ ਇਕੱਠੇ ਰਹੇ ਆ। ਅੱਜ ਭਰਾ ਵੀ ਨਾਲ ਦੇਖ ਰਿਹਾ ਸਾਨੂੰ, ਤੋ ਵੈਲਕਮ ਕਰਦੇ ਆ ਭਰਾ ਰੈਂਪੀ ਤੁਹਾਡਾ। ਔਰ ਸ਼ਿੰਦੀ ਭੈਣ ਸਾਡੇ ਨਾਲ ਲੰਡਨ ਤੋਂ ਵੀ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਭੈਣ ਭਰਾ ਨੇ। ਨਾਮ ਲੈਂਦਾ ਰਵਾਂਗਾ ਤਾਂ ਬਹੁਤ ਲੰਮਾ ਚੌੜਾ ਚੱਲ ਜਾਏਗਾ। ਸੋ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ। ਜਿੰਨੇ ਵੀ ਤੁਸੀਂ ਸਾਨੂੰ ਫੇਸਬੁੱਕ ਤੇ ਭੈਣ ਭਰਾ ਵੇਖਦੇ ਆ, ਤੁਹਾਡਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ, ਵੈਲਕਮ ਕਰਦੇ ਆ। ਇਸੇ ਦੇ ਨਾਲ ਅਗਰ ਕੋਈ ਵੀ ਭੈਣ ਭਰਾ ਆਪਣੀ ਟੈਸਟਮਨੀ ਦੇਣੀ ਚਾਹੁੰਦਾ ਆ ਸਾਨੂੰ, ਤੁਸੀਂ ਪਲੀਜ਼ ਆਪਣੀ ਟੈਸਟਮਨੀ ਲੈ ਕੇ ਆਵੋ। ਜਿਵੇਂ ਅੱਜ ਸਿਸਟਰ ਲੈ ਕੇ ਆਏ ਆ, ਆਪਣਾ ਪ੍ਰਭੂ ਯਿਸੂ ਦੀ ਮਹਿਮਾ ਦੀ ਵਡਿਆਈ ਹੁੰਦੀ ਆ ਸਿਸਟਰ ਇਹਦੇ ਵਿੱਚ ਜਦੋਂ ਆਪਾਂ ਟੈਸਟਮਨੀ ਲੈ ਕੇ ਆਉਨੇ ਆ। ਬਹੁਤ ਸਾਰੇ ਭੈਣ ਭਰਾ ਆ ਉਹ ਟੈਸਟਮਨੀਆਂ ਨੂੰ ਆਪਣੇ ਕੋਲ ਹੀ ਰੱਖਦੇ ਆ, ਗਾਂ ਨਹੀਂ ਦੱਸਣਾ ਚਾਹੁੰਦੇ ਕਿ ਸਾਡੀ ਜ਼ਿੰਦਗੀ ਕਿਵੇਂ ਚੇਂਜ ਹੋਈ ਆ, ਸਾਡਾ ਜੀਵਨ ਕਿਵੇਂ ਚੇਂਜ ਹੋਇਆ। ਤੋ ਸੋ ਅੱਜ ਆਪਾਂ ਲਾਈਵ ਦੇਖਦੇ ਪਏ ਆ, ਬਹੁਤ ਸਾਰੇ ਆਪਣੇ ਨਾਲ ਭੈਣ ਭਰਾ ਸਾਨੂੰ ਲਾਈਵ ਦੇਖਦੇ ਆ। ਨਾਰਮਲ ਅਸੀਂ ਟੈਸਟਮਨੀ ਦੇਖ ਲੈਨੇ ਆ YouTube ਤੇ ਜਾ ਕੇ, ਮਗਰ ਲਾਈਵ ਦੇਖਦੇ ਬਹੁਤ ਘੱਟ। ਤੇ ਸੋ ਅੱਜ ਇਸ ਪਲੇਟਫਾਰਮ ਤੇ ਇਦਾਂ ਹੈ ਕਿ ਆਪਾਂ ਡਾਇਰੈਕਟ ਆ ਕੇ ਲਾਈਵ ਆਪਾਂ ਟੈਸਟਮਨੀ ਦੇ ਸਕਦੇ ਆ, ਔਰ ਕੋਈ ਕੁਐਸਚਨ ਵੀ ਕਰ ਸਕਦਾ ਭੈਣ ਭਰਾ, ਤੇ ਬਹੁਤ ਉਹਨਾਂ ਨੂੰ ਇੱਕ ਵਧੀਆ ਗੱਲ ਲੱਗਦੀ ਆ ਤੇ ਇੱਕ ਵੱਖਰਾ ਕੰਮ ਮਿਲਦਾ ਆ। ਔਰ ਇੱਕ ਰੱਬ ਦੀ ਆਵਾਜ਼ ਆ ਜੋ ਤੁਹਾਡੇ ਲਈ ਸਾਰੇ ਭੈਣ ਭਰਾਵਾਂ ਦੇ ਲਈ ਲਾਈਵ ਲੈ ਕੇ ਆਉਂਦਾ। ਔਰ ਪਰਮੇਸ਼ਰ ਦਾ ਧੰਨਵਾਦ ਕਰਦਾ। ਜਾਂਦੇ ਜਾਂਦੇ ਸਿਸਟਰ ਕੋਈ ਛੋਟੀ ਜਿਹੀ ਗੱਲ ਹੋਰ ਕੋਈ ਸ਼ੇਅਰ ਕਰਨਾ ਚਾਹੁੰਦੇ ਤਾਂ ਪਲੀਜ਼ ਕਰੋ, ਜੋ ਕਿ ਰਹਿ ਗਈ ਆ। ਜ਼ਰੂਰ ਬ੍ਰਦਰ, ਇੱਕ ਗੱਲ ਮੈਂ ਛੋਟੀ ਜੀ ਗੱਲ ਇੱਕ ਹੋਰ ਦੱਸਦੀ ਆ। ਬਹੁਤ ਹੀ ਇੰਟਰਸਟਿੰਗ ਕਿੱਸਾ ਹੈ। ਇੱਕ ਵਾਰ ਮੈਨੇ ਸੁਪਨੇ ਦੇ ਵਿੱਚ ਵੇਖਿਆ ਕਿ ਮੇਰੀ ਜਿਹੜੀ ਪਾਸਟਰ ਹੈ ਉਹ ਗਰਭਵਤੀ ਹੋ ਗਈ ਹੈ ਤੇ ਉਹਦੇ ਜਿਹੜਾ ਬੱਚਾ ਹੋਇਆ ਉਹ ਸੀਨ ਹੈ। ਸੁਪਨੇ 'ਚ ਵੇਖਿਆ ਔਰ ਸਵੇਰ ਉੱਠ ਕੇ ਮੈਂ ਪਾਸਟਰ ਦੇ ਕੋਲ ਗਈ, ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਮੈਂ ਵੇਖਿਆ ਹੈਗਾ। ਤੇ ਪਾਸਟਰ ਮੈਨੂੰ ਕਹਿੰਦੇ ਵੀ ਇਹ ਜੋ ਤੁਸੀਂ ਵੇਖਿਆ ਹੈਗਾ ਇਹ ਚੀਜ਼ ਹੈ ਵੀ ਕਿਸੇ ਸਾਊਥ ਵਾਲੀ ਸਾਈਡ ਦੇ ਕਿਸੇ ਵਿਅਕਤੀ ਨੂੰ ਪਰਮੇਸ਼ਰ ਬਚਾਉਣ ਜਾ ਰਿਹਾ ਹੈ। ਔਰ ਸੱਚਮੁੱਚ ਬ੍ਰਦਰ ਪ੍ਰਾਰਥਨਾ ਕਰ ਰਹੇ ਸੀ, ਮੀਟਿੰਗ ਖਤਮ ਹੋਈ ਔਰ ਸ਼ਾਮ ਨੂੰ 7:30 ਵਜੇ ਇੱਕ ਵਿਅਕਤੀ ਚਰਚ ਦੇ ਅੰਦਰ ਆਇਆ। ਔਰ ਜਿਵੇਂ ਹੀ ਚਰਚ ਦੇ ਅੰਦਰ ਆਇਆ ਤੇ ਉਹਦੀ ਭਾਸ਼ਾ ਸਾਨੂੰ ਨਹੀਂ ਸਮਝ ਆ ਰਹੀ, ਮੈਂ ਆਪਣੀ ਅਨਿਆ ਭਾਸ਼ਾ 'ਚ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰ ਰਹੀ ਹਾਂ। ਔਰ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਭਾਸ਼ਾ ਹੈ ਅਨਿਆ ਭਾਸ਼ਾ ਉਹ ਤਾਮਿਲ ਦੇ ਵਿੱਚ ਬਦਲ ਗਈ ਹੈ। ਔਰ ਮੈਂ ਤਾਮਿਲ ਦੇ ਵਿੱਚ ਅਨਿਆ ਭਾਸ਼ਾ ਬੋਲਣ ਲੱਗੀ ਹਾਂ, ਉਹਦਾ ਅਨੁਵਾਦ ਵੀ ਰੱਬ ਮੈਨੂੰ ਦੱਸ ਰਿਹਾ। ਔਰ ਉਹ ਜਿਹੜਾ ਵਿਅਕਤੀ ਪਿੱਛੇ ਬੈਠਾ ਹੈ ਸਾਊਥ ਇੰਡੀਅਨ, ਉਹ ਉੱਠ ਕੇ ਗੋਡੇ ਟੇਕ ਕੇ ਅੱਗੇ ਮੇਰੇ ਨਾਲ ਬਹਿ ਗਿਆ ਆ ਕੇ ਔਰ ਰੋਣ ਲੱਗ ਗਿਆ। ਔਰ ਫਿਰ ਪਰਮੇਸ਼ਵਰ ਨੇ ਮੈਨੂੰ ਇਹ ਗੱਲ ਦੱਸੀ ਵੀ ਉਹਦੇ ਕਲੀਸਿਆ ਦੇ ਵਿੱਚ ਸਾਰੇ ਲੋਕਾਂ ਨੂੰ ਪਵਿੱਤਰ ਆਤਮਾ ਮਿਲੀ ਹੈ ਤੇ ਉਸ ਵਿਅਕਤੀ ਨੂੰ ਪਵਿੱਤਰ ਆਤਮਾ ਨਹੀਂ ਮਿਲੀ, ਜਿਸ ਕਰਕੇ ਅੱਧੇ ਲੋਕ ਉਹਨੂੰ ਇਸ ਨਜ਼ਰੀਏ ਨਾਲ ਵੇਖਣ ਲੱਗੇ ਕਿ ਇਹ ਕੋਈ ਪਾਪੀ ਵਿਅਕਤੀ ਹੈ ਜਿਹਨੂੰ ਪਵਿੱਤਰ ਆਤਮਾ ਨਹੀਂ ਮਿਲਦੀ ਪਈ। ਔਰ ਜਦੋਂ ਇਹ ਚੀਜ਼ ਮੈਂ ਅਨਿਆ ਭਾਸ਼ਾ 'ਚ ਬੋਲ ਰਹੀ ਸੀ ਤੇ ਸਾਊਥ ਲੈਂਗੁਏਜ ਦੇ ਵਿੱਚ, ਤਾਮਿਲ ਦੇ ਵਿੱਚ ਮੈਂ ਉਹ ਚੀਜ਼ ਬੋਲ ਰਹੀ ਸੀ। ਔਰ ਜਿਵੇਂ ਹੀ ਮਤਲਬ ਪ੍ਰਾਰਥਨਾ ਖਤਮ ਹੋਈ, ਪਾਸਟਰ ਨੇ ਉਹਦੇ ਸਿਰ ਤੇ ਜਿਵੇਂ ਹੱਥ ਰੱਖਿਆ ਤੇ ਉਹ ਅਨਿਆ ਭਾਸ਼ਾ ਬੋਲਣ ਲੱਗ ਗਿਆ। ਪਰ ਪਰਮੇਸ਼ਵਰ ਉਹਨੂੰ ਕਹਿ ਰਿਹਾ ਸੀ ਤਾਮਿਲ ਦੇ ਵਿੱਚ ਵੀ ਮੈਂ ਤੈਨੂੰ ਇੱਥੇ ਲੈ ਕੇ ਆਇਆ, ਮੈਂ ਅੱਜ ਤੈਨੂੰ ਆਪਣੀ ਆਤਮਾ ਦੇ ਨਾਲ ਭਰਾਂਗਾ, ਤਾਮਿਲ ਦੇ ਵਿੱਚ। ਔਰ ਜਿਵੇਂ ਹੀ ਮਤਲਬ ਇਹ ਗੱਲ ਪਰਮੇਸ਼ਵਰ ਦੇ ਆਤਮਾ ਨੇ ਉਹਦੇ ਨਾਲ ਕੀਤੀ, ਉਹ ਉੱਠ ਕੇ ਗੋਡੇ ਟੇਕ ਕੇ ਮੇਰੇ ਕੋਲ ਆ ਕੇ ਬੈਠ ਗਈ ਔਰ ਪ੍ਰਾਰਥਨਾ ਖਤਮ ਕੀਤੀ। ਅਸੀਂ ਉਹ ਰੋਈ ਜਾ ਰਿਹਾ ਸੀ। ਪ੍ਰਾਰਥਨਾ ਖਤਮ ਕੀਤੀ ਤੇ ਜਿਵੇਂ ਪ੍ਰਾਰਥਨਾ ਖਤਮ ਕੀਤੀ ਤੇ ਹੁਣ ਅੰਗਰੇਜ਼ੀ ਤਾਂ ਆਉਂਦੀ ਨਹੀਂ ਸੀ, ਛੋਟੀ ਸੀਗੀ ਉਦੋਂ ਮੈਂ 13 ਕੁ ਸਾਲਾਂ ਦੀ, ਤੇ ਟੁੱਟੀ ਫੁੱਟੀ ਅੰਗਰੇਜ਼ੀ ਦੇ ਵਿੱਚ ਬੋਲਿਆ ਟੁਮਾਰੋ ਕਮ, ਵੀ ਅਗਲੇ ਦਿਨ ਐਤਵਾਰ ਸੀ। ਮੈਂ ਉਹਨੂੰ ਬੋਲਿਆ ਵੀ ਕੱਲ ਨੂੰ ਤੁਸੀਂ ਆਇਓ ਚਰਚ 'ਚ। ਉਹ ਰੇਲਵੇ ਡਿਪਾਰਟਮੈਂਟ ਦੇ ਵਿੱਚ ਸੀਗੇ ਭਾਜੀ। ਤੇ ਅਗਲੇ ਦਿਨ ਕੀ ਹੋਇਆ, ਪਰਮੇਸ਼ਰ ਦੇ ਅੱਗੇ ਅਸੀਂ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਕੀ ਕੀਤਾ, ਸੰਡੇ ਨੂੰ ਅਸੀਂ ਸਾਰੇ ਚਰਚ ਦੇ ਵਿੱਚ ਇਕੱਠੇ ਹੋਏ। ਚਰਚ ਦਾ ਟਾਈਮ 10 ਵਜੇ ਦਾ ਸੀ, 9 ਵਜੇ ਸਾਰੀ ਕਲੀਸਿਆ ਇਕੱਠੀ ਹੋ ਗਈ। 1 ਘੰਟਾ ਲੋਕਾਂ ਲਈ ਪ੍ਰਾਰਥਨਾ ਕਰਦੀ ਸੀ ਸਾਡੀ ਵੀ ਪਰਮੇਸ਼ਰ ਨਵੀਆਂ ਰੂਹਾਂ ਤੱਕ ਸਾਨੂੰ ਲੈ ਕੇ ਜਾ, ਨਵੇਂ ਲੋਕਾਂ ਤੱਕ ਸਾਨੂੰ ਲੈ ਕੇ ਜਾ ਔਰ ਉਹਨਾਂ ਦੀ ਜ਼ਿੰਦਗੀਆਂ 'ਚ ਕੰਮ ਕਰ। ਔਰ ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਸੀ ਇਸ ਚੀਜ਼ ਦੇ ਲਈ, ਔਰ ਇੱਕ ਪਰਮੇਸ਼ਰ ਐਜੂਕੇਟਿਡ ਲੜਕੀ ਨੂੰ ਸਾਡੇ ਵਿਚਕਾਰ ਲੈ ਕੇ ਆਇਆ। ਉਹ ਕਦੀ ਚਰਚ ਨਹੀਂ, ਅਚਾਨਕ ਤੋਂ ਚਰਚ ਆ ਗਈ। ਔਰ ਉਹ ਭਾਜੀ ਜਦੋਂ ਆਏ, ਉਹਨਾਂ ਨੇ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਦੱਸਿਆ ਜੋ ਪਿਛਲੇ ਬੀਤੇ ਦਿਨ ਬੀਤਿਆ ਸੀਗਾ। ਉਹਨੇ ਦੱਸਿਆ ਵੀ ਮੈਂ ਜਦੋਂ ਇੱਥੋਂ ਲੰਘ ਰਿਹਾ ਸੀ, ਬਾਹਰ ਕ੍ਰੋਸ ਦਾ ਨਿਸ਼ਾਨ ਵੇਖ ਕੇ ਮੈਂ ਅੰਦਰ ਵੜਿਆ ਆ
ਔਰ ਜਦੋਂ ਅੰਦਰ ਆਇਆ ਤੇ ਇਹ ਦੋਨੋਂ ਪ੍ਰਾਰਥਨਾ ਕਰ ਰਹੀਆਂ ਸੀ, ਮੈਂ ਤੇ ਮੇਰੀ ਪਾਸਟਰ। ਤੇ ਪ੍ਰਾਰਥਨਾ ਜਦੋਂ ਕਰ ਰਹੇ ਸੀ ਤਾਂ ਪਰਮੇਸ਼ਰ ਉਹਦੇ ਦਿਲ ਦੀਆਂ ਗੱਲਾਂ ਉਹਨੂੰ ਖੋਲ ਕੇ ਦੱਸ ਰਿਹਾ ਸੀ ਤਾਮਿਲ ਦੇ ਵਿੱਚ। ਕਹਿੰਦਾ ਤੇ ਪਰਮੇਸ਼ਰ ਨੇ ਲਿਆ ਕੇ ਆਪਣੀ ਪਵਿੱਤਰ ਆਤਮਾ ਦਾ ਦਾਨ ਦਿੱਤਾ, ਔਰ ਉਹ ਜ਼ਿੰਦਗੀ ਮੇਰੇ ਜੀਵਨ ਦੇ ਵਿੱਚ, ਉਹ ਗੱਲ ਮੇਰੇ ਜੀਵਨ ਦੇ ਵਿੱਚ ਅਦਭੁਤ ਬਦਲਾਵ ਨੂੰ ਲੈ ਕੇ ਆਈ। ਇੱਕ ਬੜਾ ਉਤਸ਼ਾਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋਰ ਵਧਣ ਦਾ ਮੇਰੇ ਅੰਦਰ ਲੈ ਕੇ ਆਈ, ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਔਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਦੱਸ ਰਹੀ ਹਾਂ, 12 ਸਾਲ ਦੀ ਉਮਰ ਤੋਂ ਲੈ ਕੇ ਹੁਣ ਮੈਂ 35 ਸਾਲ ਦੀ ਹੋ ਚੱਲੀ ਹਾਂ। ਪ੍ਰਭੂ ਯਿਸੂ ਮਸੀਹ ਦਾ ਸ਼ੁਕਰ ਕਰਦੀ ਹਾਂ ਕਿ ਪ੍ਰਭੂ ਦੀ ਮਹਿਮਾ ਕਰਨ ਦਾ ਮੈਨੂੰ ਮੌਕਾ ਦਿੱਤਾ, ਔਰ ਹੁਣ ਵੀ ਮੈਂ ਪ੍ਰਭੂ ਦੀ ਮਹਿਮਾ ਕਰ ਰਹੀ ਹਾਂ। ਔਰ ਨਾਲ ਹੀ ਨਾਲ ਮੈਂ ਦੱਸਣਾ ਚਾਹੁੰਦੀ ਹਾਂ, ਅਸੀਂ ਨੈਸ਼ਨਲ ਚਰਚ ਆਫ ਇੰਡੀਆ ਮੁੱਲਾਪੁਰ ਦੇ ਵਿੱਚ ਬੰਦਗੀ ਕਰਦੇ ਹਾਂ। ਸਾਡਾ ਚਰਚ ਨੈਸ਼ਨਲ ਚਰਚ ਆਫ ਇੰਡੀਆ ਚੰਡੀਗੜ੍ਹ ਮੁੱਲਾਪੁਰ ਦੇ ਵਿੱਚ ਸਥਿਤ ਹੈ, ਔਰ ਅਸੀਂ ਇੱਥੇ ਪ੍ਰਾਰਥਨਾ ਕਰਦੇ ਹਾਂ, ਇੱਥੇ ਮੀਟਿੰਗਸ ਕਰਦੇ ਹਾਂ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਾਸਟਰ ਪੰਕਜ ਤੇ ਮੈਂ ਦੋਨੋਂ ਮਿਲ ਕੇ ਪ੍ਰਭੂ ਦੀ ਸੇਵਾ ਕਰ ਰਹੇ ਹਾਂ, ਔਰ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਆਪਣੀ ਮਹਿਮਾ ਦੇ ਲਈ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਬਹੁਤ ਵਧੀਆ ਸਿਸਟਰ, ਪਰਮੇਸ਼ਰ ਤੁਹਾਡੇ ਨਾਲ ਰਵੇ। ਔਰ ਐਕਚੁਅਲੀ ਸਾਡਾ ਪ੍ਰੋਗਰਾਮ ਵੀ ਆ ਰਿਹਾ, ਸਾਡੀ ਚਰਚ ਦੀ ਅੱਜ ਮੀਟਿੰਗ ਹੁੰਦੀ ਹੈ ਸੈਟਰਡੇ, ਤੇ ਨਹੀਂ ਤੇ ਮੈਂ ਤੁਹਾਡੇ ਕੋਲੋਂ ਹੋਰ ਵੀ ਲੰਬਾ ਟਾਈਮ ਲੈ ਸਕਦਾ ਸੀਗਾ। ਤੁਸੀਂ 6 ਵਜੇ ਸਾਡਾ ਚਰਚ ਦਾ ਪ੍ਰੋਗਰਾਮ ਲਾਈਵ ਸਟਾਰਟ ਹੋ ਜਾਏਗਾ। ਤੋ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਜੋ ਤੁਸੀਂ ਪਰਮੇਸ਼ਰ ਦੀ ਮਹਿਮਾ ਤੇ ਵਡਿਆਈ ਦੇ ਲਈ ਅੱਜ ਤੁਸੀਂ ਆਏ। ਔਰ ਮੈਂ ਸਭ ਦੇ ਅੱਗੇ ਰਿਕੁਐਸਟ ਕਰਦਾ ਕਿ ਹੋਰ ਵੀ ਜਿੰਨੇ ਭੈਣ ਭਰਾ ਸਾਨੂੰ ਇਸ ਸਮੇਂ ਲਾਈਵ ਦੇਖਦੇ ਆ ਤੇ ਜਰੂਰ ਆਪਣੀ ਟੈਸਟਮਨੀ ਦੇ ਲਈ ਸਾਨੂੰ ਸਾਡੇ ਨਾਲ ਲਿੰਕ ਕਰ ਸਕਦੇ ਆ। ਰੱਬ ਦੀ ਆਵਾਜ਼ tv@gmail.com ਸਾਡੀ ਈਮੇਲ ਦਾ ਐਡਰੈਸ ਹੈਗਾ। ਤੁਸੀਂ ਉੱਥੇ ਸਾਨੂੰ ਈਮੇਲ ਵੀ ਭੇਜ ਸਕਦੇ ਹੋ। ਮੋਬਾਈਲ ਨੰਬਰ ਵੀ ਸਾਡੇ ਜਿਹੜੇ ਆ ਉਹ ਚੱਲਦੇ ਰਹਿੰਦੇ ਆ, ਹਮੇਸ਼ਾ ਹੀ ਤੁਸੀਂ ਦੇਖ ਸਕਦੇ ਹੋ। ਤੇ ਤੁਸੀਂ ਸਾਨੂੰ ਫੋਨ ਤੇ ਵੀ WhatsApp ਕਰਕੇ ਵੀ ਕਹਿ ਸਕਦੇ ਹੋ ਕਿ ਅਸੀਂ ਟੈਸਟਮਨੀ ਦੇਣਾ ਚਾਹੁੰਦੇ ਆ। ਕੋਈ ਵੀ ਭੈਣ ਭਰਾ ਇੱਥੇ ਕੋਈ ਫ੍ਰੀ ਕਾਸਟ ਆ, ਕੋਈ ਪੈਸਾ ਨਹੀਂ ਲੱਗਦਾ। ਮੈਂ ਸਭ ਨੂੰ ਦੱਸਦਾ ਜਾਂਦਾ ਕਿ ਇਹ ਟੀਵੀ ਜਿਹੜਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਦੋਂ ਦਾ ਚੱਲਦਾ ਆ, ਤਕਰੀਬਨ 3 ਸਾਲ ਤੋਂ ਉੱਪਰ ਹੋ ਚੱਲੇ ਆ, ਤੇ ਹਮੇਸ਼ਾ ਅਸੀਂ ਪ੍ਰਭੂ ਦੀ ਸੇਵਾ ਫ੍ਰੀ ਕਰਦੇ ਆ। ਜਿੰਨੇ ਵੀ ਸਾਡੇ ਸ਼ੋਅ ਵਗੈਰਾ ਆਉਂਦੇ ਆ, ਅਸੀਂ ਲਾਈਵ ਸਾਰੇ ਭੈਣ ਭਰਾਵਾਂ ਨੂੰ ਅਸੀਂ ਫ੍ਰੀ ਲੈ ਕੇ ਆਉਂਦੇ ਆ, ਕੋਈ ਟੀਵੀ ਤੇ ਕਾਸਟ ਨਹੀਂ ਗੀ। ਤੇ ਜਿੰਨੇ ਵੀ ਭੈਣ ਭਰਾ ਪ੍ਰਭੂ ਦੀ ਮਹਿਮਾ ਦੇ ਲਈ ਆ ਸਕਦੇ ਆ, ਜ਼ਰੂਰ ਆਉਣ। ਅਗਰ ਕਿਸੇ ਕੋਲ ਟੈਲੈਂਟ ਹੈ, ਕੋਈ ਅੱਛਾ ਕੋਈ ਵਰਸ਼ਿਪ ਕਰਨਾ ਚਾਹੁੰਦਾ, ਉਹ ਵੀ ਵੈਲਕਮ। ਰੱਬ ਦੀ ਆਵਾਜ਼ ਟੀਵੀ ਤੇ ਬਰਮਿੰਘਮ ਸਾਡੇ ਕੋਲ ਆਫਿਸ ਆ, ਇੱਥੇ ਟੀਵੀ ਦਾ ਇੱਥੇ ਤੁਸੀਂ ਆ ਸਕਦੇ ਹੋ। ਪ੍ਰਭੂ ਦੀ ਮਹਿਮਾ ਤੇ ਵਡਿਆਈ ਲਈ ਤੁਸੀਂ ਵਰਸ਼ਿਪ ਕਰ ਸਕਦੇ ਹੋ। ਅਗਰ ਅੱਛੇ ਪ੍ਰਚਾਰਕ ਹੋ ਤਾਂ ਵੀ ਸਾਨੂੰ ਦੱਸ ਕੇ ਤੁਹਾਨੂੰ ਮੈਂ ਸ਼ੋਅ ਤੇ ਲਿਆ ਸਕਦਾ। ਅਗਰ ਕੋਈ ਟੈਸਟਮਨੀ ਦੇਣੀ ਚਾਹੁੰਦਾ, ਤੁਸੀਂ ਕਿਸੇ ਵੀ ਕੰਟਰੀ 'ਚ ਬੈਠੇ ਆ, ਤੁਹਾਡੀ ਟੈਸਟਮਨੀ ਵੀ ਲੈ ਸਕਦੇ ਆ। ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਨੇ ਸਾਨੂੰ ਆਪਣੀ ਮਹਿਮਾ ਤੇ ਲਈ ਵਰਤਿਆ ਆ, ਕਿ ਜੋ ਅਸੀਂ ਪਰਮੇਸ਼ਰ ਦੀ ਮਹਿਮਾ ਤੇ ਵਡਿਆਈ ਕਰਦੇ ਆ। ਮੈਂ ਆਪਣੇ ਆਪ ਨੂੰ ਕਦੇ ਛੋਟਾ ਵੱਡਾ ਨਹੀਂ ਸਮਝਦਾ ਕਦੀ ਕਿਸੇ ਨੂੰ, ਪਰ ਜਦੋਂ ਵੀ ਜਿਵੇਂ ਤੁਸੀਂ ਕਿਹਾ ਸਿਸਟਰ, ਮੇਰੀ ਵੀ ਆਦਤ ਸ਼ੁਰੂ ਤੋਂ ਇੱਕ ਇਦਾਂ ਦੀ ਹੈ ਕਿ ਮੇਰਾ ਟਾਰਗੇਟ ਜਿਹੜਾ ਹੁੰਦਾ ਬਹੁਤ ਹਾਈ ਲੈਵਲ ਤੇ ਮੈਂ ਸੋਚਦਾ। ਮੈਂ ਕਦੇ ਛੋਟੇ ਲੈਵਲ ਤੇ ਅੱਜ ਤੱਕ ਸੋਚਿਆ ਹੀ ਨਹੀਂ, ਕਿਉਂਕਿ ਪਰਮੇਸ਼ਰ ਦਾ ਵਚਨ ਵੀ ਸਾਨੂੰ ਕਹਿੰਦਾ ਕਿ ਆਪਣਾ ਮੂੰਹ ਖੋਲ, ਮੈਂ ਤੇਰਾ ਮੂੰਹ ਭਰ ਦਊਂਗਾ। ਜਿੱਦਾਂ ਦਾ ਮੂੰਹ ਖੋਲਾਂਗੇ ਉਦਾਂ ਦਾ ਭਰ ਜਾਏਗਾ। ਅਸੀਂ ਤਾਂ ਵੱਡਾ ਹੀ ਖੋਲੀਦਾ ਪ੍ਰਭੂ ਯਿਸੂ ਦੇ ਲਈ ਕਿ ਬਟ ਸਾਨੂੰ ਜ਼ਿਆਦਾ ਦੇਵੇ। ਸੋ ਪ੍ਰਭੂ ਸਾਨੂੰ ਦਿੰਦਾ ਆ, ਜਿਵੇਂ ਵਚਨ ਦੇ ਵਿੱਚ ਲਿਖਿਆ ਆ ਤਾਂ ਉਵੇਂ ਹੀ ਹੁੰਦਾ। ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਸਾਨੂੰ ਇਸਤੇਮਾਲ ਕਰਦਾ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਮੈਂ ਕੁਝ ਦਿਖਾਵਾਂਗਾ ਇੰਡੀਆ 'ਚ, ਮੈਂ ਦਿਖਾਵਾਂਗਾ। ਔਰ ਕਿਉਂ ਕਹਿ ਰਿਹਾ ਇਹ, ਕਿਉਂਕਿ ਪ੍ਰਭੂ ਯਿਸੂ ਮਸੀਹ ਮੇਰੇ ਨਾਲ ਆ। ਇੱਕ ਕੁਝ ਮੈਂ ਵੱਖਰਾ ਦਿਖਾਵਾਂਗਾ ਇੰਡੀਆ ਦੇ ਵਿੱਚ, ਕੋਈ ਵੱਖਰਾ ਕੰਮ ਹੁੰਦਾ ਦਿਖਾਵਾਂਗਾ ਯਿਸੂ ਮਸੀਹ ਦਾ, ਕਿ ਕਿਵੇਂ ਹੋ ਰਿਹਾ। ਬਹੁਤ ਰੱਬ ਦੇ ਬੰਦੇ ਕਰਦੇ ਆ, ਪਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕੰਮ ਹੋਵੇਗਾ ਕਿ ਉਹ ਵੱਖਰਾ ਹੋਵੇਗਾ, ਕਿ ਜਿਹੜਾ ਕਦੀ ਕਿਸੇ ਨੇ ਦੇਖਿਆ ਨਹੀਂ ਹੋਵੇਗਾ। ਅਦਭੁਤ ਕੰਮ ਹੋਊਗਾ, ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਦਿਖਾ ਰਿਹਾ। ਮੇਰੀ ਯੋਜਨਾ, ਮੇਰੇ ਪਲਾਨ ਚੱਲਦੇ ਪਏ ਆ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ। ਪੱਖੇ ਲਾ ਲਏ ਆ ਜਹਾਜ਼ ਨੂੰ, ਹੁਣ ਜਹਾਜ਼ ਉੜਨ ਦੀ, ਬਸ ਉੜਨਾ ਹੀ ਆ ਪ੍ਰਭੂ ਯਿਸੂ ਦਾ। ਤੇ ਉਹ ਵੇਟ ਕਰਦੇ ਆ ਔਰ ਟਾਈਮ ਦੇ ਨਾਲ। ਔਰ ਜਿੰਨੇ ਵੀ ਭੈਣ ਭਰਾ ਸਾਨੂੰ, ਜਿਨ੍ਹਾਂ ਨੇ ਤੁਹਾਡੀ ਅਗਵਾਈ ਸੁਣੀ ਆ, ਤੇ ਮੈਂ 100% ਗਰੰਟੀ ਦਿੰਦਾ ਕਿ ਉਹ ਬਲੈਸ ਹੋਏ ਹੋਣਗੇ ਤੁਹਾਡੀ ਇਸ ਅਗਵਾਈ ਤੋਂ। ਸਿਸਟਰ ਤੁਸੀਂ ਬਹੁਤ ਅੱਛਾ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲਦੀ ਆ ਜਦੋਂ ਆਪਾਂ ਟੈਸਟਮਨੀ ਦਿੰਦੇ ਆ। ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਜੋ ਤੁਸੀਂ ਅੱਜ ਸਾਡੇ ਨਾਲ ਆਏ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਪੰਕਜ ਬ੍ਰਦਰ ਦੇ ਲਈ ਵੀ, ਪਾਸਟਰ ਦੇ ਲਈ ਵੀ, ਕਿ ਜੋ ਰੱਬ ਦੇ ਦਾਸ ਤੁਸੀਂ ਜਿਵੇਂ ਸੇਵਾ ਕਰਦੇ ਹੋ। ਰਲ ਕੇ ਮੇਰੀ ਇਹੀ ਪ੍ਰਾਰਥਨਾ ਤੁਹਾਡੇ ਅੱਗੇ, ਰੱਬ ਦੇ ਅੱਗੇ, ਕਿ ਤੁਹਾਡੇ ਲਈ ਕਿ ਜੋ ਪਰਮੇਸ਼ਰ ਤੁਹਾਨੂੰ ਹੋਰ ਜ਼ੋਰਾਂ ਸ਼ੋਰਾਂ ਦੇ ਨਾਲ ਇਸਤੇਮਾਲ ਕਰੇ। ਜਦੋਂ ਅਸੀਂ ਵੀ ਆਈਏ
ਕਿਤੇ ਟਾਈਮ ਕੱਢੀਏ ਤੇ ਜ਼ਰੂਰ ਅਸੀਂ ਟਾਈਮ ਕੱਢਾਂਗੇ ਸਪੈਸ਼ਲ ਤੁਹਾਡੇ ਲਈ। ਬਹੁਤ ਸਾਰੇ ਭੈਣ ਭਰਾ ਨਾਰਾਜ਼ ਹੋ ਜਾਂਦੇ ਆ, ਪਾਸਟਰ ਜੀ ਤੁਸੀਂ ਇੱਥੇ ਨਹੀਂ ਆਏ, ਤੇ ਮੈਂ ਗਾਰੰਟੀ ਦਿੰਦਾ ਜ਼ਰੂਰ ਚੰਡੀਗੜ੍ਹ ਦਾ ਗੇੜਾ ਮੈਂ ਜ਼ਰੂਰ ਕੱਢਾਂਗਾ ਤੇ ਜ਼ਰੂਰ ਆਵਾਂਗਾ। जरूर जरूर। ਹਾਂ, ਤੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਫਿਰ ਤੋਂ ਸਭ ਨੂੰ ਜੈ ਮਸੀਹ ਦੀ ਬੁਲਾਉਂਦੇ ਹਾਂ। ਔਰ ਮੇਰੇ ਵੱਲੋਂ ਆਪ ਜੀ ਨੂੰ ਔਰ ਜਿੰਨੇ ਵੀ ਸਾਨੂੰ ਭੈਣ ਭਰਾ ਵੇਖ ਰਹੇ ਆ ਸਾਰਿਆਂ ਨੂੰ ਜੈ ਮਸੀਹ ਦੀ। जय मसीह दी। ਜੈ ਮਸੀਹ।